हाँ जी, गुड इवनिंग जी सारिਆਂ ਨੂੰ। मैं डिस्ट्रिक्ट गुड एडमिनिस्ट्रेशन बठिंडा ਵੱਲੋਂ डॉक्टर विनय बंसल ਸਭ ਦਾ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ ਸਭ ਦਾ ਇੱਥੇ ਇਸ ਮੀਟਿੰਗ ਆਨਲਾਈਨ ਜ਼ੂਮ ਮੀਟਿੰਗ ਦੇ ਵਿੱਚ ਜੁਆਇਨ ਕਰਨ ਦੇ ਲਈ। ਜਿਸ ਤਰ੍ਹਾਂ ਕਾਫੀ ਪਾਰਟਿਸਪੈਂਟਸ ਪਹਿਲਾਂ ਵੀ ਸਾਡੇ ਨਾਲ ਜੁੜਦੇ ਰਹਿੰਦੇ ਆ, ਤਾਂ ਜਿਹੜੇ ਅੱਜ ਫਸਟ ਟਾਈਮ ਜੁੜੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਮੀਟਿੰਗਸ ਅਸੀਂ ਰੈਗੂਲਰਲੀ ਮੀਟਿੰਗਸ ਕਰਦੇ ਰਹਿੰਦੇ ਆ। ਇਹ ਆਨਲਾਈਨ ਮੀਟਿੰਗਸ ਜਿਹੜੇ ਵੀ ਪੋਜ਼ਿਟਿਵ ਪੇਸ਼ੈਂਟਸ ਨੇ ਉਹਨਾਂ ਦੀਆਂ ਅਲੱਗ-ਅਲੱਗ ਕੁਐਰੀਜ਼ ਸੋਲਵ ਕਰਨ ਲਈ, ਜਾਂ ਉਹਨਾਂ ਦਾ ਕੁਝ ਰੋਜ਼ ਸਾਡਾ ਕਈ ਵਾਰੀ ਅਸੀਂ ਡਾਈਟ ਦੇ ਰਿਲੇਟਿਡ ਡਿਸਕਸ਼ਨ ਕਰਦੇ ਹਾਂ, ਕਈ ਵਾਰੀ ਕੋਈ ਡਾਕਟਰ ਮੈਡੀਕਲ ਸਪੈਸ਼ਲਿਸਟ ਹੁੰਦੇ ਨੇ ਉਹਨਾਂ ਦੇ ਨਾਲ ਡਿਸਕਸ਼ਨ ਹੁੰਦੀ ਹੈ, ਯੋਗਾ ਸੈਸ਼ਨਸ ਰੱਖਦੇ ਹਾਂ, ਤੇ ਇਸ ਤੋਂ ਇਲਾਵਾ ਕਈ ਵਾਰ ਸਾਈਕੈਟ੍ਰਿਕ ਡਾਕਟਰ ਜਿਹੜੀ ਆਪਣੀ ਐਂਜ਼ਾਈਟੀ ਰਿਲੇਟਿਡ ਇਸ਼ੂਜ਼ ਨੇ ਉਹਨਾਂ ਦੇ ਰਿਲੇਟਿਡ ਆਪਣੇ ਨਾਲ ਡਿਸਕਸ ਕਰਦੇ ਆ। ਉਹ ਸਾਰੀਆਂ ਮੀਟਿੰਗਸ ਅਸੀਂ ਰਿਕਾਰਡ ਵੀ ਕਰਦੇ ਹਾਂ। ਅੱਜ ਵਾਲੀ ਮੀਟਿੰਗ ਵੀ ਅਸੀਂ ਨਾਲ ਰਿਕਾਰਡ ਕਰ ਰਹੇ ਹਾਂ, ਤਾਂ ਕਿ ਜਿਹੜੇ ਬੰਦੇ ਅੱਜ ਨਹੀਂ ਪਾਰਟਿਸਿਪੇਟ ਕਰ ਰਹੇ ਜਾਂ ਜਿਹੜੇ ਅੱਗੇ ਫਿਊਚਰ ਦੇ ਵਿੱਚ ਪੋਜ਼ਿਟਿਵ ਆਣਗੇ ਉਹ ਵੀ ਇਸ ਤੋਂ ਗੇਨ ਕਰ ਸਕਣ। ਜਿਹੜੀਆਂ ਅਸੀਂ ਮੀਟਿੰਗਸ ਪਹਿਲਾਂ ਕੀਤੀਆਂ ਨੇ, ਅਰਾਊਂਡ 10 ਮੀਟਿੰਗਸ ਅਸੀਂ ਆਲਰੇਡੀ ਕਰ ਚੁੱਕੇ ਹਾਂ। ਉਹਦਾ ਵੀ ਲਿੰਕਸ ਜਿਹੜੇ ਨੇ ਉਹ ਡਿਫਰੈਂਟ ਗਰੁੱਪਸ ਦੇ ਵਿੱਚ ਸ਼ੇਅਰ ਕੀਤੇ ਹੋਏ ਨੇ। ਜੇ ਤੁਸੀਂ ਉਸ ਤੋਂ ਬਾਅਦ ਜੁਆਇਨ ਕੀਤਾ ਹੈ, ਤੁਹਾਨੂੰ ਹਜੇ ਉਹ ਲਿੰਕ ਨਹੀਂ ਮਿਲਿਆ ਹੈਗਾ, ਤਾਂ ਤੁਸੀਂ ਆਪਣੇ ਜਿਹੜੇ ਵੀ ਰਿਸਪੈਕਟਿਵ ਗਰੁੱਪਸ ਦੇ ਵਿੱਚ ਤੁਸੀਂ ਜੁਆਇਨ ਹੈਗੇ ਹੋ ਉਹਨਾਂ ਨੂੰ ਤੁਸੀਂ ਰਿਕੁਐਸਟ ਕਰਕੇ ਉਹ ਲਿੰਕਸ ਮੰਗਵਾ ਸਕਦੇ ਹੋ, ਤਾਂ ਕਿ ਜਿਹੜੀਆਂ ਵੀ ਪੁਰਾਣੀਆਂ ਮੀਟਿੰਗਸ ਦੇ ਵਿੱਚ ਡਿਸਕਸ਼ਨ ਹੋਈਆਂ ਨੇ ਉਹਨਾਂ ਨੂੰ ਵੀ ਤੁਸੀਂ ਸੁਣ ਸਕੋ। ਅੱਜ ਦੀ ਜਿਹੜੀ ਮੀਟਿੰਗ ਹੈ ਉਹ ਅੱਜ ਜਿਹੜਾ ਆਪਣਾ ਮੇਨ ਮੋਟਿਵ ਹੈ, ਜਿਹੜਾ ਮੇਨ ਟੌਪਿਕ ਹੈ ਉਹ ਹੈਗਾ ਰਿਲੇਟਿਡ ਟੂ ਅੱਛਾ, ਇੱਕ ਮੈਨੂੰ ਮੈਸੇਜ ਆਇਆ ਸਤਨਾਮ ਸਿੰਘ ਜੀ ਦਾ ਕਿ ਵੌਇਸ ਨਹੀਂ ਆ ਰਹੀ। ਆਈ ਥਿੰਕ ਉਹਨਾਂ ਦੀ ਵੌਇਸ ਨਹੀਂ ਕਨੈਕਟ ਹੋਈ। ਵੌਇਸ ਬਾਕੀਆਂ ਨੂੰ ਆ ਰਹੀ ਹੈ? ਇੱਕ ਵਾਰ ਹੈਂਡ ਰੇਜ਼ ਕਰ ਦਿਓ ਜਿਨ੍ਹਾਂ ਨੂੰ ਵੌਇਸ ਆ ਰਹੀ ਹੈ। ਓਕੇ, ਆ ਰਹੀ ਹੈ ਸਰ, ਆ ਰਹੀ ਹੈ। ਥੈਂਕ ਯੂ। ਆਲਮੋਸਟ ਸਾਰਿਆਂ ਨੂੰ ਆ ਰਹੀ ਹੈ। ਹਾਂਜੀ, ਇੱਕ ਮੇਰੇ ਇਹ ਹੈ ਕਿ ਆਪਣੇ ਆਪ ਨੂੰ ਹਾਂਜੀ ਮਿਊਟ ਹੀ ਰੱਖੋ, ਤਾਂ ਕਿ ਵੌਇਸ ਜਿਹੜੀ ਹੈ ਬੈਕਗ੍ਰਾਉਂਡ ਨੋਇਸ ਨਾ ਆਵੇ। ਜਿਨ੍ਹਾਂ ਨੇ ਆਪਣੇ ਆਪ ਨੂੰ ਅਨਮਿਊਟ ਕੀਤਾ ਇੱਕ ਵਾਰ ਮਿਊਟ ਕਰ ਲਓ ਕਾਈਂਡਲੀ ਦੁਬਾਰਾ। ਹਾਂਜੀ, ਅੱਛਾ ਜੀ, ਇਹ ਜਿਹੜੀ ਅੱਜ ਦੀ ਮੀਟਿੰਗ ਦਾ ਜਿਹੜਾ ਏਜੰਡਾ ਹੈ ਮੇਨਲੀ ਉਹ ਰਿਲੇਟਿਡ ਟੂ ਆਪਣਾ ਜਿਹੜੇ ਐਂਜ਼ਾਈਟੀ ਇਸ਼ੂਜ਼ ਨੇ, ਕਿਉਂਕਿ ਕਾਫੀ ਲੋਕਾਂ ਦਾ ਅਸੀਂ ਇਹ ਦੇਖਿਆ ਹੈਗਾ ਕਿ ਕੁਐਰੀਜ਼ ਆਉਂਦੀਆਂ ਰਹਿੰਦੀਆਂ ਨੇ ਕਿ ਸਾਨੂੰ ਬੜੀ ਘਬਰਾਹਟ ਹੋ ਰਹੀ ਹੈ, ਕਈਆਂ ਨੂੰ ਨੀਂਦ ਨਹੀਂ ਆ ਰਹੀ ਹੈਗੀ, ਤਾਂ ਕਾਫੀ ਵਾਰੀ ਕਈ ਇਸ ਚੀਜ਼ ਨੂੰ ਲਾਈਕ ਐਕਸੈਪਟ ਨਹੀਂ ਕਰ ਪਾ ਰਹੇ ਕਿ ਸਾਨੂੰ ਵੀ ਕੋਵਿਡ ਹੋ ਗਿਆ, ਬਟ ਜਦਕਿ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ, ਕਿਉਂਕਿ ਬਹੁਤ ਸਾਰੇ ਲੋਕ ਠੀਕ ਹੋ ਰਹੇ ਨੇ, ਸਾਰੇ ਹੀ ਠੀਕ ਹੋ ਰਹੇ ਨੇ ਆਲਮੋਸਟ। ਤਾਂ ਇਹ ਜਿਹੜੀ ਅਸੀਂ ਇਹ ਹੈਲਪਲਾਈਨ ਜਿਹੜੇ ਤੁਹਾਨੂੰ WhatsApp ਦੇ ਵਿੱਚ ਵੀ ਐਡ ਕੀਤਾ, ਇਹ ਵੀ ਇਸੇ ਲਈ ਐਡ ਕੀਤਾ ਕਿ ਜਿਹੜੀ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਅਸੀਂ ਤੁਹਾਡਾ ਉਹਦਾ ਸੋਲੂਸ਼ਨ ਦੇ ਸਕੀਏ, ਜਾਂ ਅਗਰ ਕੋਈ ਡਾਕਟਰੀ ਹੈਲਪ ਦੀ ਲੋੜ ਹੈ ਤਾਂ ਤੁਸੀਂ ਉਹ ਸਾਰੀ ਟਾਈਮਲੀ ਮਿਲ ਸਕੇ। ਤਾਂ ਕੋਈ ਵੀ ਇਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੈ, ਪਰ ਕਈ ਵਾਰੀ ਇਦਾਂ ਵੀ ਹੋ ਜਾਂਦਾ ਕਿ ਆਪਾਂ ਖੁਦ ਨਾ ਚਾਹੁੰਦੇ ਹੋਏ ਵੀ ਲਾਈਕ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਨੂੰ ਘਬਰਾਹਟ ਨਾ ਹੋਵੇ, ਆਪਾਂ ਨੂੰ ਐਂਜ਼ਾਈਟੀ ਨਾ ਹੋਵੇ, ਆਪਾਂ ਨੂੰ ਨੀਂਦ ਆ ਜਾਵੇ, ਬਟ ਫਿਰ ਵੀ ਨਹੀਂ ਆ ਪਾਉਂਦੀ ਹੈਗੀ, ਕਿਉਂਕਿ ਆਪਣਾ ਲਾਈਫ ਸਟਾਈਲ ਕੁਝ ਇਦਾਂ ਦਾ ਹੋ ਚੁੱਕਿਆ ਹੈਗਾ, ਕੁਝ ਸਟ੍ਰੈਸ ਹੈ ਹੀ ਹੈ ਬਿਲਕੁਲ ਬਿਮਾਰੀ ਦਾ, ਤੇ ਉਸ ਤੋਂ ਇਲਾਵਾ ਵੀਕਨੈਸ ਜਾਂ ਹੋਰ ਇਸ਼ੂਜ਼ ਵੀ ਨੇ। ਅੱਜ ਆਪਾਂ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਇੱਕ ਆਪਾਂ ਮੈਡੀਟੇਸ਼ਨ ਡਿਸਕਸ ਕਰਾਂਗੇ, ਜਿਹੜੀ ਕਿ ਬੜੀ ਸਾਇੰਟਿਫਿਕ ਮੈਡੀਟੇਸ਼ਨ ਹੈਗੀ ਹੈ। C2A ਮੈਡੀਟੇਸ਼ਨ ਦਾ ਨਾਮ ਹੈਗਾ ਇਹ, ਜਿਹੜੀ ਕਿ ਕਿਸੇ ਤੁਸੀਂ ਸਾਇੰਸ ਦਾ ਬੇਸਿਸ ਹੈ ਉਸਦਾ ਪੂਰਾ, ਤੁਸੀਂ ਉਹ ਫੋਲੋ ਕਰ ਸਕਦੇ ਹੋ, ਜਿਹੜੀ ਕਿ ਤੁਹਾਨੂੰ ਸਟ੍ਰੈਸ ਰਿਲੀਵਿੰਗ ਦੇ ਵਿੱਚ ਹੈਲਪ ਕਰੇਗੀ। ਇਸ ਤੋਂ ਇਲਾਵਾ ਤੁਹਾਡੀ ਨੀਂਦ ਤੁਹਾਨੂੰ ਪ੍ਰੋਪਰ ਆਵੇ ਉਹਦੇ ਵਿੱਚ ਹੈਲਪ ਕਰੇਗੀ। ਅਦਰਵਾਈਜ਼ ਵੀ ਰੂਟੀਨ ਦੇ ਵਿੱਚ ਵੀ ਤੁਸੀਂ ਉਸ ਨੂੰ ਕਰ ਸਕਦੇ ਹੋ, ਨਾਰਮਲ ਪੇਸ਼ੈਂਟਸ ਵੀ ਕਰ ਸਕਦੇ, ਕੋਈ ਵੀ ਮਤਲਬ ਨਾਰਮਲ ਪਰਸਨਸ ਵੀ ਕਰ ਸਕਦੇ ਆ, ਤੇ ਉਹ ਅਦਰਵਾਈਜ਼ ਵੀ ਤੁਹਾਡੀ ਐਫੀਸ਼ੀਐਂਸੀ ਵਧਾਉਣ ਦੇ ਵਿੱਚ, ਤੁਹਾਨੂੰ ਸਟ੍ਰੈਸ ਫ੍ਰੀ ਰੱਖਣ ਦੇ ਵਿੱਚ ਉਹ ਤੁਹਾਡੀ ਹੈਲਪ ਕਰਦੀ ਹੈਗੀ ਹੈ। ਤਾਂ ਇਹ ਆਪਾਂ ਜਿਹੜੀ ਹੋਏਗੀ ਮੈਡੀਟੇਸ਼ਨ ਮੈਂ ਤੁਹਾਨੂੰ ਗਾਈਡ ਕਰਦਾ ਰਹਾਂਗਾ। ਆਲਮੋਸਟ 25 ਮਿੰਟ ਦੀ ਮੈਡੀਟੇਸ਼ਨ ਹੋਏਗੀ, 20-25 ਮਿੰਟ ਦੀ। ਇਹ ਇਦਾਂ ਦੀ ਮੈਡੀਟੇਸ਼ਨ ਹੈ ਜਿਹੜੀ ਤੁਸੀਂ ਖੁਦ ਵੀ ਉਸ ਤੋਂ ਬਾਅਦ ਰੂਟੀਨ ਦੇ ਵਿੱਚ ਆਪਣੇ ਉਸ ਨੂੰ ਫੋਲੋ ਕਰ ਸਕਦੇ ਹੋ। ਤਾਂ ਉਸ ਦੇ ਵਿੱਚ ਮੈਂ ਤੁਹਾਨੂੰ ਗਾਈਡਲਾਈਨਸ ਜਿਹੜੀਆਂ ਹੈਗੀਆਂ ਪਹਿਲਾਂ ਥੋੜੀਆਂ ਜਿਹੀਆਂ ਦੱਸ ਦੂੰਗਾ ਕਿ ਕਿੱਦਾਂ ਆਪਾਂ ਕਰਾਂਗੇ। ਫਿਰ ਜਦੋਂ ਆਪਾਂ ਮੈਡੀਟੇਸ਼ਨ ਕਰ ਰਹੇ ਹੋਵਾਂਗੇ ਤਾਂ ਆਪਾਂ ਆਈਜ਼ ਕਲੋਜ਼ ਕਰਕੇ ਕਰਾਂਗੇ, ਤਾਂ ਕਿ ਉਸ ਦਾ ਮੈਕਸਿਮਮ ਬੈਨੀਫਿਟ ਆਪਾਂ ਨੂੰ ਮਿਲ ਸਕੇ। ਮੈਡੀਟੇਸ਼ਨ ਜਿਹੜੇ ਜਿਨ੍ਹਾਂ ਨੇ ਫਸਟ ਟਾਈਮ ਕੀਤੀ ਹੈ, ਮੇਬੀ ਉਹਨਾਂ ਨੂੰ ਥੋੜੀ ਜੀ ਔਖੀ ਲੱਗੇ, ਜਾਂ ਉਹਨਾਂ ਨੂੰ ਪੂਰਾ ਸਮਝ ਔਖੀ ਨਹੀਂ ਲੱਗੇਗੀ, ਬਟ ਮੇਬੀ ਉਹਨਾਂ ਨੂੰ ਪੂਰੇ ਸਟੈਪ ਸਮਝ ਨਾ ਆਉਣ।
ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ। ਜੇ ਤੁਸੀਂ ਕੋਈ ਇਸ ਦੇ ਵਿੱਚ ਇਦਾਂ ਨਹੀਂ ਹੈ ਕਿ ਗਲਤ ਕਰੋਗੇ ਤਾਂ ਕੋਈ ਸਾਈਡ ਇਫੈਕਟ ਹੋਏਗਾ, ਕਿਉਂਕਿ ਬੜਾ ਸਿੰਪਲ ਜਿਹੇ ਸਟੈਪਸ ਹੈਗੇ ਆ। ਤਾਂ ਜਿੰਨੇ ਤੁਹਾਨੂੰ ਸਮਝ ਆਉਂਦੀ ਹੈ ਤੁਸੀਂ ਉਵੇਂ ਕੰਟੀਨਿਊ ਕਰਦੇ ਰਹੀਓ। ਉਹਦੇ ਵਿੱਚ ਇਦਾਂ ਦੀ ਗੱਲ ਨਹੀਂ ਹੈਗੀ ਕਿ ਤੁਸੀਂ ਗਲਤ ਤਾਂ ਨਹੀਂ ਕਰ ਰਹੇ, ਕੁਝ ਉਹਦੇ ਵਿੱਚ ਗਲਤ ਹੋਣ ਦੇ ਚਾਂਸਸ ਨਹੀਂ ਹੈਗੇ। ਤਾਂ ਕਰਕੇ ਇਸ ਕਰਕੇ ਤੁਸੀਂ ਉਹਨੂੰ ਕਾਈਂਡਲੀ ਲਗਾਤਾਰ ਕੰਟੀਨਿਊ ਕਰਿਓ, ਤਾਂ ਕਿ ਤੁਸੀਂ ਉਹਦਾ 20-25 ਮਿੰਟ ਤੋਂ ਬਾਅਦ ਜਦੋਂ ਆਪਾਂ ਅੱਖਾਂ ਖੋਲਾਂਗੇ ਉਸਦਾ ਬੈਨੀਫਿਟ ਤੁਸੀਂ ਦੇਖ ਸਕੋ, ਫੀਲ ਕਰ ਸਕੋ। ਤਾਂ ਇੱਕ ਤਾਂ ਮੇਰੀ 5 ਮਿੰਟ ਬਾਅਦ ਆਪਾਂ ਉਹ ਸਟਾਰਟ ਕਰਾਂਗੇ ਪ੍ਰੋਸੈਸ। ਉਸ ਤੋਂ ਪਹਿਲਾਂ ਕਾਈਂਡਲੀ ਤੁਸੀਂ ਇਹ ਕਰ ਸਕਦੇ ਹੋ ਕਿ ਜੇ ਤੁਹਾਡੇ ਕੋਲ ਬੈਠਣ ਦੀ ਆਪਣੀ ਜਗ੍ਹਾ ਸੁਟੇਬਲ ਜਗ੍ਹਾ ਬਣਾ ਸਕਦੇ ਹੈਗੇ ਹੋ, ਤਾਂ ਕਿ ਤੁਹਾਡੇ ਆਸੇ-ਪਾਸੇ ਸਮਾਨ ਜਿਹੜਾ ਹੈਗਾ ਇਦਾਂ ਨਾ ਹੋਵੇ ਕਿ ਤੁਹਾਡੀਆਂ ਬਾਹਾਂ ਨੂੰ ਟੱਚ ਕਰੇ, ਕਿਉਂਕਿ ਥੋੜੀ ਜੀ ਆਪਾਂ ਨੂੰ ਸਪੇਸ ਚਾਹੀਦੀ ਹੋਏਗੀ ਬੈਠਣ ਦੇ ਲਈ। ਤੁਸੀਂ ਚੇਅਰ ਤੇ ਬੈਠ ਕੇ ਵੀ ਕਰ ਸਕਦੇ ਹੋ, ਤੁਸੀਂ ਬੈੱਡ ਤੇ ਬੈਠੇ ਹੋਏ ਹੋ ਸਿੱਧਾ ਤਾਂ ਬੈੱਡ ਤੇ ਬੈਠ ਕੇ ਵੀ ਕਰ ਸਕਦੇ ਹੋ, ਜਿਹੜੇ ਤੁਸੀਂ ਕੱਪੜੇ ਪਾਏ ਹੋਏ ਆ ਉਹਨਾਂ ਦੇ ਵਿੱਚ ਹੀ ਕਰ ਸਕਦੇ ਹੋ। ਬਟ ਇਹ ਹੈ ਕਿ ਥੋੜਾ ਜਿਹਾ ਆਸੇ-ਪਾਸੇ ਸਪੇਸ ਬਣਾ ਲਓ ਥੋੜੀ। ਬਾਕੀ ਡਿਸਟਰਬੈਂਸ ਤਾਂ ਆਈ ਥਿੰਕ ਤੁਹਾਨੂੰ ਕੋਈ ਨਹੀਂ ਕਰੇਗਾ, ਕਿਉਂਕਿ ਤੁਸੀਂ ਆਲਰੇਡੀ ਆਈਸੋਲੇਟਿਡ ਹੋ। ਪਰ ਫਿਰ ਵੀ ਜੇ ਕਿਸੇ ਨੂੰ ਤੁਸੀਂ ਕੁਝ ਕਹਿਣਾ ਹੈ ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਹਾਫ ਐਨ ਆਵਰ ਅਸੀਂ ਅਗਲਾ ਸਾਨੂੰ ਡਿਸਟਰਬ ਨਾ ਕੀਤਾ ਜਾਵੇ, ਅਸੀਂ ਥੋੜੀ ਮੈਡੀਟੇਸ਼ਨ ਕਰ ਰਹੇ ਹਾਂ। ਬਾਕੀ ਜੇ ਤੁਸੀਂ ਆਪਣੇ ਕੈਮਰਾਸ ਔਨ ਕਰ ਲਓਗੇ ਤਾਂ ਥੋੜਾ ਮੈਨੂੰ ਵੀ ਪਤਾ ਲੱਗ ਜਾਏਗਾ ਕਿੱਦਾਂ ਕਿੱਦਾਂ ਹੋ ਰਿਹਾ, ਤਾਂ ਮੈਂ ਉਹਦੇ ਅਕੋਰਡਿੰਗਲੀ ਆਪਾਂ ਥੋੜੇ ਇਨਸਟਰਕਸ਼ਨਸ ਤੁਹਾਨੂੰ ਮੈਨੂੰ ਪਤਾ ਲੱਗਦਾ ਰਹੇਗਾ ਕਿ ਤੁਸੀਂ ਸਹੀ ਤਰੀਕੇ ਨਾਲ ਕਰ ਰਹੇ ਹੋ ਜਾਂ ਕਰ ਪਾ ਰਹੇ ਹੋ ਉਸਨੂੰ। ਜਿਹੜੇ ਵੀ ਕੋਈ ਬੈਠੇ ਹੋਏ ਆ ਮੇਰੀ ਉਹਨਾਂ ਨੂੰ ਇੱਕ ਵਾਰ ਇਹ ਹੈ ਕਿ ਕਾਈਂਡਲੀ ਨਾਲ ਜ਼ਰੂਰ ਕਰਿਓ, ਜਿਹੜੇ ਵੀ ਇੱਕ ਵਾਰੀ ਕਰਕੇ ਦੇਖੋ। ਮੇਬੀ ਤੁਹਾਨੂੰ ਜਿਹੜੇ ਫਸਟ ਟਾਈਮ ਮੈਡੀਟੇਸ਼ਨ ਕਰਦੇ ਆ ਕਈ ਵਾਰ ਉਹਨਾਂ ਨੂੰ ਇਦਾਂ ਦਾ ਐਕਸਪੀਰੀਅੰਸ ਹੁੰਦਾ, ਇੰਨੀ ਕਾਮਨੈਸ ਆ ਜਾਂਦੀ ਹੈ ਜਿਹੜੀ ਉਹਨਾਂ ਨੇ ਕਦੇ ਵੀ ਐਕਸਪੀਰੀਅੰਸ ਨਹੀਂ ਕੀਤੀ ਹੁੰਦੀ। ਓਕੇ ਜੀ, ਇੱਕ ਵਾਰੀ ਮੈਂ ਬਾਕੀ ਸਾਰੇ ਪਾਰਟਿਸਪੈਂਟਸ ਨੂੰ ਮਿਊਟ ਕਰ ਦਿੰਨਾ ਹਾਂ। ਜੇ ਕਿਸੇ ਦੀ ਕੋਈ ਕੁਐਰੀ ਹੈ ਰਿਲੇਟਡ, ਉਹ ਇੱਕ ਵਾਰ ਆਪਦੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਆ। ਜੇ ਕਿਸੇ ਦੀ ਕੋਈ ਇਸੇ ਦੇ ਰਿਲੇਟਡ ਕੁਐਰੀ ਹੈ, ਮੈਡੀਟੇਸ਼ਨ ਦੇ ਰਿਲੇਟਡ ਕੁਝ ਕੁਐਰੀ ਹੈ, ਲਾਈਕ ਕਿਸ ਤਰ੍ਹਾਂ ਕਰਨਾ ਹੈ। ਅਦਰਵਾਈਜ਼ ਆਈ ਥਿੰਕ ਮੈਂ ਵੈਸੇ ਦੱਸ ਹੀ ਦਿੱਤਾ ਹੈ ਕਿ ਬੜੀ ਈਜ਼ੀ ਹੈ, ਸਿੰਪਲੀ ਤੁਸੀਂ ਕਿਤੇ ਵੀ ਬੈਠ ਕੇ ਕਰ ਸਕਦੇ ਹੋ। ਫਿਰ ਵੀ ਕੋਈ ਇਸ ਦੇ ਰਿਲੇਟਡ ਕੁਐਰੀ ਹੈ ਤਾਂ ਕੋਈ ਪੁੱਛ ਸਕਦਾ ਹੈ। ਅਮਨਦੀਪ ਜੀ, ਹਾਂਜੀ। ਹੈਲੋ, ਹਾਂਜੀ ਅਮਨਦੀਪ ਜੀ। ਹਾਂਜੀ ਸਰ, ਮੈਂ ਹੋਇਆ ਵਾ ਹਾਂਜੀ ਪਿਛਲੇ ਸਮੇਂ ਤੋਂ। ਆਵਾਜ਼ ਨਹੀਂ ਆ ਰਹੀ ਦੂਸਰਾ ਤੁਹਾਡੀ। ਮੈਂ ਜਿਹੜਾ ਆਪਣਾ ਡੀਸੀ ਸੈੱਲ ਦੇ ਵਿੱਚ ਤੁਸੀਂ ਅਮਨਦੀਪ ਜੀ, ਆਪਾਂ ਬਾਕੀ ਕੁਐਰੀਜ਼ ਬਾਅਦ ਦੇ ਵਿੱਚ ਲਵਾਂਗੇ। ਜੇ ਮੈਡੀਟੇਸ਼ਨ ਦੇ ਰਿਲੇਟਡ ਕੁਝ ਕੁਐਰੀ ਹੈ ਤਾਂ ਜਸਟ ਉਹ ਆਪਾਂ ਬਾਅਦ ਦੇ ਵਿੱਚ ਆਪਾਂ ਲਵਾਂਗੇ। ਨਹੀਂ ਤੁਸੀਂ ਕਰ ਲਓ। ਠੀਕ ਹੈ ਜੀ, ਥੈਂਕ ਯੂ। ਚਲੋ ਠੀਕ ਹੈ ਜੀ, ਆਈ ਥਿੰਕ ਆਪਾਂ ਸਟਾਰਟ ਕਰ ਸਕਦੇ ਹਾਂ। ਬਟ ਹਜੇ ਵੀ ਜਿਹੜੇ ਕੁਝ ਪਾਰਟਿਸਪੈਂਟਸ ਜਿਹੜੇ ਲਾਈਕ ਚਰਨਜੀਤ ਜੀ ਜਾਂ ਡਾਕਟਰ ਰਿੰਕੀ, ਕਾਈਂਡਲੀ ਜੇ ਤੁਸੀਂ ਵੀ ਨਾਲ ਕਰੋ ਤਾਂ ਇਹ ਅੱਛਾ ਰਹੇਗਾ। ਬਾਕੀ ਤਾਂ ਆਈ ਥਿੰਕ ਪੋਜੀਸ਼ਨਸ ਦੇ ਵਿੱਚ ਆਏ ਹੋਏ ਨੇ, ਮੈਡੀਟੇਸ਼ਨ ਕਰਨ ਦੇ ਲਈ ਤਿਆਰ ਨੇ। ਓਕੇ ਠੀਕ ਹੈ ਜੀ, ਬਾਕੀ ਵੀ ਜੇ ਕੈਮਰਾਜ਼ ਔਨ ਕਰ ਸਕੋ ਤਾਂ ਕੈਮਰਾਜ਼ ਔਨ ਕਰ ਲਓ। ਅਰਾਊਂਡ 55 ਪਾਰਟਿਸਪੈਂਟਸ ਜੁੜ ਚੁੱਕੇ ਆਪਣੇ ਨਾਲ। ਜਿਹੜੇ ਪਾਰਟਿਸਪੈਂਟਸ ਰੀਸੈਂਟਲੀ ਯੈਸ, ਹਾਂਜੀ ਇੰਦਰਪ੍ਰੀਤ ਸਿੰਘ ਜੀ ਦਾ ਮੈਸੇਜ ਹੈ, ਰੈਡੀ ਨੇ ਉਹ। ਤਾਂ ਮੈਂ ਦੁਬਾਰਾ ਤੋਂ ਜਿਹੜੇ ਪਾਰਟਿਸਪੈਂਟਸ ਰੀਸੈਂਟਲੀ ਜੁਆਇਨ ਕੀਤੇ ਉਹਨਾਂ ਨੂੰ ਦੱਸਦਾ ਕਿ ਆਪਾਂ ਨੈਕਸਟ ਹਾਫ ਐਨ ਆਵਰ ਦੇ ਲਈ ਆਪਾਂ ਇੱਕ ਮੈਡੀਟੇਸ਼ਨ ਇੱਕ ਪ੍ਰੋਸੈਸ ਕਰਨ ਲੱਗੇ ਹਾਂ। ਤਾਂ ਉਹ ਪ੍ਰੋਸੈਸ ਦੇ ਵਿੱਚ ਮੈਂ ਤੁਹਾਨੂੰ ਗਾਈਡ ਕਰਦਾ ਰਹੂੰਗਾ, ਤੁਸੀਂ ਨਾਲ ਉਵੇਂ ਮੈਡੀਟੇਸ਼ਨ ਕਰਨੀ ਹੈ। ਬੜੀ ਈਜ਼ੀ ਜੀ ਪ੍ਰੋਸੈਸ ਹੈਗੀ ਹੈ। ਉਹਦੇ ਵਿੱਚ ਉਹਦੇ ਸਟੈਪਸ ਪਹਿਲਾਂ ਮੈਂ ਤੁਹਾਨੂੰ ਡਿਸਕ੍ਰਾਈਬ ਕਰ ਦਿੰਦਾ, ਉਸ ਤੋਂ ਬਾਅਦ ਮੈਂ ਤੁਹਾਨੂੰ ਪਿੱਛੋਂ ਗਾਈਡ ਕਰਦਾ ਰਹੂੰਗਾ, ਤੁਸੀਂ ਅੱਖਾਂ ਬੰਦ ਕਰਕੇ ਕਰਨਾ ਹੈਗਾ। ਤਾਂ ਉਹਦੇ ਪਹਿਲੇ ਸਟੈਪ ਦੇ ਵਿੱਚ ਹੋਏਗਾ ਭਸਤ੍ਰਿਕਾ। ਭਸਤ੍ਰਿਕਾ ਇੱਕ ਪ੍ਰਾਣਾਯਾਮ ਹੈ, ਬਰੀਥਿੰਗ ਐਕਸਰਸਾਈਜ਼ ਹੈਗੀ ਹੈ, ਜਿਹੜੀ ਕਿ ਇੱਕਦਮ ਆਪਣੇ ਆਪ ਨੂੰ ਲਾਈਕ એનર્ਜੀ ਲੈਵਲ ਆਪਣੇ ਬੂਸਟ ਕਰਦੀ ਹੈਗੀ ਹੈ। ਤਾਂ ਭਸਤ੍ਰਿਕਾ ਕਰਨ ਦਾ ਤਰੀਕਾ ਕੀ ਹੈ ਕਿ ਆਪਾਂ ਜਿਹੜੀਆਂ ਆਪਣੀਆਂ ਹੱਥ ਨੇ ਉਹਨਾਂ ਨੂੰ ਆਪਾਂ ਆਪਣੇ ਮੋਢਿਆਂ ਦੇ ਕੋਲ ਲੈ ਕੇ ਆਵਾਂਗੇ, ਇਸ ਤਰ੍ਹਾਂ ਮੁੱਠੀਆਂ ਬੰਦ ਕਰ ਲਾਂਗੇ। ਤੇ ਉਸ ਤੋਂ ਬਾਅਦ ਜਦੋਂ ਆਪਾਂ ਸਾਹ ਲੈਣਾ ਤਾਂ ਇਹ ਮੁੱਠੀਆਂ ਉੱਪਰ ਚਲੀਆਂ ਜਾਣਗੀਆਂ ਤੇ ਖੁੱਲ ਜਾਣਗੀਆਂ ਪੂਰੀ ਦੇ ਪੂਰੀ। ਠੀਕ ਹੈ ਜੀ। ਤੇ ਜਦੋਂ ਸਾਹ ਲਵਾਂਗੇ, ਜਦੋਂ ਸਾਹ ਛੱਡਾਂਗੇ ਤਾਂ ਇਹ ਵਾਪਿਸ ਆ ਕੇ ਉਸ ਪੋਜੀਸ਼ਨ ਦੇ ਉੱਤੇ ਆ ਜਾਣਗੇ। ਜਦੋਂ ਸਾਹ ਲਵਾਂਗੇ ਉੱਪਰ, ਜਦੋਂ ਸਾਹ ਛੱਡਾਂਗੇ ਨੀਚੇ। ਤਾਂ ਇਹ ਥੋੜਾ ਜਿਹਾ ਜ਼ੋਰ ਨਾਲ ਸਾਹ ਲਵਾਂਗੇ ਤੇ ਜ਼ੋਰ ਨਾਲ ਛੱਡਾਂਗੇ। ਪਰ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ, ਹਾਈ ਬੀਪੀ ਦੀ ਪ੍ਰੋਬਲਮ ਹੈ, ਉਹ ਇਸ ਨੂੰ ਈਜ਼ੀਲੀ ਆਰਾਮ ਨਾਲ ਕਰਨਗੇ। ਉਹ ਬਹੁਤੀ ਤੇਜ਼ੀ ਨਾਲ ਨਾ ਕਰਨ, ਕਿਉਂਕਿ ਬੀਪੀ
ਜਿਨ੍ਹਾਂ ਨੂੰ ਜ਼ਿਆਦਾ ਹੈ ਉਹਨਾਂ ਦੇ ਲਈ ਇਹ ਬੀਪੀ ਵੱਧ ਸਕਦਾ ਹੈ ਇਸ ਦੇ ਨਾਲ, ਇਸ ਕਰਕੇ ਉਹ ਈਜ਼ੀਲੀ ਕਰਨਗੇ। ਬਾਕੀ ਨੋਰਮਲ ਜਿਹੜੇ ਨੇ ਉਹ ਇਸ ਨੂੰ ਕਰ ਸਕਦੇ ਹੈਗੇ। ਸਾਹ ਲਓਗੇ ਉੱਪਰ, ਇਨਟੇਕ ਵੇਲੇ ਉੱਪਰ ਜਾਵਾਂਗੇ ਆਪਾਂ, ਜਦੋਂ ਐਕਸਹੇਲ ਕਰਾਂਗੇ ਨੀਚੇ, ਇਨਟੇਕ ਵੇਲੇ ਉੱਪਰ, ਐਕਸਹੇਲ ਕਰਾਂਗੇ ਨੀਚੇ। ਇਦਾਂ ਦੇ ਆਪਾਂ 2 ਰਾਉਂਡਸ ਕਰਾਂਗੇ ਜੀ। ਪਹਿਲੇ ਰਾਉਂਡ ਦੇ ਵਿੱਚ ਜਿਹੜਾ ਹੈਗਾ ਲਾਈਕ A to Z ਦੇ ਨਾਲ ਕਰਾਂਗੇ, ਤੇ ਸੈਕਿੰਡ ਵਾਲਾ ਰਾਉਂਡ ਜਿਹੜਾ ਹੈਗਾ ਉਹ ਆਪਾਂ ਰਿਵਰਸ ਕਾਊਂਟਿੰਗ ਕਰਾਂਗੇ 26 ਤੋਂ ਲੈ ਕੇ 1 ਤੱਕ। ਠੀਕ ਹੈ ਜੀ। ਲਾਈਕ ਮੈਂ ਪਿੱਛੋਂ ਕਾਊਂਟਿੰਗ ਕਰਦਾ ਰਹੂੰਗਾ, ਤੁਸੀਂ ਬਸ ਆਪਣੀ ਐਕਸਰਸਾਈਜ਼ ਇਦਾਂ ਹੀ ਬਸਤਰੀਕਾ ਦੇ ਜਿਹੜੇ ਲਾਈਕ 26 ਟਾਈਮ ਪਹਿਲੇ ਰਾਉਂਡ ਦੇ ਵਿੱਚ ਆਪਾਂ ਕਰਾਂਗੇ, ਤੇ 26 ਟਾਈਮ ਜਿਹੜੀ ਹੈਗੀ ਆਪਾਂ ਸੈਕਿੰਡ ਰਾਉਂਡ ਦੇ ਵਿੱਚ ਕਰਾਂਗੇ। ਠੀਕ ਹੈ ਜੀ। ਜਦੋਂ ਆਪਣਾ ਬਸਤਰੀਕਾ ਹੋ ਜਾਏਗਾ, ਉਸ ਤੋਂ ਬਾਅਦ ਜਿਹੜਾ ਆਪਣਾ ਨੈਕਸਟ ਸਟੈਪ ਹੋਏਗਾ, ਉਸ ਦੇ ਵਿੱਚ ਮੈਂ ਤੁਹਾਨੂੰ ਕਹਾਂਗਾ ਕਿ ਇੱਕ ਇੱਕ ਕਰਕੇ ਆਪਣੀ ਬੋਡੀ ਪਾਰਟਸ ਨੂੰ ਆਪਾਂ ਕੰਟਰੈਕਟ ਕਰਨਾ ਹੈ, ਰਿਲੈਕਸ। ਲਾਈਕ ਜਿਵੇਂ ਮੈਂ ਤੁਹਾਨੂੰ ਕਹੂੰਗਾ ਕਿ ਆਪਦੇ ਮੱਥੇ ਦੇ ਪੂਰਾ ਇਸ ਨੂੰ ਕੰਟਰੈਕਟ ਕਰ ਲਓ, ਤੁਸੀਂ ਸਾਰੀਆਂ ਮੱਥੇ ਦੀਆਂ ਮਸਲਸ ਨੂੰ ਕੰਟਰੈਕਟ ਕਰ ਲੈਣਾ, ਫਿਰ ਆਈਜ਼ ਦੀਆਂ ਮਸਲਸ ਨੂੰ ਕੰਟਰੈਕਟ ਕਰ ਲੈਣਾ। ਮਤਲਬ ਜਿਵੇਂ ਆਪਾਂ ਦੰਦ ਪੀਚਦੇ ਆ, ਜਿੱਦਾਂ ਇਦਾਂ ਕਰਕੇ ਦੰਦਾਂ ਨੂੰ ਕਰ ਲੈਣਾ ਹੈ, ਫਿਰ ਹੱਥਾਂ ਦੀਆਂ ਮੁੱਠੀਆਂ ਬਣਾ ਲੈਣੀ ਹੈ, ਪੈਰਾਂ ਨੂੰ ਪੂਰਾ ਮਸਲਸ ਨੂੰ ਕਰ ਲੈਣਾ ਹੈ, ਸਟ੍ਰੈਚ ਕਰ ਲੈਣਾ, ਜਿਵੇਂ ਆਪਾਂ ਅਕੜਨ ਆਈ ਹੁੰਦੀ ਹੈ, ਫਿਰ ਇੱਕਦਮ ਲੂਜ਼। ਮੈਂ ਤੁਹਾਨੂੰ ਦੱਸਦਾ ਰਹੂੰਗਾ ਉਵੇਂ ਫਿਰ ਲੂਜ਼ ਛੱਡ ਲੈਣਾ। ਇਦਾਂ ਆਪਾਂ 3 ਵਾਰ ਕਰਾਂਗੇ। ਇਹਦੇ ਨਾਲ ਆਪਣਾ ਸਾਰਾ ਜਿਹੜੇ ਬੋਡੀ ਦੇ ਆਰਗਨਸ ਹੈ ਇਹਨੂੰ ਰਿਲੈਕਸੇਸ਼ਨ ਤੇ ਕੰਟਰੈਕਸ਼ਨ ਟੈਕਨੀਕਸ ਹੁੰਦੀਆਂ, ਇਹਦੇ ਨਾਲ ਆਪਣੀਆਂ ਬੋਡੀ ਦੇ ਜਿਹੜੇ ਸਾਰੇ ਅਵੇਅਰਨੈਸ ਹੈ ਆਰਗਨਸ ਦੀ ਉਹ ਵੱਧ ਜਾਂਦੀ ਹੈਗੀ ਹੈ, ਤੇ ਰਿਲੈਕਸੇਸ਼ਨ ਇਸ ਦੇ ਨਾਲ ਆ ਜਾਂਦੀ ਹੈਗੀ ਹੈ। ਇਸ ਤੋਂ ਬਾਅਦ ਜਿਹੜਾ ਥਰਡ ਸਟੈਪ ਹੋਏਗਾ, ਉਸ ਦੇ ਵਿੱਚ ਮੈਂ ਤੁਹਾਨੂੰ ਆਈਜ਼ ਬੰਦ ਹੀ, ਕਿਉਂਕਿ ਇਸ ਪ੍ਰੋਸੈਸ ਦੇ ਵਿੱਚ ਰਹਿਣੀ ਹੈ, ਉਹਦੇ ਵਿੱਚ ਆਪਾਂ ਆਈਜ਼ ਨੂੰ ਅਪ ਰੋਲ ਕਰਨਾ। ਅਪ ਰੋਲ ਦਾ ਮਤਲਬ ਹੈ ਜਿਵੇਂ ਆਪਾਂ ਉੱਪਰ ਨੂੰ ਦੇਖ ਰਹੇ ਹੋਈਏ, ਥੋੜਾ ਜਿਹਾ ਤੁਸੀਂ ਛੱਤ ਵੱਲ ਨੂੰ ਦੇਖੋ ਤਾਂ ਆਪਣੀ ਅੱਖਾਂ ਉੱਪਰ ਨੂੰ ਚਲੀਆਂ ਜਾਂਦੀਆਂ, ਗਰਦਨ ਨਹੀਂ ਉੱਪਰ ਨੂੰ ਲੈ ਕੇ ਜਾਣੀ। ਦੇਖੋ ਗਰਦਨ ਸਿੱਧੀ ਹੀ ਰਹੂਗੀ ਪੂਰੀ ਪ੍ਰੋਸੈਸ ਦੇ ਵਿੱਚ, ਪਿੱਠ ਵੀ ਸਿੱਧੀ ਰਹੇਗੀ। ਤੁਸੀਂ ਆਈਜ਼ ਨੂੰ ਉੱਪਰ ਲੈ ਕੇ ਜਾਣਾ ਜੀ, ਸਿਰਫ ਜਸਟ ਆਈਜ਼ ਨੂੰ ਉੱਪਰ ਲੈ ਕੇ ਜਾਣਾ ਹੈਗਾ, ਗਰਦਨ ਸਿੱਧੀ ਹੀ ਰੱਖਣੀ ਹੈ, ਅੱਖਾਂ ਬੰਦ ਰੱਖ ਕੇ ਆਈਜ਼ ਨੂੰ ਉੱਪਰ ਲੈ ਕੇ ਜਾਣਾ ਹੈਗਾ। ਲਾਈਕ ਜਿਵੇਂ ਆਪਾਂ ਉੱਪਰ ਵੱਲ ਨੂੰ ਦੇਖ ਰਹੇ ਹੋਈਏ, ਅੱਖਾਂ ਅਦਰਵਾਈਜ਼ ਬੰਦ ਹੀ ਰਹਿਣਗੀਆਂ। ਇਹਦੇ ਨਾਲ ਇਹ ਮੈਡੀਟੇਟਿਵ ਸਟੇਟ ਹੁੰਦੀ ਹੈ। ਇਸ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਲਾਈਕ ਇੰਗਲਿਸ਼ ਦਾ ਜਿਹੜਾ ਸੀ ਲੈਟਰ ਹੈ, ਉਹਨੂੰ ਸੀ ਲੈਟਰ ਨੂੰ ਇਮੇਜਿਨ ਕਰਾਂਗੇ, ਸੀ 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 3 ਵਾਰ ਸੀ ਲੈਟਰ ਨੂੰ ਇਮੇਜਿਨ ਕਰਾਂਗੇ। ਫਿਰ ਮੈਂ ਤੁਹਾਨੂੰ ਕੁਝ ਦੱਸੂਗਾ ਕਿ ਇਦਾਂ ਦੀ ਫੀਲਿੰਗ ਤੁਸੀਂ ਕਰਨੀ ਹੈ। ਉਹਦੇ ਵਿੱਚ ਸੀ ਲੈਵਲ ਦੇ ਉੱਤੇ ਆਪਾਂ ਹੌਲੀ ਹੌਲੀ ਕਰਕੇ ਆਪਣੀ ਬੋਡੀ ਨੂੰ ਰਿਲੈਕਸ ਛੱਡਾਂਗੇ, ਮੈਂ ਤੁਹਾਨੂੰ ਦੱਸਦਾ ਜਾਊਂਗਾ, ਬੜਾ ਈਜ਼ੀ ਹੈਗਾ। ਉਸ ਤੋਂ ਬਾਅਦ ਫਿਰ ਐਵੇਂ ਅੱਖਾਂ ਨੂੰ ਬੰਦ ਕਰਕੇ ਆਪਾਂ ਬੀ ਲੈਵਲ ਦੇ ਉੱਤੇ ਜਾਵਾਂਗੇ, ਬੀ ਨੂੰ 3 ਵਾਰ ਦੇਖਾਂਗੇ, ਫਿਰ ਅੱਖਾਂ ਨੂੰ ਹੀ ਬੰਦ ਰੱਖਦੇ ਹੋਏ ਏ ਨੂੰ 3 ਵਾਰ ਦੇਖਾਂਗੇ। ਬਾਕੀ ਮੈਂ ਤੁਹਾਨੂੰ ਦੱਸਦਾ ਜਾਊਂਗਾ, ਉਵੇਂ ਉਵੇਂ ਤੁਸੀਂ ਕਰਦੇ ਜਾਣਾ ਹੈ। ਫਿਰ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਲਾਈਕ ਆਪਣੇ ਮਨ ਦੇ ਵਿੱਚ 100 ਤੋਂ ਲੈ ਕੇ 1 ਤੱਕ ਦੀ ਕਾਊਂਟਿੰਗ ਕਰਨੀ ਹੈ, ਫਿਰ ਆਪਾਂ ਹੌਲੀ ਹੌਲੀ ਕਿਵੇਂ ਵਾਪਿਸ ਆਣਾ। ਲਾਈਕ ਮੇਬੀ ਤੁਹਾਨੂੰ ਇੱਕ ਵਾਰ ਸੁਣਨ ਚ ਕੰਪਲੈਕਸ ਲੱਗ ਰਿਹਾ ਹੋਵੇ, ਬਟ ਬੜਾ ਈਜ਼ੀ ਪ੍ਰੋਸੈਸ ਹੈਗਾ। ਇੱਕ ਵਾਰੀ ਸਾਰੇ ਨਾਲ ਮੇਰੇ ਸਟਾਰਟ ਕਰੋਗੇ ਤਾਂ ਠੀਕ ਹੈ ਜੀ, ਸਟਾਰਟ ਕਰੀਏ। ਕੋਈ ਕਿਸੇ ਨੇ ਕੁਝ ਡਾਊਟ ਤਾਂ ਨਹੀਂ ਪੁੱਛਣਾ ਹੈਗਾ? ਠੀਕ ਹੈ ਜੀ। ਆਈਜ਼ ਬੰਦ ਕਰਕੇ ਕਰਾਂਗੇ ਜੀ ਸਾਰੇ ਜਾਣੇ। ਤਾਂ ਆਈਜ਼ ਬੰਦ ਕਰਕੇ ਆਪਾਂ ਜਿਹੜਾ ਹੈ ਪਹਿਲਾਂ ਆਪਣਾ ਧਿਆਨ, ਅੱਖਾਂ ਬੰਦ ਰੱਖਦੇ ਹੋਏ ਸਿੰਪਲ ਆਪਣਾ ਧਿਆਨ ਆਪਣੇ ਸਾਹ ਵੱਲ ਲੈ ਕੇ ਜਾਓ। ਪੂਰਾ ਸਾਹ ਦੀ ਗਤੀ ਨੂੰ, ਸਾਹ ਦੀ ਮੂਵਮੈਂਟ ਨੂੰ ਫੀਲ ਕਰੋ। ਫੀਲ ਕਰੋ ਕਿਸ ਤਰ੍ਹਾਂ ਸਾਹ ਤੁਹਾਡੇ ਅੰਦਰ ਜਾ ਰਿਹਾ ਹੈ, ਕਿਸ ਤਰ੍ਹਾਂ ਸਾਹ ਬਾਹਰ ਆ ਰਿਹਾ ਹੈ। ਪੂਰਾ ਧਿਆਨ ਸਿਰਫ ਸਾਹ ਵੱਲ। ਹੌਲੀ ਹੌਲੀ ਕਰਕੇ ਸਾਹ ਦੀ ਗਤੀ ਨੋਰਮਲ ਹੋ ਰਹੀ ਹੈ। ਆਪਣਾ ਪੂਰਾ ਧਿਆਨ ਅੱਖਾਂ ਬੰਦ ਰੱਖਦੇ ਹੋਏ ਸਾਹ ਵੱਲ ਲਗਾਵਾਂਗੇ। ਪੂਰਾ ਧਿਆਨ ਸਾਹ ਵੱਲ। ਆਪਣੇ ਹੱਥ ਮੁੱਠੀ ਬਣਾਉਂਦੇ ਹੋਏ ਆਪਣੇ ਸ਼ੋਲਡਰਸ ਦੇ ਕੋਲ ਲੈ ਕੇ ਆਵਾਂਗੇ। ਆਪਣੇ ਹੱਥ ਆਪਣੇ ਸ਼ੋਲਡਰ ਦੇ ਕੋਲ ਮੁੱਠੀ ਬਣਾਉਂਦੇ ਹੋਏ ਲੈ ਕੇ ਆਓ। ਇਨ ਦੀ ਆਵਾਜ਼ ਦੇ ਨਾਲ ਸਾਹ ਅੰਦਰ ਲਵਾਂਗੇ
ਤੇ ਜਦੋਂ ਅਲਫਾਬੈਟ ਕੋਈ ਬੋਲਿਆ ਜਾਏਗਾ ਉਦੋਂ ਸਾਹ ਛੱਡਦੇ ਹੋਏ ਨੀਚੇ ਲੈ ਕੇ ਆਵਾਂਗੇ। ਸਾਹ ਲੈਂਦੇ ਹੋਏ ਸ਼ੁਰੂ ਕਰਾਂਗੇ। ਇਨ, ਹੱਥ ਉੱਪਰ, ਸਾਹ ਲੈਂਦੇ ਹੋਏ ਏ, ਹੱਥ ਨੀਚੇ। ਇਨ, ਬੀ, ਇਨ, ਸੀ, ਇਨ, ਡੀ, in, E, in, F, in, G, in, H, in, I, in, in, K, in, L, in, M, in, N, in, O, in, P, in, Q, in, R, in, S, in, T, in, U, in, V, in, W, in, X, in, Y, in, Z। रिलैक्स। दोनों हाथ अपने नीचे ले आने, थाइज दे उत्ते रख देने हैं। अपना ध्यान दोबारा तो अपने साह वाल। थोड़ी बॉडी दे विच एक नवी एनर्जी जनरेट हुई है, उस एनर्जी वाल ध्यान लेके जाओ, उस एनर्जी नू फील करो। पूरा ध्यान अपने साह वाल लेके जाओ। जे किसी नू वीकनेस लग रही होवे ज्यादा तो वो सैकेंड राउंड बिना बाहां ऊपर किते कर सकते ने। जे किसी नू ज्यादा वीकनेस लग रही होवे या ज्यादा घबराहट हो रही होवे तो वो सैकेंड राउंड ना करन। बाकी लोग सैकेंड राउंड दे लई अपने हाथ मुठियां बनाते हुए शोल्डर दे कोल लेके आएंगे। अपना दोबारा तो साह लेंदे हुए ਆਪਾਂ ਦੁਬਾਰਾ ਤੋਂ 26 ਤੋਂ ਲੈ ਕੇ 1 ਤੱਕ ਰਿਵਰਸ ਕਾਊਂਟਿੰਗ ਕਰਾਂਗੇ। ਸ਼ੁਰੂ ਕਰਾਂਗੇ ਇਨ 26, in 25, in 24, in 23, in 22, in 21, in 20, in 19, in 18, in 17, in 16, in 15, in 14, in 13, in 12, in 11, in 10, in 9, in 8, in 7, in 6, in 5, in 4, in 3, in 2, in 1। रिलैक्स। दोनों हत्थां नूं अपनी थाइज दे उत्ते रख लोगे।
ਆਪਣਾ ਧਿਆਨ ਆਪਣੀ ਸਾਹ ਵੱਲ। ਤੁਹਾਡੀ ਬੋਡੀ ਦੇ ਵਿੱਚ ਜਿਹੜੀ એનર્ਜੀ ਰਿਲੀਜ਼ ਹੋ ਰਹੀ ਹੈ ਉਸ એનર્ਜੀ ਦੇ ਫਲੋ ਨੂੰ ਫੀਲ ਕਰੋ। ਆਪਣੀ ਬੋਡੀ ਦੇ ਵਿੱਚ ਇੱਕ એનર્ਜੀ ਦਾ ਫਲੋ ਜਿਹੜਾ ਹੋ ਰਿਹਾ ਹੈ ਉਸ ਨੂੰ ਫੀਲ ਕਰੋ। ਪੂਰਾ ਧਿਆਨ ਸਾਹ ਦੇ ਵੱਲ। ਸਾਹ ਨੂੰ ਅੰਦਰ ਜਾਂਦਾ ਹੋਇਆ ਤੇ ਬਾਹਰ ਨਿਕਲਦਾ ਹੋਇਆ ਫੀਲ ਕਰੋ। ਪੂਰਾ ਧਿਆਨ ਸਾਹ ਦੇ ਵੱਲ। ਹੁਣ ਇੱਕ ਇੱਕ ਕਰਕੇ ਆਪਾਂ ਬੋਡੀ ਦੇ ਪਾਰਟਸ ਨੂੰ ਕੰਟਰੈਕਟ ਕਰਨਾ ਸ਼ੁਰੂ ਕਰਾਂਗੇ, ਜਕੜਨਾ ਸ਼ੁਰੂ ਕਰਾਂਗੇ ਮਸਲਸ ਨੂੰ। ਆਪਣੇ ਧਿਆਨ ਮੱਥੇ ਵੱਲ ਲੈ ਜਾਂਦੇ ਹੋਏ, ਮੱਥੇ ਤੇ ਜਿੱਦਾਂ ਆਪਾਂ ਤਿਉੜੀਆਂ ਪਾਉਂਦੇ ਆ, ਪੂਰਾ ਜ਼ੋਰ ਨਾਲ ਤਿਉੜੀਆਂ ਪਾਉਂਦੇ ਹੋਏ, ਆਈਜ਼ ਨੂੰ ਘੁੱਟ ਕੇ ਪੀਚਦੇ ਹੋਏ, ਜਿਸ ਤਰ੍ਹਾਂ ਬੰਦ ਕਰਦੇ ਹੋਏ, ਦੰਦਾਂ ਨੂੰ ਜ਼ੋਰ ਦੀ ਬੰਦ ਕਰਦੇ ਹੋਏ, ਆਪਣੇ ਹੱਥ ਦੀਆਂ ਮੁੱਠੀਆਂ ਨੂੰ ਜ਼ੋਰ ਨਾਲ ਬੰਦ ਕਰਦੇ ਹੋਏ, ਪੈਰਾਂ ਦੀਆਂ ਉਂਗਲੀਆਂ ਤੱਕ, ਲੱਤਾਂ ਪੈਰਾਂ ਦੀਆਂ ਉਂਗਲੀਆਂ ਪੂਰਾ ਜਕੜ ਕੇ ਪੂਰਾ ਜ਼ੋਰ ਨਾਲ ਕੰਟਰੈਕਟ ਕਰਦੇ ਹੋਏ ਪੂਰਾ ਜ਼ੋਰ ਲਗਾਉਣਾ ਹੈ। ਰਿਲੈਕਸ, ਢੀਲਾ ਛੱਡ ਦੋ। ਹੌਲੀ ਹੌਲੀ ਮੱਥੇ ਨੂੰ, ਅੱਖਾਂ ਨੂੰ, ਫੇਸ ਨੂੰ, ਹੱਥਾਂ ਨੂੰ ਖੋਲ ਲਓ, ਪੈਰਾਂ ਨੂੰ ਢੀਲਾ ਛੱਡ ਦੋ। ਸਾਰੇ ਬੋਡੀ ਪਾਰਟਸ ਨੂੰ ਢੀਲਾ ਛੱਡ ਦੋ। ਦੁਬਾਰਾ ਤੋਂ ਕੰਟਰੈਕਟ ਕਰਨਾ ਸਟਾਰਟ ਕਰਾਂਗੇ। ਮੱਥੇ ਤੇ ਤਿਉੜੀਆਂ ਪਾਉਂਦੇ ਹੋਏ, ਅੱਖਾਂ ਨੂੰ ਜ਼ੋਰ ਨਾਲ ਘੁੱਟਦੇ ਹੋਏ, ਦੰਦਾਂ ਨੂੰ ਜ਼ੋਰ ਨਾਲ ਪੀਚਦੇ ਹੋਏ, ਹੱਥਾਂ ਦੀਆਂ ਜ਼ੋਰ ਨਾਲ ਪੂਰੀਆਂ ਮੁੱਠੀਆਂ ਬਣਾਉਂਦੇ ਹੋਏ, ਪੈਰਾਂ ਨੂੰ ਪੂਰਾ ਜ਼ੋਰ ਨਾਲ ਟੋਜ਼ ਤੱਕ ਜਕੜਦੇ ਹੋਏ, ਜ਼ੋਰ ਲਗਾਉਂਦੇ ਹੋਏ ਰਿਲੈਕਸ, ਢੀਲਾ ਛੱਡ ਦੋ। ਮੱਥੇ ਨੂੰ, ਆਈਜ਼ ਨੂੰ, ਫੇਸ ਨੂੰ, ਹੱਥਾਂ ਨੂੰ, ਪੈਰਾਂ ਨੂੰ ਢੀਲਾ ਛੱਡ ਦੋ, ਬਿਲਕੁਲ ਢੀਲਾ ਛੱਡ ਦੋ। ਇੱਕ ਵਾਰ ਫਿਰ ਤੋਂ ਕਰਾਂਗੇ। ਮੱਥੇ ਦੇ ਉੱਤੇ ਦੁਬਾਰਾ ਤੋਂ ਤਿਉੜੀਆਂ ਪਾਉਂਦੇ ਹੋਏ, ਅੱਖਾਂ ਪੀਚਦੇ ਹੋਏ, ਦੰਦ ਪੀਚਦੇ ਹੋਏ, ਮੁੱਠੀਆਂ ਹੱਥਾਂ ਦੀਆਂ ਬਣਾਉਂਦੇ ਹੋਏ, ਪੈਰਾਂ ਨੂੰ ਜ਼ੋਰ ਨਾਲ ਸਾਰਾ ਪਾਰਟਸ ਨੂੰ ਕੰਟਰੈਕਟ ਕਰਦੇ ਹੋਏ ਰਿਲੈਕਸ, ਢੀਲਾ ਛੱਡ ਦੋ। forehead, eyes, face, hands, thighs, toes, ਸਾਰੇ ਬੋਡੀ ਪਾਰਟਸ ਨੂੰ ਢੀਲਾ ਛੱਡ ਦੋ, ਰਿਲੈਕਸ ਛੱਡ ਦੋ। ਆਪਣਾ ਧਿਆਨ ਦੁਬਾਰਾ ਤੋਂ ਸਾਹ ਵੱਲ ਲੈ ਕੇ ਆਓ। ਸਾਹ ਦੀ ਗਤੀ ਨੂੰ ਮਹਿਸੂਸ ਕਰੋ। ਆਪਣੀਆਂ ਅੱਖਾਂ ਬੰਦ ਹੀ ਰੱਖਦੇ ਹੋਏ, ਗਰਦਨ ਨੂੰ ਇਸੇ ਤਰ੍ਹਾਂ ਰੱਖਦੇ ਹੋਏ ਉੱਪਰ ਵੱਲ ਨੂੰ, ਜਿਸ ਤਰ੍ਹਾਂ ਛੱਤ ਵੱਲ ਨੂੰ ਤੁਸੀਂ ਦੇਖ ਰਹੇ ਹੋ, ਇਸ ਤਰ੍ਹਾਂ ਆਈਜ਼ ਨੂੰ ਅਪ ਰੋਲ ਕਰਨਾ ਹੈ। ਗਰਦਨ ਸਿੱਧੀ ਹੀ ਰੱਖਣੀ ਹੈ, ਗਰਦਨ ਸਾਹਮਣੇ ਦੀ ਤਰਫ ਹੀ ਰੱਖਣੀ ਹੈ, ਸਿਰਫ ਆਈਜ਼ ਨੂੰ ਅਪ ਰੋਲ ਕਰਨਾ ਹੈ। ਤੇ ਇਮੇਜਿਨ ਕਰੋ ਜਿਵੇਂ ਤੁਸੀਂ ਇੰਗਲਿਸ਼ ਦਾ ਸੀ ਲੈਟਰ ਦੇਖ ਰਹੇ ਹੋ, ਵਾਈਟ ਕਲਰ ਦਾ ਕੈਪੀਟਲ ਸੀ ਲੈਟਰ ਇਮੇਜਿਨ ਕਰੋ। ਸੀ ਤੁਹਾਨੂੰ ਦਿਖਾਈ ਦੇ ਰਿਹਾ ਹੈ। 3 ਵਾਰ ਸੀ ਲੈਟਰ ਨੂੰ ਹੀ ਦੇਖਾਂਗੇ। ਸੀ, ਸੀ, ਸੀ। ਹੁਣ ਤੁਸੀਂ ਇੱਕ ਸੀ ਲੈਵਲ ਦੇ ਉੱਤੇ ਪਹੁੰਚ ਚੁੱਕੇ ਹੋ। ਇਸ ਲੈਵਲ ਦੇ ਉੱਤੇ ਅਸੀਂ ਬੋਡੀ ਨੂੰ ਕਾਮ ਕਰਾਂਗੇ, ਢੀਲਾ ਛੱਡਾਂਗੇ।
ਇੱਕ ਇੱਕ ਕਰਕੇ ਆਪਣਾ ਧਿਆਨ ਆਪਣੇ ਬੋਡੀ ਪਾਰਟਸ ਵੱਲ ਲੈ ਕੇ ਜਾਵਾਂਗੇ। ਆਪਣਾ ਧਿਆਨ ਆਪਣੇ ਮੱਥੇ ਵੱਲ, ਸਿਰ ਵੱਲ ਲੈ ਕੇ ਜਾਓ। ਸਿਰ, ਬਾਲ ਤੇ ਮੱਥਾ ਇਦਾਂ ਫੀਲ ਕਰੋ ਜਿਵੇਂ ਬਿਲਕੁਲ ਇਹਦੀਆਂ ਮਸਲ ਰਿਲੈਕਸ ਹੋ ਗਈਆਂ ਨੇ, ਢਿੱਲੀਆਂ ਹੋ ਗਈਆਂ ਨੇ, ਬੜੀਆਂ ਰਿਲੈਕਸ ਕਰ ਰਹੀਆਂ ਨੇ। ਆਪਣਾ ਧਿਆਨ ਆਪਣੇ ਆਈਜ਼ ਵੱਲ ਲੈ ਕੇ ਜਾਓ, ਪਲਕਾਂ ਵੱਲ ਲੈ ਕੇ ਜਾਓ, ਆਈਲਿਡਸ ਵੱਲ, ਤੇ ਫੀਲ ਕਰੋ ਕਿ ਆਈਲਿਡਸ ਬਿਲਕੁਲ ਰਿਲੈਕਸ ਹੋ ਗਈਆਂ ਨੇ, ਢਿੱਲੀਆਂ ਹੋ ਗਈਆਂ ਨੇ, ਰਿਲੈਕਸ ਕਰ ਰਹੀਆਂ ਨੇ। ਹੁਣ ਆਪਣਾ ਧਿਆਨ ਆਪਣੇ ਫੇਸ ਦੀਆਂ ਮਸਲਸ ਵੱਲ ਲੈ ਕੇ ਜਾਓ। ਫੀਲ ਕਰੋ ਜਿਸ ਤਰ੍ਹਾਂ ਫੇਸ ਤੁਹਾਡਾ ਬਿਲਕੁਲ ਰਿਲੈਕਸ ਹੋ ਗਿਆ ਹੈ। ਆਪਣਾ ਧਿਆਨ ਆਪਣੀ ਗਰਦਨ ਵੱਲ ਲੈ ਕੇ ਜਾਓ ਤੇ ਗਰਦਨ ਦੀਆਂ ਮਸਲਸ ਨੂੰ ਫੀਲ ਕਰੋ ਜਿਵੇਂ ਬਿਲਕੁਲ ਰਿਲੈਕਸ ਹੋ ਗਈਆਂ ਨੇ। ਆਪਣਾ ਧਿਆਨ ਆਪਣੇ ਸ਼ੋਲਡਰਸ ਵੱਲ ਲੈ ਕੇ ਜਾਓ। ਸ਼ੋਲਡਰ ਜਿਵੇਂ ਬਿਲਕੁਲ ਰਿਲੈਕਸ ਹੋ ਗਏ ਹੋਣ। ਆਪਣਾ ਧਿਆਨ ਆਪਣੀਆਂ ਐਲਬੋਜ਼ ਵੱਲ, ਰਿਸਟ ਵੱਲ ਤੇ ਹੱਥਾਂ ਦੀਆਂ ਉਂਗਲਾਂ ਵੱਲ ਲੈ ਕੇ ਜਾਓ। ਫੀਲ ਕਰੋ ਜਿਵੇਂ ਤੁਹਾਡੀਆਂ ਦੋਨੋਂ ਬਾਹਾਂ ਬਿਲਕੁਲ ਰਿਲੈਕਸ ਹੋ ਗਈਆਂ ਨੇ। ਆਪਣਾ ਧਿਆਨ ਆਪਣੀ ਚੈਸਟ ਵੱਲ ਤੇ ਐਬਡੋਮਨ ਵੱਲ ਲੈ ਕੇ ਜਾਓ। ਫੀਲ ਕਰੋ ਜਿਵੇਂ ਤੁਹਾਡੀ ਚੈਸਟ ਤੇ ਤੁਹਾਡਾ ਪੇਟ ਬਿਲਕੁਲ ਰਿਲੈਕਸ ਹੋ ਰਿਹਾ ਹੈ। ਆਪਣਾ ਧਿਆਨ ਆਪਣੇ ਥਾਈਜ਼ ਵੱਲ ਲੈ ਕੇ ਜਾਓ। ਫੀਲ ਕਰੋ ਜਿਵੇਂ ਥਾਈਜ਼ ਬਿਲਕੁਲ ਰਿਲੈਕਸ ਹੋ ਰਹੇ ਨੇ। ਆਪਣਾ ਧਿਆਨ ਆਪਣੀ ਨੀਜ਼ ਵੱਲ, ਲੈਗਸ ਵੱਲ ਤੇ ਪੈਰਾਂ ਵੱਲ, ਪੈਰਾਂ ਦੀਆਂ ਉਂਗਲਾਂ ਵੱਲ ਲੈ ਕੇ ਜਾਓ ਤੇ ਫੀਲ ਕਰੋ ਜਿਵੇਂ ਤੁਹਾਡੀਆਂ ਲੈਗਸ, ਤੁਹਾਡੇ ਪੈਰ ਬਿਲਕੁਲ ਰਿਲੈਕਸ ਹੋ ਗਏ ਨੇ। ਦੁਬਾਰਾ ਤੋਂ ਆਪਣਾ ਧਿਆਨ ਆਪਣੇ ਪੈਰਾਂ ਵੱਲ, ਪੈਰਾਂ ਦੀਆਂ ਉਂਗਲਾਂ ਵੱਲ, ਲੱਤਾਂ ਵੱਲ, ਥਾਈਜ਼ ਵੱਲ ਲੈ ਕੇ ਜਾਓ ਤੇ ਫੀਲ ਕਰੋ ਇਹ ਕਿੰਨੇ ਜ਼ਿਆਦਾ ਰਿਲੈਕਸ ਨੇ, ਜਿਸ ਤਰ੍ਹਾਂ ਬਿਲਕੁਲ ਤੁਹਾਡੀ ਬੋਡੀ ਤੋਂ ਅਲੱਗ ਹੀ ਹੋਣ, ਬਿਲਕੁਲ ਰਿਲੈਕਸ। ਆਪਣਾ ਧਿਆਨ ਆਪਣੇ ਪੇਟ ਵੱਲ, ਚੈਸਟ ਵੱਲ ਲੈ ਕੇ ਜਾਓ ਤੇ ਫੀਲ ਕਰੋ ਕਿਸ ਤਰ੍ਹਾਂ ਬਿਲਕੁਲ ਰਿਲੈਕਸ ਨੇ। ਆਪਣਾ ਧਿਆਨ ਆਪਣੇ ਹੱਥਾਂ ਵੱਲ, ਬਾਹਾਂ ਵੱਲ ਲੈ ਕੇ ਜਾਓ ਤੇ ਫੀਲ ਕਰੋ ਤੁਹਾਡੇ ਹੱਥ, ਤੁਹਾਡੀਆਂ ਬਾਹਾਂ ਤੇ ਤੁਹਾਡੀ ਗਰਦਨ ਕਿਸ ਤਰ੍ਹਾਂ ਬਿਲਕੁਲ ਰਿਲੈਕਸ ਹੋ ਚੁੱਕੇ ਨੇ। ਤੁਹਾਡੀ ਪੂਰੀ ਬੋਡੀ ਬਿਲਕੁਲ ਰਿਲੈਕਸ ਹੋ ਚੁੱਕੀ ਹੈ। ਹੁਣ ਆਪਣੀਆਂ ਆਈਜ਼ ਨੂੰ ਬੰਦ ਹੀ ਰੱਖਦੇ ਹੋਏ ਆਈਜ਼ ਨੂੰ ਉੱਪਰ ਵੱਲ ਨੂੰ ਅਪ ਰੋਲ ਕਰਨਾ ਹੈ, ਜਿਵੇਂ ਛੱਤ ਵੱਲ ਨੂੰ ਦੇਖ ਰਹੇ ਹੋ। ਗਰਦਨ ਸਿੱਧੀ ਹੀ ਰੱਖਦੇ ਹੋਏ ਤੇ ਇੰਗਲਿਸ਼ ਦਾ ਕੈਪੀਟਲ ਬੀ ਲੈਟਰ ਵਾਈਟ ਕਲਰ ਦਾ 3 ਵਾਰ ਦੇਖਾਂਗੇ। ਬੀ, ਬੀ, ਬੀ। ਹੁਣ ਤੁਸੀਂ ਬੀ ਲੈਵਲ ਦੇ ਉੱਤੇ ਪਹੁੰਚ ਚੁੱਕੇ ਹੋ, ਜਿਹੜਾ ਕਿ ਬ੍ਰੇਨ ਰਿਲੈਕਸੇਸ਼ਨ ਦਾ ਲੈਵਲ ਹੈ। ਫੀਲ ਕਰੋ ਕਿ ਤੁਹਾਡਾ ਬ੍ਰੇਨ ਬਿਲਕੁਲ ਰਿਲੈਕਸ ਹੋ ਰਿਹਾ ਹੈ, ਦਿਮਾਗ ਤੁਹਾਡਾ ਬਿਲਕੁਲ ਰਿਲੈਕਸ ਹੋ ਗਿਆ ਹੈ। ਜਿਹੜੀਆਂ ਵੀ ਆਵਾਜ਼ਾਂ ਤੁਹਾਨੂੰ ਸੁਣਾਈ ਦੇ ਰਹੀਆਂ ਨੇ ਉਹ ਤੁਹਾਡੇ ਅੰਦਰ ਜਾਂਦੀਆਂ ਨੇ ਤੇ ਬਾਹਰ ਚਲੀਆਂ ਜਾਂਦੀਆਂ ਨੇ, ਉਹ ਤੁਹਾਨੂੰ ਡਿਸਟਰਬ ਨਹੀਂ ਕਰਦੀਆਂ। ਕੋਈ ਵੀ ਬਾਹਰ ਵਾਲੀ ਡਿਸਟਰਬੈਂਸ ਤੁਹਾਨੂੰ ਡਿਸਟਰਬ ਨਹੀਂ ਕਰ ਰਹੀ। ਤੁਹਾਡਾ ਬ੍ਰੇਨ ਬਿਲਕੁਲ ਰਿਲੈਕਸ ਹੈ। ਆਪਣੀਆਂ ਆਈਜ਼ ਨੂੰ ਬੰਦ ਹੀ ਰੱਖਦੇ ਹੋਏ ਫਿਰ ਤੋਂ ਉੱਪਰ ਵੱਲ ਨੂੰ ਅਪ ਰੋਲ ਕਰਾਂਗੇ ਤੇ ਇੰਗਲਿਸ਼ ਦਾ ਕੈਪੀਟਲ ਲੈਟਰ ਏ ਵਾਈਟ ਕਲਰ ਦਾ 3 ਵਾਰ ਦੇਖਾਂਗੇ। ਏ, ਏ, ਏ। ਹੁਣ ਤੁਸੀਂ ਏ ਲੈਵਲ ਦੇ ਉੱਤੇ ਪਹੁੰਚ ਚੁੱਕੇ ਹੋ। ਇਸ ਲੈਵਲ ਦੇ ਉੱਤੇ
ਤੁਸੀਂ ਆਪਣੇ ਆਪ ਨੂੰ ਫੀਲ ਕਰੋ ਜਿਸ ਤਰ੍ਹਾਂ ਤੁਸੀਂ ਬੱਦਲਾਂ ਦੇ ਉੱਪਰ ਜਾ ਰਹੇ ਹੋ, ਧਰਤੀ ਤੋਂ ਉੱਪਰ ਕਲਾਊਡਸ ਦੇ ਵੱਲ ਨੂੰ ਜਾ ਰਹੇ ਹੋ। ਤੁਸੀਂ ਧਰਤੀ ਤੋਂ ਬਹੁਤ ਉੱਪਰ ਜਾ ਚੁੱਕੇ ਹੋ ਕਲਾਊਡਸ ਵੱਲ। ਕਲਾਊਡਸ ਦੇ ਉੱਤੇ ਚੱਲਦੀ ਹੋਈ ਠੰਡੀ ਠੰਡੀ ਹਵਾ ਨੂੰ ਫੀਲ ਕਰੋ, ਆਪਣੇ ਫੇਸ ਦੇ ਉੱਤੇ ਲੱਗਦਾ ਹੋਇਆ ਫੀਲ ਕਰੋ, ਆਪਣੇ ਬਾਲਾਂ ਦੇ ਵਿੱਚ ਲੱਗਦਾ ਹੋਇਆ ਫੀਲ ਕਰੋ। ਤੁਸੀਂ ਧਰਤੀ ਤੋਂ ਬਹੁਤ ਉੱਪਰ ਬੱਦਲਾਂ ਦੇ ਉੱਪਰ ਪਹੁੰਚ ਚੁੱਕੇ ਹੋ। ਧਰਤੀ ਆਪਣੀ ਗਤੀ ਨਾਲ ਘੁੰਮ ਰਹੀ ਹੈ, ਪਰੰਤੂ ਤੁਸੀਂ ਆਪਣੇ ਇੱਕ ਲੈਵਲ ਦੇ ਉੱਤੇ ਸਥਿਰ ਹੋ। ਇਸ ਲੈਵਲ ਦੇ ਉੱਤੇ ਤੁਸੀਂ ਬਹੁਤ ਹੀ ਹੈਲਦੀ ਫੀਲ ਕਰ ਰਹੇ ਹੋ। ਤੁਹਾਡਾ ਬ੍ਰੇਨ, ਤੁਹਾਡੀ ਮਾਈਂਡ ਬਹੁਤ ਜ਼ਿਆਦਾ ਰਿਲੈਕਸ ਹੈ। ਤੁਹਾਡੇ ਅੰਦਰ ਪੋਜ਼ਿਟਿਵਿਟੀ ਭਰ ਰਹੀ ਹੈ। ਤੁਹਾਡੇ ਸਰੀਰ ਦਾ ਹਰ ਇੱਕ ਸੈੱਲ, ਹਰ ਇੱਕ ਪਾਰਟ ਜਿਹੜਾ ਹੈ ਉਹ ਖੁਸ਼ੀ ਫੀਲ ਕਰ ਰਿਹਾ ਹੈ। ਤੁਹਾਡਾ ਰੋਮ ਰੋਮ ਖੁਸ਼ੀ ਨਾਲ ਭਰ ਗਿਆ ਹੈ। ਇਸੇ ਲੈਵਲ ਦੇ ਉੱਤੇ ਕੁਝ ਦੇਰ ਹੋਰ ਡੈਪਥ ਦੇ ਵਿੱਚ ਜਾਵਾਂਗੇ, ਰਿਲੈਕਸ ਕਰਾਂਗੇ। ਤੁਸੀਂ ਆਪਣੇ ਮਨ ਦੇ ਵਿੱਚ ਉਲਟੀ ਗਿਣਤੀ 100 ਤੋਂ ਲੈ ਕੇ 1 ਤੱਕ ਉਲਟੀ ਗਿਣਤੀ ਕਰਨੀ ਹੈ। ਹਰ ਗਿਣਤੀ ਉਲਟੀ ਦੇ ਨਾਲ 100, 99, 98 ਜਿਵੇਂ ਜਿਵੇਂ ਤੁਸੀਂ ਅੱਗੇ ਜਾਂਦੇ ਜਾਓਗੇ ਤੁਸੀਂ ਹੋਰ ਹੈਲਦੀ ਲੈਵਲ ਦੇ ਉੱਤੇ ਪਹੁੰਚਦੇ ਜਾਓਗੇ। ਤਾਂ ਖੁਦ ਤੁਸੀਂ ਆਪਣੀ ਕਾਊਂਟਿੰਗ ਸਟਾਰਟ ਕਰੋ। ਮੇਰੀ ਅਗਲੀ ਆਵਾਜ਼ ਆਉਣ ਤੱਕ ਤੁਸੀਂ ਬਿਲਕੁਲ ਰਿਲੈਕਸ ਹੋ ਜਾਓਗੇ, ਆਪਣੀ ਕਾਊਂਟਿੰਗ ਪੂਰੀ ਕਰ ਲਓਗੇ 100 ਤੋਂ ਲੈ ਕੇ 1 ਤੱਕ ਦੀ। ਤੁਸੀਂ ਆਪਣੀ ਕਾਊਂਟਿੰਗ, ਉਲਟੀ ਕਾਊਂਟਿੰਗ ਸਟਾਰਟ ਕਰੋ।
ਰੋਬੀ ਰਿਲੈਕਸ। ਜੇ ਕਾਊਂਟਿੰਗ ਤੁਹਾਡੀ ਰਹਿੰਦੀ ਹੈ ਤਾਂ ਜਲਦੀ ਤੋਂ ਆਪਣੀ ਕਾਊਂਟਿੰਗ ਜਲਦੀ ਨਾਲ ਕੰਪਲੀਟ ਕਰਦੇ ਹੋਏ ਬਿਲਕੁਲ ਰਿਲੈਕਸ ਤੁਹਾਡੀ ਬੋਡੀ ਹੋ ਚੁੱਕੀ ਹੈ। ਤੁਸੀਂ ਬਹੁਤ ਹੀ ਹੈਲਦੀ ਲੈਵਲ ਦੇ ਉੱਤੇ ਤੁਹਾਡੀ ਬੋਡੀ, ਬ੍ਰੇਨ ਤੇ ਮਾਈਂਡ ਪਹੁੰਚ ਚੁੱਕਿਆ ਹੈ। ਤੁਸੀਂ ਕਿਸੇ ਵੀ ਟਾਈਮ ਇਸ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਇਸ ਹੈਲਦੀ ਲੈਵਲ ਦੇ ਉੱਤੇ ਪਹੁੰਚ ਸਕਦੇ ਹੋ। ਇਸ ਲੈਵਲ ਦੇ ਉੱਤੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਭਰ ਜਾਂਦੀ ਹੈ, ਹੋਪ, ਪੋਜ਼ਿਟਿਵਿਟੀ, ਹੈਪੀਨੈਸ ਤੁਹਾਡੇ ਅੰਦਰ ਭਰ ਜਾਂਦੀ ਹੈ। ਇਸ ਡੈਪਥ ਵਾਲੇ ਲੈਵਲ ਤੋਂ ਵਾਪਿਸ ਨਾਰਮਲ ਲੈਵਲ ਤੇ ਆਉਣ ਦੇ ਲਈ ਅਸੀਂ 1 ਤੋਂ ਲੈ ਕੇ 5 ਤੱਕ ਦੀ ਕਾਊਂਟਿੰਗ ਕਰਾਂਗੇ। ਹੌਲੀ ਹੌਲੀ 1 ਤੋਂ ਲੈ ਕੇ 5 ਦੇ ਲੈਵਲ ਤੱਕ ਪਹੁੰਚਦੇ ਹੋਏ ਤੁਸੀਂ ਆਪਣੇ ਨਾਰਮਲ ਸਰਾਊਂਡਿੰਗ ਵਾਲੇ ਲੈਵਲ ਦੇ ਉੱਤੇ ਪਹੁੰਚ ਜਾਓਗੇ। ਅੱਖਾਂ ਬੰਦ ਹੀ ਰੱਖਦੇ ਹੋਏ ਹੌਲੀ ਹੌਲੀ ਵਾਪਿਸ ਆਵਾਂਗੇ। 1 2 3 ਹੌਲੀ ਹੌਲੀ ਵਾਪਿਸ ਆਉਂਦੇ ਹੋਏ 4 5 ਆਪਣੇ ਸਰਾਊਂਡਿੰਗ ਦੇ ਪ੍ਰਤੀ ਅਵੇਅਰ ਹੁੰਦੇ ਹੋਏ, ਆਪਣੇ ਆਸੇ-ਪਾਸੇ ਦੇ ਪ੍ਰਤੀ ਅਵੇਅਰ ਹੁੰਦੇ ਹੋਏ ਹੌਲੀ ਹੌਲੀ ਹੱਥਾਂ ਦੀਆਂ ਉਂਗਲਾਂ ਦੀ ਮੂਵਮੈਂਟ ਸਟਾਰਟ ਕਰਾਂਗੇ। ਹੱਥਾਂ ਦੀਆਂ ਉਂਗਲਾਂ ਨੂੰ ਹੌਲੀ ਹੌਲੀ ਹਿਲਾਉਂਦੇ ਹੋਏ ਹੌਲੀ ਹੌਲੀ ਦੋਨੇ ਹੱਥਾਂ ਨੂੰ ਉਠਾਉਂਦੇ ਹੋਏ ਹੱਥਾਂ ਨੂੰ ਇੱਕ ਦੂਸਰੇ ਦੇ ਕੋਲ ਲੈ ਕੇ ਆਵਾਂਗੇ। ਹੱਥਾਂ ਨੂੰ ਉਠਾ ਕੇ ਹੌਲੀ ਹੌਲੀ ਰਬ ਕਰਨਾ ਸਟਾਰਟ ਕਰਾਂਗੇ। ਇੱਕ ਦੂਸਰੇ ਦੇ ਨਾਲ ਹੱਥਾਂ ਨੂੰ ਰਗੜਨਾ ਸਟਾਰਟ ਕਰਾਂਗੇ। ਹੱਥਾਂ ਨੂੰ ਰਗੜਦੇ ਹੋਏ ਜਦੋਂ ਹੱਥ ਥੋੜੇ ਜਿਹੇ ਗਰਮ ਹੋ ਜਾਣ ਤਾਂ ਉਹਨਾਂ ਨੂੰ ਆਪਣੇ ਫੇਸ ਦੇ ਉੱਤੇ, ਆਈਜ਼ ਦੇ ਉੱਤੇ ਲਗਾਵਾਂਗੇ। ਅੱਛੀ ਤਰ੍ਹਾਂ ਨਾਲ ਹੱਥਾਂ ਨੂੰ ਫੇਸ ਤੇ, ਆਈਜ਼ ਤੇ ਲਗਾਉਂਦੇ ਹੋਏ ਦੁਬਾਰਾ ਤੋਂ ਹੱਥਾਂ ਨੂੰ ਰਗੜ ਕੇ ਆਪਣੀ ਨੈਕ ਦੇ ਉੱਤੇ, ਫੇਸ ਦੇ ਉੱਤੇ ਲਗਾਉਂਦੇ ਹੋਏ ਹਥੇਲੀਆਂ ਨੂੰ ਅੱਖਾਂ ਦੇ ਉੱਤੇ ਰੱਖ ਕੇ ਹੌਲੀ ਹੌਲੀ ਆਈਜ਼ ਨੂੰ ਖੋਲਾਂਗੇ। समझ नहीं आती है इस कमरे में नहीं है ना आपको मेरे ਹਾਂਜੀ ਹਾਂਜੀ ਹੁਣ ਜਿੰਨਾ ਇੱਕ ਇੱਕ ਕਰਕੇ ਆਪਾਂ ਥੋੜੇ ਐਕਸਪੀਰੀਅੰਸਿਸ ਲਵਾਂਗੇ ਕਿ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ, ਕਿ ਤੁਸੀਂ ਕਰ ਪਾਏ ਅੱਛੀ ਤਰ੍ਹਾਂ ਨਾਲ ਮੈਡੀਟੇਸ਼ਨ, ਤੇ ਹੁਣ ਤੁਹਾਡਾ ਪਹਿਲਾ ਮਨ ਕਿੱਦਾਂ ਦਾ ਸੀ ਤੇ ਆਫਟਰ ਮੈਡੀਟੇਸ਼ਨ ਮਨ ਕਿੱਦਾਂ ਦਾ ਹੈਗਾ। ਤਾਂ ਜਿਨ੍ਹਾਂ ਨੇ ਬੜੇ, ਪਵਨ ਗਰਗ ਜੀ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਸੀ। ਪਵਨ ਜੀ ਤੁਸੀਂ ਅਨਮਿਊਟ ਕਰੋਗੇ ਕਾਈਂਡਲੀ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਲਈ।
ਅਨਮਿਊਟ ਦੇ ਆਪਸ਼ਨ ਨੀਚੇ ਆਏਗੀ ਸਕਰੀਨ ਦੇ ਵਿੱਚ ਲੈਫਟ ਸਾਈਡ ਤੇ ਨੀਚੇ। ਹਾਂਜੀ ਪਲੀਜ਼, ਹੁਣ ਅਨਮਿਊਟ ਹੋ ਗਏ। ਹਾਂਜੀ ਸਰ, ਹਾਂਜੀ ਕਰਨ ਤੋਂ ਪਹਿਲਾਂ ਥੋੜਾ ਜਿਹਾ ਹੈਵੀਨੈਸ ਲੱਗਦਾ ਸੀਗਾ, ਜੀ ਲੇਕਿਨ ਇਹ ਸਾਰਾ ਕਰਨ ਤੋਂ ਬਾਅਦ ਬਾਡੀ ਇਸ ਤਰ੍ਹਾਂ ਲੱਗ ਰਹੀ ਹੈ ਕਿ ਜਿਵੇਂ ਆਸਮਾਨ 'ਚ ਮੈਂ ਉੱਡਿਆ ਜਾ ਰਿਹਾ, ਬੜਾ ਰਿਲੈਕਸ ਆਪਣੇ ਆਪ ਨੂੰ ਲੱਗ ਰਿਹਾ ਹੈਗਾ। ਜੀ ਬਿਲਕੁਲ ਐਸਾ ਲੱਗ ਰਿਹਾ ਵੀ ਮੈਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਮੈਨੂੰ ਨਹੀਂ ਹੈ, ਬਿਲਕੁਲ ਆਪਦੇ ਆਪ ਨੂੰ ਠੀਕ ਮਹਿਸੂਸ ਕਰ ਰਿਹਾ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਦਾਂ ਹੀ ਹੁੰਦਾ ਜੀ ਮੈਡੀਟੇਸ਼ਨ ਨਾਲ। ਬਿਲਕੁਲ। ਹੋਰ ਆਪਾਂ ਪਹਿਲਾਂ ਸਾਰਿਆਂ ਦੀ ਲੈ ਲੈਂਦੇ ਹਾਂ ਐਕਸਪੀਰੀਅੰਸਿਸ, ਫਿਰ ਮੈਂ ਆਪਣੇ ਵੱਲੋਂ ਥੋੜੀ ਇਨਪੁਟ ਦਊਂਗਾ। ਪਰਮਿੰਦਰ ਸਿੰਘ ਜੀ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਸੀ। ਪਰਮਿੰਦਰ ਜੀ ਤੁਸੀਂ ਦੱਸਿਓ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਰ ਬਹੁਤ ਵਧੀਆ ਜੀ, ਪਿਛਲੀ ਵਾਰ ਤੁਸੀਂ ਯੋਗਾ ਦਾ ਵੀ ਕਰਵਾਇਆ ਜੀ, ਅਸੀਂ ਧੰਨਵਾਦ ਕਰਦੇ ਹਾਂ ਜੀ ਡੀਸੀ ਸਾਹਿਬ ਦਾ ਜੀ, ਤੁਹਾਡਾ ਵੀ ਜੀ। ਪਿਛਲੀ ਵਾਰ ਵੀ ਬਹੁਤ ਵਧੀਆ ਸੀ ਜੀ, ਤੇ ਹੁਣ ਵੀ ਬਹੁਤ ਵਧੀਆ ਜੀ। ਜੀ ਸਰ ਸਾਨੂੰ ਫੀਲ ਨਹੀਂ ਹੋਇਆ ਜੀ ਵੀ ਕਦੇ ਵੀ ਅਸੀਂ ਕਰੋਨਾ ਪੋਜ਼ਿਟਿਵ ਹਾਂ ਜੀ। ਜੀ 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 ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮੀਨਾਕਸ਼ੀ ਸ਼ੁਕਲਾ ਜੀ ਤੁਸੀਂ ਵੀ ਕਾਫੀ ਅੱਛਾ ਕਰ ਰਹੇ ਸੀਗੇ, ਤੁਸੀਂ ਆਪਦੇ ਐਕਸਪੀਰੀਅੰਸ ਸ਼ੇਅਰ ਕਰੋਗੇ। मैं बहुत ही ज्यादा मतलब पॉजिटिव फील कर रही हूँ इस टाइम। जैसा अभी इन्होंने बोला सर ने कि योगा से भी बहुत हेल्प मिली है, खुद के अंदर बहुत ज्यादा पॉजिटिविटी आ रही है, सेम मेडिटेशन के साथ है। बहुत अच्छा फील गुड फील आ रहा है अभी ਜੀ ਠੀਕ ਹੈ ਜੀ, ਥੈਂਕ ਯੂ ਜੀ। ਜਸਪ੍ਰੀਤ ਜੀ ਵੀ ਕਰ ਰਹੇ ਸੀ, ਜਸਪ੍ਰੀਤ ਸਿੰਘ ਜੀ। ਹਾਂਜੀ ਸਰ, ਬਹੁਤ ਵਧੀਆ ਫੀਲ ਹੋ ਰਿਹਾ ਹੈਗਾ। ਪਹਿਲਾਂ ਮਤਲਬ ਕਿ ਨੈਗੇਟਿਵਿਟੀ ਸੀ, ਮਤਲਬ ਨੈਗੇਟਿਵਿਟੀ ਨਹੀਂ ਹੁੰਦਾ, ਮਤਲਬ ਕਿ ਕੋਈ ਪਾਵਰ ਨਹੀਂ ਲੱਗ ਰਹੀ ਸੀ ਬੋਡੀ ਦੇ ਵਿੱਚ, ਮਤਲਬ ਕਿ ਆਪਾਂ ਅਨਐਕਟਿਵ ਜਿਹੇ ਲੱਗ ਰਹੇ ਸੀ। ਯੋਗਾ ਤੋਂ ਬਾਅਦ ਐਕਟਿਵਨੈਸ ਜੀ ਆ ਗਈ ਆ ਬੋਡੀ ਦੇ ਵਿੱਚ, ਕਾਫੀ ਵਧੀਆ ਕੰਫਰਟੇਬਲ ਫੀਲ ਹੋ ਰਿਹਾ ਜੀ ਠੀਕ ਹੈ ਜੀ, ਥੈਂਕ ਯੂ ਜੀ। ਹੋਰ ਕਿੰਨਾ ਨੇ ਮੈਨੂੰ ਹੁਣ ਨਾਮ, ਕਿਉਂਕਿ ਫੋਟੋਜ਼ ਇੱਧਰ ਹੋ ਗਈਆਂ ਥੋੜੀਆਂ ਸ਼ਫਲ ਹੋ ਗਈਆਂ, ਤਾਂ ਹੋਰ ਵੀ ਕਾਫੀ ਲੋਕ ਕਰ ਰਹੇ ਸੀਗੇ, ਤਾਂ ਉਹ ਆਪਦੇ ਆਪ ਨੂੰ ਅਨਮਿਊਟ ਕਰਕੇ ਇੱਕ ਵਾਰ ਆਪਦਾ ਐਕਸਪੀਰੀਅੰਸ ਸ਼ੇਅਰ ਕਰ ਲਓ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਮਨਮੋਹਨ ਜੀ। ਪ੍ਰੋਫੈਸਰ MS ਗਿੱਲ ਬੋਲ ਰਹੇ ਜੀ, ਫਿਜ਼ੀਕਲ ਐਜੂਕੇਸ਼ਨ ਵਾਲੇ। ਜੀ 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 ਗਿੱਲ ਸਾਹਿਬ। ਹਾਂਜੀ ਹਾਂਜੀ ਸਰ, ਕਾਫੀ ਵਧੀਆ ਤੁਹਾਡਾ ਮਤਲਬ ਯੋਗਾ ਦਾ ਮਤਲਬ ਜਿਹੜੀਆਂ ਟੈਕਨੀਕ ਸੀਗੀਆਂ ਉਹਨਾਂ ਤੋਂ ਸਾਨੂੰ ਬੈਨੀਫਿਟ ਮਿਲਿਆ। ਔਰ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਕਿ ਜਿਸ ਦਿਨ ਮੈਂ ਮਤਲਬ ਮੈਨੂੰ ਪੋਜ਼ਿਟਿਵ ਆਇਆ ਸੀਗਾ ਤਾਂ ਕਾਫੀ ਪਰਿਵਾਰ ਦੇ ਵਿੱਚ ਮਤਲਬ ਇੱਕ ਡਰ ਸੀ ਕਿ ਵੀ ਪਤਾ ਨਹੀਂ ਕੀ ਹੋਊਗਾ, ਪਰ ਐਜ਼ ਏ ਸਪੋਰਟਸਮੈਨ ਇੱਕ ਵਿਲ ਪਾਵਰ ਮੈਨੂੰ ਮਿਲੀ। ਰਾਜੂ ਸਿੰਗਲਾ ਜੀ ਦਾ ਫੋਨ ਆਇਆ ਕਿ ਸਰ ਤੁਸੀਂ ਇਸ ਗਰੁੱਪ ਦੇ ਵਿੱਚ ਵੀ ਜੁਆਇਨ ਹੋਵੋ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਗਈਆਂ। ਅੱਜ ਹੁਣ ਵੀ ਮੈਂ ਇਸ ਤੁਹਾਡੀ ਕਲਾਸ ਜੁਆਇਨ ਕਰਨ ਤੋਂ ਪਹਿਲਾਂ ਮੈਂ ਆਪਣੀ ਕਲਾਸ ਲਗਾ ਕੇ ਹਟਿਆ ਕਿ ਜਿਹੜੀ ਪੋਜ਼ਿਟਿਵਨੈਸ ਹੈ, ਯੋਗਾ ਤਾਂ ਬਹੁਤ ਹੀ ਅੱਛਾ ਹੈ, ਮਤਲਬ ਜੇ ਤੁਸੀਂ ਟੈਕਨੀਕਸ ਕਰਵਾਈਆਂ ਇਹਦੇ ਨਾਲ ਸਾਨੂੰ ਇੱਕ ਤਾਂ એનર્ਜੀ ਲੈਵਲ ਸਾਡਾ ਵਧੂਗਾ ਜੀ, ਤੇ ਦੂਸਰਾ ਇਹ ਹੈ ਕਿ ਜਿਹੜਾ ਵਿਲ ਪਾਵਰ ਜਿਹੜੀ ਹੈ ਉਹ ਕਈ ਵਾਰੀ ਆਪਾਂ ਨੂੰ ਇਕੱਲੇ ਪਿਆ ਨੂੰ ਜਦੋਂ ਆਪਾਂ ਆਈਸੋਲੇਟ ਹੋ ਜਾਂਦੇ ਹਾਂ ਤਾਂ ਆਪਣੇ ਮਹਿਸੂਸ ਹੁੰਦਾ ਵੀ ਮੈਂ ਇਕੱਲਾ ਹੋ ਗਿਆ ਤਾਂ ਪਤਾ ਨਹੀਂ ਕਿੰਨੇ ਦਿਨ ਮੈਂ ਹੁਣ ਇਕੱਲਾ ਪਿਆ ਰਹੂੰਗਾ ਤਾਂ ਮੈਨੂੰ ਆਲੇ ਦੁਆਲੇ 'ਚ ਕੁਛ ਪਤਾ ਨਹੀਂ ਲੱਗਣਾ। ਤਾਂ ਉਹ ਇਹ ਚੀਜ਼ਾਂ ਜਿਹੜੀਆਂ ਯੋਗਾ ਹੈ ਜੀ ਜਾਂ ਮੈਡੀਟੇਸ਼ਨ ਹੈ, ਇਹ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਦੇਊਗੀ ਜੀ, ਜਿਸ ਦੇ ਨਾਲ ਅਸੀਂ ਜਲਦੀ ਰਿਕਵਰ ਕਰਾਂਗੇ। ਬਿਲਕੁਲ ਗਿੱਲ ਸਾਹਿਬ, ਤੁਸੀਂ ਤਾਂ ਖੁਦ ਸਪੋਰਟਸਮੈਨ ਹੋ, ਤਾਂ ਗਿੱਲ ਸਾਹਿਬ ਨੇ ਜਿੱਦਾਂ ਦੱਸਿਆ ਬਿਲਕੁਲ ਇਹ ਮੀਟਿੰਗਸ ਦਾ ਇੱਕ ਇਹ ਵੀ ਹੈ, ਕਈ ਵਾਰ ਆਪਾਂ ਘਰ ਦੇ ਵਿੱਚ ਰਹਿ ਕੇ ਬਿਲਕੁਲ ਹੀ ਏਦਾਂ ਆਈਸੋਲੇਟਿਡ ਫੀਲ ਕਰਦੇ ਹਾਂ ਕਿ ਪਤਾ ਨਹੀਂ ਸ਼ਾਇਦ ਇਕੱਲੇ ਸਾਨੂੰ ਹੀ ਕਰੋਨਾ ਹੋਇਆ ਹੈਗਾ, ਤਾਂ ਏਦਾਂ ਦੀ ਫੀਲਿੰਗਸ ਆਉਂਦੀ ਹੈ। ਬਟ ਜਦੋਂ ਆਪਾਂ ਇੱਧਰ ਮੀਟਿੰਗਸ ਦੇ ਵਿੱਚ ਜੁੜਦੇ ਹਾਂ ਜਾਂ ਗਰੁੱਪਸ ਦੇ ਵਿੱਚ ਜੁੜਦੇ ਹਾਂ ਤਾਂ ਆਪਾਂ ਨੂੰ ਲੱਗਦਾ ਵੀ ਆਪਣੇ ਵਰਗੇ ਹੀ ਹੋਰ ਬਹੁਤ ਲੋਕ ਆ, ਤੇ ਕਾਫੀ ਲੋਕ ਠੀਕ ਹੋ ਕੇ ਜਾ ਰਹੇ ਹੁੰਦੇ ਆ। ਆਪਾਂ ਨੂੰ ਮੈਸੇਜਿਸ ਆਉਂਦੇ ਆ ਡੇਲੀ ਵੀ ਮੇਰੇ 17 ਡੇਜ਼ ਕੰਪਲੀਟ ਹੋ ਗਏ, ਹੁਣ ਮੈਂ ਬਿਲਕੁਲ ਠੀਕ ਆ। ਤਾਂ ਉਹਦੇ ਨਾਲ ਆਪਾਂ ਨੂੰ ਵੀ ਪੋਜ਼ਿਟਿਵਿਟੀ ਮਿਲਦੀ ਹੈ ਵੀ ਥੋੜੇ ਦਿਨਾਂ 'ਚ ਆਪਣੇ ਵੀ ਜਿਹੜੇ ਇਹ ਟਾਈਮ ਹੈਗਾ ਉਹ ਕੰਪਲੀਟ ਹੋ ਜਾਏਗਾ। ਡਾਕਟਰ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ ਵੀ ਜਿਵੇਂ ਅਸੀਂ ਮੈਡੀਸਨ ਖਾਧੀ ਹੈ, ਜਿਵੇਂ ਡੋਲੋ ਅਸੀਂ ਬੁਖਾਰ ਦੀ ਲਈ ਹੈ। ਗਿੱਲ ਸਾਹਿਬ ਮੈਂ ਤੁਹਾਨੂੰ ਇੱਕ ਵਾਰ ਟੋਕ ਰਿਹਾ, ਆਪਾਂ ਇੱਕ ਵਾਰ ਇਹ ਮੈਡੀਟੇਸ਼ਨ ਵਾਲਾ ਇੱਕ ਵਾਰ ਪੂਰਾ ਕਰ ਲਈਏ ਪ੍ਰੋਸੈਸ ਇਹਦਾ, ਫਿਰ ਆਪਾਂ ਦੂਜੀ ਕੁਐਰੀਜ਼ ਲਵਾਂਗੇ ਪੱਕਾ। ਬਟ ਇੱਕ ਵਾਰੀ ਪਲੀਜ਼ ਥੋੜੇ ਦੇਰ ਲਈ ਹੋਲਡ ਤੇ ਰੱਖ। ਓਕੇ ਜੀ, ਥੈਂਕ ਯੂ। ਉਹ ਨਹੀਂ ਤਾਂ ਹੈਪੇਜ਼ਿਟ ਜੀ ਹੋ ਜਾਏਗਾ। ਹਾਂਜੀ ਅੱਜ ਹੋਰ ਜਿਨ੍ਹਾਂ ਨੇ ਸਿਰਫ ਮੈਡੀਟੇਸ਼ਨ ਜਿਨ੍ਹਾਂ ਨੇ ਕੀਤੀ ਹੈਗੀ ਆ ਉਹਨਾਂ ਦੇ ਐਕਸਪੀਰੀਅੰਸ ਆਪਾਂ ਇੱਕ ਵਾਰੀ। ਹਾਂਜੀ ਹੈਲੋ ਹਾਂਜੀ ਜਸ਼ਨਪ੍ਰੀਤ। ਹਾਂਜੀ ਸਰ ਬਹੁਤ ਵਧੀਆ ਲੱਗਿਆ ਤੁਹਾਡਾ ਇਹ ਨਾਲ ਟ੍ਰੇਨਿੰਗ ਕਰਕੇ। ਤੇ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਅੱਜ ਨੀਂਦ ਨਹੀਂ ਆਉਣੀ, ਪਰ ਹੁਣ ਕੁਝ ਹੱਦ ਤੱਕ ਪੂਰਾ ਰਿਲੈਕਸ ਫੀਲ ਕਰ ਰਹੇ ਹਾਂ ਜੀ, ਤੇ ਥੈਂਕ ਯੂ ਸਰ।
ਥੈਂਕ ਯੂ ਜਸ਼ਨ ਜੀ, ਥੈਂਕ ਯੂ। ਤੁਹਾਡਾ ਕੈਮਰਾ ਆਈ ਥਿੰਕ ਔਨ ਨਹੀਂ ਸੀ, ਇਸ ਕਰਕੇ ਮੈਂ ਦੇਖ ਨਹੀਂ ਪਾਇਆ, ਪਰ ਬਹੁਤ ਵਧੀਆ ਤੁਸੀਂ ਨਾਲ ਕਰ ਰਹੇ ਸੀ ਨਾ, ਬਹੁਤ ਅੱਛਾ ਲੱਗਿਆ। ਮੇਰੇ ਐਕਚੁਅਲੀ ਮੇਰੇ ਨਾ ਹੈੱਡਫੋਨ ਲੱਗੇ ਸੀ, ਓਕੇ ਉਹਦੇ ਓਕੇ, ਲਈ ਠੀਕ ਹੈ, ਫੋਨ ਦੂਰ ਪਿਆ ਸੀ ਸਰ। ਬਿਲਕੁਲ ਬਿਲਕੁਲ, ਨਹੀਂ ਨਹੀਂ ਕੋਈ ਗੱਲ, ਥੈਂਕ ਯੂ। ਹਾਂਜੀ ਸਰ। ਹਾਂਜੀ, ਹੋਰ ਜਿਨ੍ਹਾਂ ਨੇ ਹਾਂਜੀ ਕੀਤੀ ਹੈ, ਕਿਉਂਕਿ ਮੈਨੂੰ ਆਈਡੀਆ ਨਹੀਂ ਹੈ ਹੁਣ ਹੋ ਰਿਹਾ ਕੌਣ ਕੌਣ ਹੋਰ ਕਰ ਰਹੇ ਸੀਗੇ ਨਾਲ ਆਪਣੇ ਨਾਲ। ਪਾਰਟਿਸਿਪੈਂਟਸ ਕਾਫੀ ਜ਼ਿਆਦਾ ਨੇ, ਮੋਰ ਦੈਨ 40 ਨੇ ਇਸ ਟਾਈਮ। ਹਾਂਜੀ ਹੈਲੋ ਜੀ 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 ਜੀ, ਇੰਦਰਪ੍ਰੀਤ ਜੀ। ਇੰਦਰਪ੍ਰੀਤ ਬੋਲ ਰਿਹਾ। ਹਾਂ ਸਰ, ਮੈਂ ਵੀ ਪਹਿਲੀ ਵਾਰ ਮੈਡੀਟੇਸ਼ਨ ਨੂੰ ਜਿਹੜਾ ਹੈ ਅਪਣਾ ਕੇ ਦੇਖਿਆ। ਮੈਨੂੰ ਬਹੁਤ ਜ਼ਿਆਦਾ ਰਾਈਟ ਨਾਓ ਬਹੁਤ ਜ਼ਿਆਦਾ ਕੋਈ ਇਹਦਾ ਬੈਨੀਫਿਟ ਬੋਡੀ ਤੇ ਨਹੀਂ ਲੱਗਿਆ, ਬਟ ਇਨੀਸ਼ੀਏਟਿਵ ਇਜ਼ ਗੁੱਡ। ਔਰ ਆਈ ਥਿੰਕ ਕੋਈ ਵੀ ਚੀਜ਼ ਨੂੰ ਆਪਾਂ ਅਪਣਾਉਂਦੇ ਹਾਂ ਤਾਂ ਫਸਟ ਟਾਈਮ ਉਹਦੇ ਇੰਨੀ ਜਲਦੀ ਬੈਨੀਫੀਸ਼ੀਅਲ ਰਿਜ਼ਲਟ ਤਾਂ ਨਹੀਂ ਨਜ਼ਰ ਆਉਂਦੇ, ਬਟ ਮੈਂ ਇਹਨੂੰ ਕੰਟੀਨਿਊ ਰੱਖੂੰਗਾ ਤੇ ਮੈਨੂੰ ਬੈਨੀਫੀਸ਼ੀਅਲ ਰਿਜ਼ਲਟ ਡੈਫੀਨਿਟਲੀ ਨਜ਼ਰ ਆਉਣਗੇ, ਮੇਰਾ ਇਹ ਕਹਿਣਾ ਹੈ। ਬਿਲਕੁਲ ਬਿਲਕੁਲ, ਇਹ ਸੋਰਟ ਆਫ ਡੀਟੌਕਸੀਫਿਕੇਸ਼ਨ ਹੁੰਦੀ ਹੈ ਜੀ, ਕਿ ਹੌਲੀ ਹੌਲੀ ਕਰਕੇ ਨਾ, ਕਈ ਵਾਰੀ ਆਪਾਂ ਨੂੰ ਹੌਲੀ ਹੌਲੀ ਕਰਕੇ ਪ੍ਰੋਸੈਸ ਦਿਖਦੀ ਹੈ, ਕਈਆਂ ਨੂੰ ਸ਼ੁਰੂ ਦੇ ਵਿੱਚ ਹੀ ਦਿਖਦੇ ਆ, ਕਈ ਵਾਰੀ ਸ਼ੁਰੂ ਦੇ ਵਿੱਚ ਉਹਨਾਂ ਧਿਆਨ ਨਹੀਂ ਲੱਗਦਾ। ਬੈੱਡ ਦੇ ਉੱਪਰ ਬੈਠ ਕੇ ਕਰ ਰਿਹਾ ਸੀ ਤਾਂ ਮੇਰੀ ਜਿਹੜੀ ਬੈਕ ਹੈ ਥੋੜੀ ਸਟ੍ਰੈਚ ਹੋ ਰਹੀ ਸੀ, ਮੈਂ ਫੇਲ ਕੀਤੀ, ਤੇ ਮੇਬੀ ਮੇਰਾ ਬੋਡੀ ਪੋਸਚਰ ਉਹਦੇ ਤੇ ਗੱਦੇ ਤੇ ਬੈਠਣ ਕਰਕੇ ਹੋ ਸਕਦਾ ਹੈ। ਤੇ ਨੈਕਸਟ ਟਾਈਮ ਮੈਂ ਡਿਫਰੈਂਟ ਵੇ ਨਾਲ ਇਹਨੂੰ ਕਰਕੇ ਦੇਖੂੰਗਾ ਕਿ ਟੇਬਲ ਤੇ ਜਾਂ ਫਿਰ ਫਰਸ਼ ਤੇ ਬੈਠ ਕੇ, ਸੋ ਦੈਟ ਬੋਡੀ ਦਾ ਪੋਸਚਰ ਥੋੜਾ ਹੋਰ ਸਿੱਧਾ ਰਵੇ। ਹਾਂ, ਪਰ ਮੈਨੂੰ ਇਹ ਅੱਛਾ ਲੱਗਿਆ ਇਨੀਸ਼ੀਏਟਿਵ। ਠੀਕ ਹੈ, ਥੈਂਕ ਯੂ ਜੀ। ਅੱਛਾ, ਜਲਦੀ ਤੋਂ ਕਿਸੇ ਹੋਰ ਨੇ ਸ਼ੇਅਰ ਕਰਨਾ ਹੋਵੇ ਆਪਣਾ ਜਸਟ ਐਕਸਪੀਰੀਅੰਸ, ਫਿਰ ਆਪਾਂ ਥੋੜਾ ਜਿਹਾ ਡਿਸਕਸ਼ਨ ਕਰਾਂਗੇ ਇਸ ਦੇ ਬਾਰੇ। ਹਾਂਜੀ ਗੋਰਾਂਗੀ ਜੀ, ਹਾਂਜੀ ਹਾਂਜੀ ਜੀ ਮੈਂ ਅਰਸ਼ ਜੀ, ਹਾਂਜੀ ਕਿਵੇਂ ਦੱਸੋ, ਮੇਰੀ ਗੱਲ ਨਹੀਂ ਸੁਣ ਰਹੇ। ਮੈਮ ਤੁਹਾਡੀ ਗੱਲ ਸੁਣ ਰਹੀ ਹੈ, ਤੁਸੀਂ ਹੁਣ ਬੋਲੋ ਇੱਕ ਵਾਰ। ਹਾਂਜੀ ਹਾਂਜੀ ਸਰ, ਮੈਂ ਕਹਿ ਰਹੀ ਸੀ ਕਿ ਮੇਰੇ ਨਾ ਥੋੜਾ ਹੈਡੇਕ ਜ਼ਿਆਦਾ ਹੋਣ ਲੱਗ ਗਿਆ ਜਦੋਂ ਮੈਂ ਕਰ ਰਹੀ ਸੀ ਨਾ, ਤਾਂ ਮੈਨੂੰ ਐ ਲੱਗਿਆ ਕਿ ਜਦੋਂ ਉੱਪਰ ਨੂੰ ਤੁਸੀਂ ਕਹਿ ਰਹੇ ਸੀ ਕਿ ਬੀ ਕਰੋ ਜਾਂ ਸੀ, ਉਦੋਂ ਮੇਰੇ ਹੈਡ ਤੇ ਪੇਨ ਜ਼ਿਆਦਾ ਆ ਰਿਹਾ ਸੀ। ਠੀਕ ਹੈ ਮੈਮ, ਤੁਹਾਨੂੰ ਪਹਿਲਾਂ ਵੀ ਆਈ ਥਿੰਕ ਹੋਏਗਾ ਥੋੜਾ ਬਹੁਤ ਹੈਡੇਕ, ਹੈ ਨਾ? ਤਾਂ ਹੋਏਗਾ, ਹਾਂ। ਉਹ ਕਈ ਵਾਰੀ ਮਤਲਬ ਸੋਰਟ ਆਫ ਜਿਹਨੂੰ ਕਹਿੰਦੇ ਨੇ ਡੀਟੌਕਸੀਫਿਕੇਸ਼ਨ ਵਾਲਾ ਪਾਰਟ ਹੁੰਦਾ ਹੈਗਾ, ਇਹ ਥੋੜਾ ਜਿਹਾ ਜਿਨ੍ਹਾਂ ਨੂੰ ਆਲਰੇਡੀ ਹੁੰਦਾ ਉਹਨਾਂ ਨੂੰ ਥੋੜਾ ਜਿਹਾ ਨਿਕਲਦਾ ਵੀ ਹੈਗਾ, ਥੋੜਾ ਜਿਹਾ ਰਿਲੈਕਸੇਸ਼ਨ ਟਾਈਮ ਜਿਵੇਂ ਹੁੰਦਾ ਨਾ, ਜ਼ਿਆਦਾ ਉਹ ਹੁੰਦਾ ਹੈਗਾ। ਕਈ ਵਾਰੀ ਤੁਸੀਂ ਵੀ ਫੀਲ ਕੀਤਾ ਹੋਊਗਾ ਕਿ ਆਪਾਂ ਦਿਨ ਭਰ ਚੱਲਦੇ ਰਹਿੰਦੇ ਹਾਂ, ਆਪਣੀਆਂ ਲੱਤਾਂ ਦਰਦ ਨਹੀਂ ਕਰਦੀਆਂ, ਪਰ ਜਦੋਂ ਆਪਾਂ ਰਿਲੈਕਸ ਕਰ ਲੈਂਦੇ ਹਾਂ ਉਦੋਂ ਦਰਦ ਫੀਲ ਹੁੰਦਾ ਹੈਗਾ। ਇਹ ਐਕਚੁਅਲ ਚ ਰਿਲੈਕਸੇਸ਼ਨ ਵਾਲਾ ਪਾਰਟ ਹੀ ਹੁੰਦਾ, ਉਹ ਕਿਤੇ ਨਾ ਕਿਤੇ ਕਈ ਵਾਰੀ ਆਪਣੀਆਂ ਹਿਡਨ ਜਿਹੜੀਆਂ ਉਹ ਹੁੰਦੀਆਂ ਉਹ ਉਸ ਟਾਈਮ ਨਹੀਂ ਨਿਕਲਦੀਆਂ, ਜਦੋਂ ਆਪਾਂ ਰਿਲੈਕਸ ਕਰਦੇ ਹਾਂ ਉਦੋਂ ਜ਼ਿਆਦਾ ਨਿਕਲ ਕੇ ਆਉਂਦਾ ਹੈਗਾ ਬਾਹਰ। ਬਟ ਉਹ ਲਾਈਕ ਇਹਦੇ ਨਾਲ ਹੌਲੀ ਹੌਲੀ ਕਰਕੇ ਨਿਕਲ ਜਾਏਗਾ ਤੁਹਾਡਾ, ਬਟ ਤੁਸੀਂ ਥੋੜਾ ਜਿਹਾ ਨਾ ਵਾਟਰ ਇਨਟੇਕ ਵੱਧ ਰੱਖੋ, ਉਹਦੇ ਨਾਲ ਡੀਟੌਕਸੀਫਿਕੇਸ਼ਨ ਜਲਦੀ ਹੁੰਦੀ ਹੈਗੀ। ਹਾਂ, ਅਦਰਵਾਈਜ਼ ਵੀ ਕਰੋਨਾ ਦੇ ਵਿੱਚ ਵੀ ਫਲੂਇਡ ਇਨਟੇਕ ਜ਼ਿਆਦਾ ਚਾਹੀਦਾ ਹੈਗਾ, ਤੇ ਈਵਨ ਜਦੋਂ ਤੁਸੀਂ ਜੇ ਹੈਡੇਕ ਹੋ ਰਿਹਾ ਤੁਹਾਨੂੰ, ਤਾਂ ਇਹ ਰਿਲੈਕਸੇਸ਼ਨ ਦੇ ਨਾਲ ਹੋ ਜਾਂਦਾ ਹੈਗਾ। ਜਦੋਂ ਤੁਹਾਨੂੰ ਆਲਰੇਡੀ ਥੋੜੀ ਜਿਹੀ ਦਿੱਕਤ ਚੱਲ ਰਹੀ ਹੁੰਦੀ ਹੈ, ਤਾਂ ਤੁਸੀਂ ਪਾਣੀ ਜ਼ਿਆਦਾ ਪੀਓਗੇ, ਥੋੜਾ ਟਾਈਮ ਕਰੋਗੇ ਨਾ, 1-2 ਦਿਨ ਜੇ ਲਗਾਤਾਰ ਕਰੋਗੇ ਤਾਂ ਉਹ ਬਿਲਕੁਲ ਠੀਕ ਹੋ ਜਾਏਗਾ। ਠੀਕ ਹੈ ਸਰ, ਥੈਂਕ ਯੂ ਸਰ। ਜੀ ਹਾਂਜੀ। ਹੋਰ ਕਿਸੇ ਦਾ ਕੋਈ ਡਾਊਟ, ਹੋਰ ਕਿਸੇ ਨੇ ਕੋਈ ਸ਼ੇਅਰ ਕਰਨਾ ਹੋਵੇ ਫਿਰ? ਹਾਂਜੀ ਸਰ, ਬੰਸਲ ਜੀ ਇੱਕ ਚੀਜ਼ ਪੁੱਛਣੀ ਸੀਗੀ। ਜੀ ਜੀ, ਇਹ ਸੀਆਰਪੀ ਜੋ ਹੁੰਦੀ ਹੈ ਵੈਲਿਊ, ਇਹ ਇਸ ਵੇਲੇ ਟੈਸਟ ਕਰਵਾਈ ਸੀਗੀ ਤਾਂ 33 ਆਈ ਹੈ। ਇੱਕ ਮਿੰਟ ਗਿਆਨ ਜੀ ਪਲੀਜ਼, ਇਹ ਮੈਂ ਥੋੜੀ ਕੁਐਰੀ ਤੁਹਾਡੇ ਹੋਲਡ ਤੇ ਰੱਖ ਰਿਹਾ, ਆਪਾਂ ਇੱਕ ਵਾਰ ਮੈਡੀਟੇਸ਼ਨ ਦੇ ਰਿਲੇਟਡ ਪੂਰਾ ਕਰ ਲਈਏ, ਫਿਰ ਆਪਾਂ ਦੂਜੀਆਂ ਕੁਐਰੀ ਤੇ ਆਵਾਂਗੇ ਜਰੂਰ। ਠੀਕ ਹੈ। ਮੈਡੀਟੇਸ਼ਨ ਦੇ ਰਿਲੇਟਡ ਕੁਝ ਸ਼ੇਅਰ ਤਾਂ ਨਹੀਂ ਕਰਨਾ ਕਿਸੇ ਨੇ ਹੋਰ? ਜੀ ਬਸ ਇੱਕ ਕਲਾਸ ਗੌਰਵ ਜੀ, ਗੌਰਵ ਜੀ। ਹਾਂਜੀ, ਮੈਂ ਮੈਡੀਟੇਸ਼ਨ ਕਰ ਲਈ ਹੁਣ ਨਹੀਂ, ਮੈਂ ਪਿਛਲੇ 3 ਮਹੀਨੇ ਤੋਂ ਸਟਾਰਟ ਕੀਤੀ ਹੋਈ ਸੀ, ਜਦੋਂ ਕਰੋਨਾ ਕੁਝ ਕਾਫੀ ਡਰ ਜਿਹਾ ਫੈਲਿਆ ਹੋਇਆ ਸੀਗਾ ਜੀ। ਮੈਂ ਕਹੂੰਗਾ ਕਿ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ, ਬਿਕੋਜ਼ ਈਵਨ ਮੈਂ ਬਹੁਤ ਯੰਗ ਹੈ, 32-33। ਇਹ ਮੈਡੀਟੇਸ਼ਨ ਦਾ ਜੋ ਬੈਨੀਫਿਟਸ ਮੈਂ ਪਿਛਲੇ 3 ਮਹੀਨੇ ਦੇਖਿਆ ਆਪਣੀ ਬੋਡੀ ਦੇ ਵਿੱਚ, ਇਟਸ ਅ ਲੋਟ। ਤੇ ਕਿਸੇ ਨੇ ਵੀ ਅਗਰ ਕਰਨਾ ਚਾਹੁੰਦਾ, YouTube ਤੇ ਬਹੁਤ ਸਾਰੀ ਵੀਡੀਓਜ਼ ਜਾਂ ਵੀਡੀਓਜ਼ ਤਾਂ ਨਹੀਂ ਮੈਂ ਕਹੂੰਗਾ, ਇੱਕ ਆਡੀਓ ਸੈਸ਼ਨਸ ਹੈ ਗਾਈਡਡ ਮੈਡੀਟੇਸ਼ਨ, ਜੀ, ਜਿਹੜਾ ਵੀ ਕਰਦਾ ਮੈਂ ਉਹ ਫੋਲੋ ਕਰਦਾ, ਕਾਫੀ ਰਿਲੈਕਸਿੰਗ ਹੁੰਦੀ, ਕਾਫੀ ਅੱਛਾ ਹੈ ਬੈਨੀਫਿਟਸ ਉਹਦੇ। ਤੇ ਬਾਕੀ ਵੀ ਕਰ ਸਕਦੇ ਆ ਕਰਨਾ ਚਾਹਣ ਤਾਂ ਗਾਈਡਡ ਮੈਡੀਟੇਸ਼ਨ ਦੇ ਨਾਮ ਤੇ। ਇਹ ਗਾਈਡਡ, ਬਿਲਕੁਲ ਗੌਰਵ ਜੀ, ਜਿੱਦਾਂ ਤੁਸੀਂ ਕਿਹਾ ਬਹੁਤ ਹੀ ਜ਼ਿਆਦਾ ਮੈਡੀਟੇਸ਼ਨ ਦੇ ਫਾਇਦੇ ਹੈ। ਲਾਈਕ ਇੰਡੀਆ ਦੇ ਵਿੱਚ ਤਾਂ ਆਪਾਂ ਓਰੀਜਿਨੇਟ ਹੀ ਕੀਤੀ ਹੈ ਮੈਡੀਟੇਸ਼ਨ, ਪਰ ਕਿਤੇ ਨਾ ਕਿਤੇ ਆਪਾਂ ਖੁਦ ਇਸ ਤੋਂ ਪਿੱਛੇ ਹਟ ਰਹੇ ਹਾਂ, ਤਾਂ ਲਾਈਕ ਫੋਰਨਰਸ ਹੁਣ ਇਹਨੂੰ ਅਪਣਾ ਰਹੇ ਹੈਗੇ ਆ। ਬਟ ਤੁਸੀਂ ਕੋਈ ਵੀ ਮੈਡੀਟੇਸ਼ਨ ਕਰ ਸਕਦੇ ਹੋ, ਗਾਈਡਡ ਮੈਡੀਟੇਸ਼ਨ, ਜਿੱਦਾਂ ਗੌਰਵ ਜੀ ਨੇ ਕਿਹਾ YouTube ਤੇ ਵੀ ਅਵੇਲੇਬਲ ਹੈਗੀ ਹੈ। ਅਦਰਵਾਈਜ਼ ਜਿਹੜੀ ਆਪਾਂ ਹੁਣ ਕੀਤੀ ਇਹ ਵੀ ਗਾਈਡਡ ਮੈਡੀਟੇਸ਼ਨ ਹੈ, ਬਟ ਇਹ ਤੁਸੀਂ ਸੈਲਫ ਇਹ ਇਸ ਲਈ ਆਪਾਂ ਚੂਜ਼ ਕੀਤੀ ਅੱਜ ਕਰਵਾਉਣ ਲਈ, ਕਿਉਂਕਿ ਇਹ ਬੜੀ ਸਿੰਪਲ ਟੈਕਨੀਕ ਹੈਗੀ ਹੈ, ਤੇ ਥੋੜੀ ਵਾਰ ਕਰਨ ਨਾਲ ਤੁਸੀਂ ਖੁਦ ਵੀ ਕਰ ਸਕਦੇ ਹੈਗੇ ਹੋ, ਇਹ ਈਜ਼ੀਲੀ ਕਰ ਸਕਦੇ ਹੋ, ਤੇ ਕਿਸੇ ਵੀ ਕੰਪਨੀ ਦੇ ਵਿੱਚ। ਹਾਂਜੀ ਗੌਰਵ ਜੀ। ਕਿਉਂਕਿ ਜਨਰਲੀ ਕੀ ਹੁੰਦਾ ਕਿ ਸਟਾਰਟਿੰਗ ਜਦੋਂ ਆਪਾਂ ਕਰਦੇ ਹਾਂ ਨਾ, ਤਾਂ ਕੋਈ ਸਾਹਮਣੇ ਹੋਵੇ ਤਾਂ ਬੈਟਰ ਹੈ। ਡੇਲੀ ਸ਼ਾਇਦ ਤੁਸੀਂ ਨਹੀਂ ਹੋ ਪਾਓਗੇ ਤਾਂ ਕਿਸੇ ਨੂੰ ਹੈਲਪ ਕਰਨ ਲਈ ਮੈਡੀਟੇਸ਼ਨ, ਕਿਉਂਕਿ ਬਹੁਤ ਔਖੀ ਐਵੇਂ ਨਹੀਂ ਹੈ, ਬਹੁਤ ਸੌਖੀ ਚੀਜ਼ ਨਹੀਂ ਹੈ। ਮੈਡੀਟੇਸ਼ਨ ਇੱਕ ਡੀਪਲੀ ਕਰਨਾ ਬਹੁਤ ਟਫ ਹੈ, ਤੇ ਤੁਸੀਂ ਡੇਲੀ ਸ਼ਾਇਦ ਨਹੀਂ ਹੋਗੇ,
ਹਾਂ ਡੇਲੀ ਨਹੀਂ ਕਰਵਾ ਪਾਵਾਂਗੇ ਪਰ ਆਪਾਂ ਇਹ ਸੈਸ਼ਨ ਜ਼ਰੂਰ ਰਿਕਾਰਡ ਕਰ ਰਹੇ ਹਾਂ, ਇਹਨੂੰ ਵੀ YouTube ਤੇ ਪਾ ਦਾਂਗੇ, ਤੁਹਾਡੇ ਨਾਲ ਇਹ ਵਾਲਾ ਲਿੰਕ ਵੀ ਸ਼ੇਅਰ ਕਰ ਦਾਂਗੇ। ਤਾਂ ਤੁਸੀਂ ਜੇ ਇਹਦੇ ਵਿੱਚੋਂ ਹੀ ਦੇਖ ਕੇ ਕਰਨਾ ਹੋਵੇ ਤਾਂ ਇਹ ਵੀ, ਨਹੀਂ ਤਾਂ ਅਦਰਵਾਈਜ਼ ਹਾਂ YouTube ਤੇ ਬਹੁਤ ਅੱਛੀਆਂ ਮੈਡੀਟੇਸ਼ਨ ਹੋਰ ਵੀ ਅਵੇਲੇਬਲ ਹੈ, ਤੁਸੀਂ ਆਪਦੇ ਕੰਫਰਟ ਦੇ ਅਕੋਰਡਿੰਗਲੀ ਕੋਈ ਵੀ ਚੂਜ਼ ਕਰ ਸਕਦੇ ਹੋ। ਬਟ ਮੈਡੀਟੇਸ਼ਨ ਦੇ ਡੈਫੀਨੇਟਲੀ ਕੋਈ ਵੀ ਤੁਸੀਂ ਕਰੋ, ਪਰ ਜਦੋਂ ਤੁਸੀਂ ਇੱਕ ਲੈਵਲ ਤੁਸੀਂ ਅੱਜ ਅਚੀਵ ਕਰ ਲਿਆ ਨਾ, ਜਿਹੜਾ ਤੁਸੀਂ ਜਸਟ ਅੱਜ ਇੱਕ ਤੁਹਾਨੂੰ ਜਿਵੇਂ ਟੇਸਟ ਦੇਣ ਵਾਲੀ ਗੱਲ ਸੀ, ਤਾਂ ਇੱਕ ਤੁਸੀਂ ਲੈਵਲ ਅਚੀਵ ਕੀਤਾ ਜਿਹੜਾ A ਲੈਵਲ ਦੇ ਉੱਤੇ ਪਹੁੰਚ ਕੇ ਕੀਤਾ। ਐਕਚੁਅਲ ਦੇ ਵਿੱਚ ਮੈਡੀਕਲੀ ਅਸੀਂ ਉਹਨੂੰ ਕਹਿੰਦੇ ਆ ਕਿ ਆਪਣੀਆਂ ਬ੍ਰੇਨ ਦੀਆਂ ਵੇਵਸ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ, ਜਿਹੜੀਆਂ EEG ਜਦੋਂ ਆਪਾਂ ਕਰਦੇ ਇਲੈਕਟ੍ਰੋਐਨਕੈਫਲੋਗ੍ਰਾਮ, ਜਿਵੇਂ ਹਾਰਟ ਦੀ ECG ਹੁੰਦੀ ਹੈ, ਬ੍ਰੇਨ ਦੀ EEG ਹੁੰਦੀ ਹੈ। ਤਾਂ EEG ਦੇ ਵਿੱਚ ਜਿਹੜੀਆਂ ਵੇਵਸ ਹੁੰਦੀਆਂ ਨਾ ਆਪਣੀਆਂ, ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਹੁਣ ਤਾਂ ਉਹ ਬੜੀਆਂ ਤੇਜ਼ ਚੱਲ ਰਹੀਆਂ ਹੁੰਦੀਆਂ ਵੇਵਸ, ਉਹਨੂੰ ਬੀਟਾ ਵੇਵਸ ਅਸੀਂ ਕਹਿੰਦੇ ਹੈਗੇ ਆ। ਪਰ ਜਦੋਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਉਦੋਂ ਉਹ ਅਲਫਾ ਲੈਵਲ ਦੇ ਉੱਤੇ ਪਹੁੰਚ ਜਾਂਦੀਆਂ, ਜਿਹੜਾ ਬੜਾ ਰਿਲੈਕਸਿੰਗ ਸਟੇਟ। ਤਾਂ ਜਦੋਂ ਆਪਾਂ ਡੀਪ ਸਲੀਪ ਦੇ ਵਿੱਚ ਹੁੰਦੇ ਆ ਉਦੋਂ ਉਹ ਉਸ ਤੋਂ ਵੀ ਜ਼ਿਆਦਾ ਘੱਟ ਹੋ ਜਾਂਦੀਆਂ, ਬਟ ਸਭ ਤੋਂ ਹੈਲਦੀ ਲੈਵਲ ਜਿਹੜਾ ਹੈਗਾ ਉਹ ਅਲਫਾ ਸਟੇਟ ਹੈ। ਅਲਫਾ ਸਟੇਟ ਦੇ ਵਿੱਚ ਜਦੋਂ ਆਪਾਂ ਰਹਿੰਦੇ ਹਾਂ ਤਾਂ ਆਪਣੇ ਅੰਦਰ ਆਪਣੇ ਆਪ ਪੋਜ਼ਿਟਿਵਿਟੀ ਆਉਂਦੀ ਹੈਗੀ ਹੈ। ਤਾਂ ਇਹ ਸਟੇਟ ਹੈ ਜਿਹੜੀ ਲਾਈਕ ਹੁਣ ਰਿਲੈਕਸੇਸ਼ਨ ਦੀ ਸਟੇਟ ਤੁਸੀਂ ਫੀਲ ਕੀਤੀ, ਉਹ ਤੁਸੀਂ ਜੇ ਕਿਸੇ ਵੀ ਮੈਡੀਟੇਸ਼ਨ ਨਾਲ ਅਚੀਵ ਕਰਦੇ ਹੋ ਤਾਂ ਉਹ ਸਭ ਤੋਂ ਹੈਲਦੀ ਸਟੇਟ ਹੈਗੀ ਹੈ। ਤਾਂ ਤੁਸੀਂ ਉਸ ਦੇ ਵਿੱਚ ਜਿੰਨਾ ਟਾਈਮ ਦਿਨ ਦੇ ਵਿੱਚ 10 ਮਿੰਟ 20 ਮਿੰਟ 30 ਮਿੰਟ ਜਿੰਨਾ ਵੀ ਟਾਈਮ ਵੱਧ ਤੋਂ ਵੱਧ ਰਹਿ ਸਕੋ, ਤਾਂ ਉਹ ਤੁਹਾਨੂੰ ਆਪਣੇ ਆਪ ਤੁਹਾਡੀਆਂ ਨੈਗੇਟਿਵ ਥੋਟਸ ਅੰਦਰੋਂ ਨਿਕਲ ਜਾਣਗੀਆਂ, ਐਂਗਜ਼ਾਇਟੀ ਨਿਕਲ ਜਾਏਗੀ, ਸਲੀਪਿੰਗ ਪ੍ਰੋਬਲਮਸ ਹੈ ਉਹ ਆਪਣੇ ਆਪ ਨਿਕਲ ਜਾਣਗੀਆਂ। ਤਾਂ ਇਹ ਤੁਸੀਂ ਜ਼ਰੂਰ ਮੈਡੀਟੇਸ਼ਨ ਨੂੰ ਜ਼ਰੂਰ ਫੋਲੋ ਕਰੋ। ਯੋਗਾ ਸੈਸ਼ਨਸ ਵੀ ਅਸੀਂ ਲਾਈਕ ਜਿਵੇਂ ਆਪਾਂ ਗੱਲ ਕੀਤੀ, ਐਕਚੁਅਲ ਬੇਸਿਕਸ ਯੋਗਾ ਤੋਂ ਸਟਾਰਟ ਹੁੰਦਾ ਹੈਗਾ। ਯੋਗਾ ਦੇ ਵਿੱਚ ਆਪਾਂ ਬੋਡੀ ਦੀ ਐਕਸਰਸਾਈਜ਼ ਕਰਦੇ ਹਾਂ, ਪ੍ਰਾਣਾਯਾਮ ਦੇ ਵਿੱਚ ਆਪਾਂ ਬ੍ਰੈਥ ਦੀ ਐਕਸਰਸਾਈਜ਼ ਕਰਦੇ ਹਾਂ, ਮੈਡੀਟੇਸ਼ਨ ਦੇ ਵਿੱਚ ਆਪਾਂ ਧਿਆਨ ਲਗਾਉਂਦੇ ਹੈਗੇ ਆ। ਇਸ ਪ੍ਰੋਸੈਸ ਦੇ ਵਿੱਚ ਆਪਾਂ ਥੋੜਾ ਥੋੜਾ, ਜਿਵੇਂ ਬਸਤ੍ਰਿਕਾ ਸੀ ਉਹ ਪ੍ਰਾਣਾਯਾਮ ਦਾ ਟਾਈਪ ਸੀਗੀ, ਜਿਹੜੀ ਆਪਾਂ ਬੋਡੀ ਨੂੰ ਕੰਟਰੈਕਟ ਰਿਲੈਕਸ ਕਰ ਰਹੇ ਸੀਗੇ ਉਹ ਸੂਖਸ਼ਮ ਵਿਆਯਾਮ ਉਹਨੂੰ ਆਪਾਂ ਕਹਿ ਦਿੰਦੇ ਹੈਗੇ, ਉਹ ਇਸ ਦੇ ਵਿੱਚ ਸੀਗਾ। ਇਹ ਜਸਟ ਇੱਕ ਤਰ੍ਹਾਂ ਦਾ ਇਦਾਂ ਦਾ ਪੈਕੇਜ ਹੈ C2A ਮੈਡੀਟੇਸ਼ਨ ਇਹਨੂੰ ਕਹਿੰਦੇ, ਜਿਹਦੇ ਵਿੱਚ ਥੋੜਾ ਥੋੜਾ ਤੁਹਾਡੇ ਕੋਲ ਸਾਰਾ ਕੁਝ ਹੋ ਜਾਂਦਾ ਥੋੜੇ ਟਾਈਮ ਦੇ ਵਿੱਚ, ਤੇ ਤੁਸੀਂ ਇਸ ਨੂੰ ਕਿਤੇ ਵੀ ਕਰ ਸਕਦੇ ਹੋ, ਈਵਨ ਬੈੱਡ ਤੇ ਬੈਠ ਕੇ ਕਰ ਸਕਦੇ ਹੋ, ਚੇਅਰ ਤੇ ਬੈਠ ਕੇ ਕਰ ਸਕਦੇ ਹੋ, ਆਫਿਸ ਦੇ ਵਿੱਚ ਵੀ ਕਰ ਸਕਦੇ ਹੋ, ਕਿਤੇ ਵੀ। ਸੁਰਿੰਦਰਪਾਲ ਜੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ? ਹਾਂਜੀ ਸਰ, ਨਮਸਕਾਰ ਜੀ। ਹਾਂਜੀ ਨਮਸਕਾਰ ਜੀ ਸਰ, ਮੈਂ ਜਦੋਂ ਪਹਿਲਾਂ ਸਟਾਰਟਿੰਗ ਕੀਤਾ ਨਾ, ਜਦੋਂ ਮਹਿਸੂਸ ਲੱਗਿਆ ਔਖਾ ਜਿਹਾ ਕਿ ਪੇਟ ਜਿਹਾ ਭਾਰਾ ਸੀਗਾ, ਹੁਣ ਬੜਾ ਰਿਲੈਕਸ ਫੀਲ ਹੋ ਰਿਹਾ ਜੀ, ਸਾਰੇ ਮੋਢੇ ਹਲਕੇ ਹੋ ਗਏ। ਬਹੁਤ ਮਿਹਰਬਾਨੀ ਸਰ, ਥੈਂਕ ਯੂ ਜੀ। ਮੈਨੂੰ ਲੱਗਦਾ ਨਹੀਂ ਕਿ ਮੈਂ ਕੋਵਿਡ ਪੈਂਸ਼ਨ ਹੈਗਾ, ਮੈਂ ਲੱਗਦਾ ਮੈਂ ਚਲਾ ਜਾਵਾਂ ਕੰਮ ਤੇ ਕੱਲ ਤੋਂ। ਨਹੀਂ ਤੁਸੀਂ 17 ਦਿਨ ਦਾ ਤਾਂ ਜ਼ਰੂਰ ਆਪਣਾ ਕੁਆਰੰਟਾਈਨ ਪੀਰੀਅਡ ਪੂਰਾ ਕਰੋ, ਤੇ ਬਟ ਜੇ ਤੁਸੀਂ ਇਹ ਕਰਦੇ ਰਹੋਗੇ, ਐਕਚੁਅਲ ਨਾ ਮੈਡੀਟੇਸ਼ਨ ਹੈ ਨਾ, ਇਹ ਤੁਹਾਡੀਆਂ ਹਿਡਨ ਪਾਵਰਸ ਨੂੰ ਬਾਹਰ ਲੈ ਕੇ ਆਉਂਦੀ ਹੈ। ਐਕਚੁਅਲ ਅੱਜ ਕੱਲ ਨਾ ਆਪਣਾ ਜਿਹੜਾ ਲਾਈਫ ਸਟਾਈਲ ਹੈ, ਆਪਾਂ ਕਦੇ ਵੀ ਬੰਦਾ ਥੱਕਦਾ ਉਹਨਾਂ ਥੱਕਦਾ ਨਹੀਂ, ਮੈਂਟਲੀ ਥੱਕਦਾ ਹੈਗਾ ਸਿਰਫ। ਫਿਜ਼ੀਕਲੀ ਆਪਾਂ ਵੈਸੇ ਵੀ ਕੋਈ ਇੰਨਾ ਕੰਮ ਅੱਜ ਕੱਲ ਨਹੀਂ ਕਰਦੇ ਹੈਗੇ ਕਿ ਆਪਾਂ ਫਿਜ਼ੀਕਲੀ ਥੱਕ ਜਾਈਏ। ਸਾਰੀ ਜਿਹੜੀ ਵੀ ਆਪਣੀ ਫੈਟੀਗ ਹੁੰਦੀ ਹੈ ਉਹ ਮੈਂਟਲੀ ਹੁੰਦੀ ਹੈਗੀ। ਇਸੇ ਕਰਕੇ ਤੁਸੀਂ ਮੈਂਟਲ ਰਿਲੈਕਸ ਹੋ ਗਏ ਤਾਂ ਬੋਡੀ ਵੀ ਰਿਲੈਕਸ ਫੀਲ ਕਰ ਰਹੀ ਹੈ। ਜਿਵੇਂ ਫੋਰ ਐਗਜ਼ਾਮਪਲ, ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦਵਾਂ, ਜਿਵੇਂ ਕੋਈ ਆਪਾਂ ਬੱਚੇ ਜਾਂ ਆਪਾਂ ਵੀ ਕੋਈ ਇਦਾਂ ਦਾ ਕੰਮ ਦੇ ਵਿੱਚ ਲੱਗੇ ਹੋਈਏ ਜਿਹਦੇ 'ਚ ਆਪਣਾ ਇੰਟਰਸਟ ਹੋਵੇ, ਚਾਹੇ ਆਪਣਾ ਖੇਲਣ ਦੇ ਵਿੱਚ ਇੰਟਰਸਟ ਹੈ, ਚਾਹੇ ਜੀ ਆਪਣਾ ਡਾਂਸਿੰਗ ਦੇ ਵਿੱਚ ਹੈ, ਜਾਂ ਆਪਣਾ ਕੁਝ ਹੋਰ ਇੰਟਰਸਟ ਹੈ। ਜਦੋਂ ਆਪਾਂ ਉਹ ਕੰਮ ਕਰਦੇ ਹਾਂ ਆਪਾਂ ਨੂੰ ਫੈਟੀਗ ਨਹੀਂ ਫੀਲ ਹੁੰਦਾ, ਆਪਾਂ ਕਿੰਨੀ ਵੀ ਦੇਰ ਕੰਮ ਕਰਦੇ ਰਹਿੰਦੇ ਹਾਂ। ਪਰ ਜਦੋਂ ਆਪਾਂ ਇਦਾਂ ਦਾ ਕੰਮ ਕਰਦੇ ਹਾਂ ਜਿਹੜਾ ਆਪਾਂ ਨੂੰ ਨਹੀਂ ਪਸੰਦ ਹੁੰਦਾ, ਤਾਂ ਉਦੋਂ ਆਪਾਂ ਬੜੀ ਜਲਦੀ ਥੱਕ ਜਾਂਦੇ ਹਾਂ। ਤਾਂ ਇਹ ਸਾਰਾ ਕੁਝ ਮੈਂਟਲ ਗੇਮ ਹੈ। ਤਾਂ ਜਦੋਂ ਤੁਸੀਂ ਮੈਂਟਲੀ ਰਿਲੈਕਸ ਹੋ ਜਾਂਦੇ ਹੋ ਤਾਂ ਬੋਡੀ ਆਟੋਮੈਟਿਕਲੀ ਰਿਲੈਕਸ ਹੋ ਜਾਂਦੀ ਹੈ, ਤੁਸੀਂ ਆਪਦੇ ਆਪ ਨੂੰ ਬੜਾ ਹਲਕਾ ਫੀਲ ਕਰਦੇ ਹੋ, ਤਾਂ ਤੁਹਾਡਾ ਮਨ ਵੀ ਕਰਦਾ ਹੈ ਕੰਮ ਕਰਨ ਦਾ ਜਾਂ ਕੋਈ ਵੀ ਕ੍ਰੀਏਟਿਵ ਕੰਮ ਕਰਨ ਦਾ। ਬਹੁਤ ਲੋਕ ਮੈਡੀਟੇਸ਼ਨ ਤੋਂ ਬਾਅਦ ਕ੍ਰੀਏਟਿਵ ਹੋ ਜਾਂਦੇ ਹੈਗੇ, ਜਿਹੜੇ ਕਦੇ ਹਿਡਨ ਉਹਨਾਂ ਨੂੰ ਹੌਬੀਜ਼ ਹੁੰਦੀਆਂ ਉਹ ਵੀ ਨਿਕਲ ਕੇ ਬਾਹਰ ਆਉਂਦੀਆਂ ਹੈਗੀਆਂ। ਇਸ ਕਰਕੇ ਬੜੇ ਜ਼ਿਆਦਾ ਮੈਡੀਟੇਸ਼ਨ ਦੇ ਮਤਲਬ ਬਹੁਤ ਜ਼ਿਆਦਾ ਫਾਇਦੇ ਹੈ। ਈਵਨ ਤੁਹਾਨੂੰ ਡਿਜ਼ੀਜ਼ ਦੇ ਵਿੱਚ ਵੀ ਹੈਲਪ ਕਰਦੀ ਹੈ। ਈਵਨ ਏਮਸ ਦੀਆਂ ਸਟੱਡੀਜ਼ ਨੇ ਅੱਜ ਕੱਲ੍ਹ ਜਿਹਦੇ ਵਿੱਚ ਇਹ ਪ੍ਰੂਵਨ ਹੈ ਕਿ ਬਹੁਤ ਸਾਰੀਆਂ ਡਿਜ਼ੀਜ਼ਸ ਦੇ ਵਿੱਚ ਮੈਡੀਟੇਸ਼ਨ ਨੇ, ਉਹਨਾਂ ਨੇ ਗਰੁੱਪਸ ਬਣਾਤੇ ਦੋ, ਇੱਕ ਲੋਕ ਮੈਡੀਟੇਸ਼ਨ ਕਰਦੇ ਸੀ, ਇੱਕ ਲੋਕ ਨੋਰਮਲ ਲਾਈਫ ਦੇ ਵਿੱਚ ਰੂਟੀਨ ਐਕਟੀਵਿਟੀਜ਼ ਕਰਦੇ ਸੀ। ਤਾਂ ਜਿਹੜੇ ਮੈਡੀਟੇਸ਼ਨ ਕਰ ਰਹੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਰਿਕਵਰੀ ਰੇਟ ਹੈ, ਬਹੁਤ ਜਲਦੀ ਹੋਇਆ ਉਹਨਾਂ ਦਾ। ਤਾਂ ਇਸ ਕਰਕੇ ਮੈਡੀਟੇਸ਼ਨ ਡੈਫੀਨੇਟਲੀ ਤੁਹਾਨੂੰ ਕਰਨੀ ਚਾਹੀਦੀ ਹੈਗੀ ਹੈ। ਜਿਹੜੀ ਵੀ ਮੈਡੀਟੇਸ਼ਨ ਤੁਸੀਂ ਫੋਲੋ ਕਰ ਸਕਦੇ ਹੋ, ਕੋਈ ਵੀ ਹੋਰ। ਪਰ ਜੇ ਤੁਸੀਂ ਇਹ ਵੀ C2A ਮੈਡੀਟੇਸ਼ਨ ਜਿਵੇਂ ਤੁਸੀਂ ਕੀਤੀ, ਤਾਂ ਇਹ ਆਪਾਂ ਰੂਟੀਨ ਦੇ ਵਿੱਚ ਜਿਨ੍ਹਾਂ ਨੇ ਕਰਨੀ ਹੋਏਗੀ, ਮੈਂ ਥੋੜਾ ਫ੍ਰੀਕੁਐਂਟਲੀ ਸ਼ੁਰੂ ਦੇ ਵਿੱਚ ਸੈਸ਼ਨਸ ਲੈ ਕੇ ਕਰਵਾਉਂਦਾ ਰਹੂੰਗਾ, ਫਿਰ ਤੁਸੀਂ ਰਿਕਾਰਡਡ ਵੀ ਇਹ ਕਰ ਸਕਦੇ ਹੋ। ਇਹ ਬਸ ਤੁਸੀਂ ਨਾ ਸੌਣ ਤੋਂ ਇਮੀਡੀਏਟਲੀ ਪਹਿਲਾਂ ਨਾ ਕਰਿਓ, ਕਿਉਂਕਿ ਇਹਦੇ ਨਾਲ એનર્ਜੀ ਲੈਵਲ ਥੋੜਾ ਵੱਧ ਜਾਂਦਾ ਹੈ। ਉਹਦੇ ਨਾਲ ਕਈ ਵਾਰੀ ਇਹ ਹੋ ਜਾਂਦਾ, ਜਿਵੇਂ ਤੁਸੀਂ ਸੁਰਿੰਦਰ ਜੀ ਨੇ ਵੀ ਕਿਹਾ ਵੀ ਮੇਰਾ ਕੰਮ ਕਰਨ ਨੂੰ ਜੀ ਕਰਦਾ ਹੈਗਾ, ਤਾਂ ਕਈ ਵਾਰੀ ਨੀਂਦ ਦੇ ਟਾਈਮ ਤੁਸੀਂ ਬਿਲਕੁਲ ਸੌਣ ਤੋਂ ਜਸਟ ਪਹਿਲਾਂ ਨਾ ਕਰੋ। ਉਹਦੇ ਨਾਲ ਕਈ ਵਾਰ ਨੀਂਦ ਦੀ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਫਿਰ ਸੌਣ, ਇਹ ਵਾਲੀ ਮੈਡੀਟੇਸ਼ਨ ਨਾ ਕਰੋ, ਕੁਝ ਹੋਰ ਤਰ੍ਹਾਂ ਦੀਆਂ ਮੈਡੀਟੇਸ਼ਨ ਸਲੀਪਿੰਗ ਵਾਲੀਆਂ ਹੈਗੀਆਂ।
ਸਲੀਪਿੰਗ ਦੇ ਲਈ ਤੁਸੀਂ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਐਕਸਰਸਾਈਜ਼ ਦੱਸ ਸਕਦਾ ਕਿ ਜੇ ਨੀਂਦ ਨਹੀਂ ਇੱਕ ਇਦਾਂ ਦੀ ਐਕਸਰਸਾਈਜ਼ ਹੁੰਦੀ ਹੈ ਕਿ ਤੁਸੀਂ ਰਿਵਰਸ ਸੋਚਣਾ ਸ਼ੁਰੂ ਕਰ ਦਿਓ। ਲਾਈਕ ਤੁਸੀਂ ਇਹ ਸੋਚਣਾ ਸ਼ੁਰੂ ਕਰ ਦਿਓ ਕਿ ਜੇ ਤੁਸੀਂ ਰਾਤ ਨੂੰ 10 ਵਜੇ ਸੋ ਰਹੇ ਹੋ ਕਿ ਤੁਸੀਂ 9 ਵਜੇ ਕੀ ਕੀਤਾ, 8:30 ਵਜੇ ਕੀ ਕੀਤਾ, 8 ਵਜੇ ਕੀ ਕੀਤਾ, 7:30 ਵਜੇ ਕੀ ਕੀਤਾ। ਲਾਈਕ ਰਿਵਰਸ ਸੋਚਣਾ ਸ਼ੁਰੂ ਕਰ ਲਓ। ਆਲਦੋ ਹੁਣ ਆਈਸੋਲੇਸ਼ਨ ਦੇ ਟਾਈਮ ਤੁਹਾਡੇ ਕੋਲ ਬਹੁਤਾ ਕੁਝ ਨਹੀਂ ਹੈ, ਉਦਾਂ ਦਾ ਸ਼ੈਡਿਊਲ ਹੀ ਹੋਏਗਾ, ਬਟ ਫਿਰ ਵੀ ਜਦੋਂ ਮਾਈਂਡ ਵਾਪਿਸ ਜਾਂਦਾ ਹੈ ਨਾ ਤਾਂ ਥੋੜਾ ਡੈਪਥ ਦੇ ਵਿੱਚ ਚਲਾ ਜਾਂਦਾ ਤਾਂ ਨੀਂਦ ਜਲਦੀ ਆ ਜਾਂਦੀ ਹੈਗੀ ਹੈ। ਤਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਹੋਰ ਵੀ ਸਲੀਪਿੰਗ ਦੇ ਲਈ ਐਕਸਰਸਾਈਜ਼ਸ ਹੈਗੀਆਂ ਕੁਝ ਮਾਈਂਡ ਦੀਆਂ ਜਿਹੜੀਆਂ ਤੁਸੀਂ ਕਰਕੇ ਈਜ਼ੀਲੀ ਸੋ ਸਕਦੇ ਹੈਗੇ ਹੋ, ਮਤਲਬ ਡੈਪਥ ਦੇ ਵਿੱਚ ਜਾ ਕੇ ਸੋ ਸਕਦੇ ਹੋ। ਇੱਕ ਇਹ ਉਹਦੇ ਵਿੱਚੋਂ ਇੱਕ ਚੀਜ਼ ਹੈ ਵੀ ਜੇ ਤੁਸੀਂ ਰਿਵਰਸ ਥਿੰਕਿੰਗ ਸ਼ੁਰੂ ਕਰ ਲਓ ਤਾਂ ਪਿਛਲੇ ਜੇ ਤੁਸੀਂ 48 ਘੰਟਿਆਂ 'ਚ ਸੋਚ ਸਕੋ, ਲਾਈਕ ਇਦੋਂ 1 ਘੰਟਾ ਪਹਿਲਾਂ ਕੀ ਕੀਤਾ, 7 ਵਜੇ ਕੀ, ਲਾਈਕ 7 ਵਜੇ ਤੋਂ 7 ਵਜੇ ਕੀ ਕੀਤਾ, 6 ਵਜੇ ਕੀ ਕੀਤਾ, 5 ਵਜੇ ਕੀ ਕੀਤਾ, 4 ਵਜੇ ਕੀ ਕੀਤਾ, ਤੁਸੀਂ ਖਾਣੇ ਦੇ ਵਿੱਚ ਕੀ ਖਾਧਾ ਹੈ ਨਾ, ਕਿਹਦੇ ਨਾਲ ਫੋਨ ਤੇ ਗੱਲ ਹੋਈ, ਫੋਨ ਤੇ ਕੀ ਗੱਲ ਹੋਈ, ਏਦਾਂ ਤੁਸੀਂ ਸੋਚਦੇ ਰਹੋਗੇ ਨਾ ਤਾਂ ਇਹ ਦੋ ਫਾਇਦੇ ਨੇ ਇਸਦੇ। ਇੱਕ ਤਾਂ ਨੀਂਦ ਆ ਜਾਂਦੀ ਹੈ, ਇੱਕ ਤੁਹਾਡੀ ਮੈਮਰੀ ਵੀ ਬੜੀ ਵੱਧ ਜਾਂਦੀ ਹੈ। ਜੇ ਰੈਗੂਲਰਲੀ ਤੁਸੀਂ ਇਹ ਕਰਦੇ ਰਹੋ ਤਾਂ ਤੁਸੀਂ ਬਾਅਦ ਦੇ ਵਿੱਚ ਸੋਚੋਗੇ ਜਿਹੜੀਆਂ ਚੀਜ਼ਾਂ ਤੁਸੀਂ ਜਲਦੀ ਭੁੱਲ ਜਾਂਦੇ ਸੀ ਉਹ ਭੁੱਲਣੀਆਂ ਵੀ ਬੰਦ ਹੋ ਜਾਂਦੀਆਂ। ਇੱਕ ਇਹ ਵੀ ਤੁਸੀਂ ਫੋਲੋ ਕਰਿਓ। ਬਾਕੀ ਇਹ ਮੈਡੀਟੇਸ਼ਨ ਜ਼ਰੂਰ ਆਪਾਂ ਕੰਟੀਨਿਊ, ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਡੀਟੇਸ਼ਨ ਦੇ ਸੈਸ਼ਨਸ, ਕਿਉਂਕਿ ਕਾਫੀ ਪੋਜ਼ਿਟਿਵ ਫੀਡਬੈਕ ਆਈ ਹੈ, ਅੱਛੀ ਫੀਡਬੈਕ ਆਈ ਹੈ, ਤਾਂ ਮੈਂ ਇਹ ਸੈਸ਼ਨਸ ਰੈਗੂਲਰਲੀ ਥੋੜੇ ਫ੍ਰੀਕੁਐਂਟਲੀ ਆਪਾਂ ਕਰਦੇ ਰਵਾਂਗੇ। ਬਾਕੀ ਇਹਦੀ ਜਿਹੜੀ ਰਿਕਾਰਡਿੰਗ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜ਼ਰੂਰ। ਬਾਕੀ ਅਦਰਵਾਈਜ਼ ਸਾਡਾ ਇਹ ਜਿਹੜੇ WhatsApp ਗਰੁੱਪਸ ਨੇ ਬੜੇ ਅੱਛੇ ਚੱਲ ਰਹੇ ਨੇ, ਤੁਹਾਡੇ ਸਾਰਿਆਂ ਦਾ ਬੜਾ ਸਹਿਯੋਗ ਮਿਲ ਰਿਹਾ। ਜਿਹੜੇ ਸਾਡੇ ਵੋਲੰਟੀਅਰਸ ਨੇ ਜਿਹੜੇ ਤੁਹਾਨੂੰ ਕਾਲਸ ਕਰ ਰਹੇ ਨੇ ਤਾਂ ਉਹ ਬਹੁਤ ਜ਼ਿਆਦਾ, ਲਾਈਕ 80 WhatsApp ਗਰੁੱਪਸ ਨੇ ਇਸ ਟਾਈਮ ਜਿਹੜੇ ਚੱਲ ਰਹੇ ਨੇ, 80 WhatsApp ਗਰੁੱਪਸ ਨੇ। ਤੁਸੀਂ ਵੀ ਕਿਸੇ ਨਾ ਕਿਸੇ WhatsApp ਗਰੁੱਪ ਦੇ ਵਿੱਚ ਪਾਰਟ ਹੋਵੋਗੇ। ਤਕਰੀਬਨ 10 ਤੋਂ ਲੈ ਕੇ 25 ਤੱਕ ਪਾਰਟਿਸਿਪੈਂਟਸ ਨੇ ਹਰ ਇੱਕ ਗਰੁੱਪ ਦੇ ਵਿੱਚ, ਤੇ ਅਸੀਂ 80 WhatsApp ਗਰੁੱਪ ਚਲਾ ਰਹੇ ਹਾਂ ਤਾਂ ਕਿ ਹਰ ਇੱਕ WhatsApp ਗਰੁੱਪ ਦੇ ਵਿੱਚ ਪੂਰਾ ਧਿਆਨ ਰੱਖਿਆ ਜਾ ਸਕੇ। ਮੈਂ ਆਲਮੋਸਟ ਸਾਰੇ 80 ਗਰੁੱਪਸ ਦਾ ਪਾਰਟ ਹੈਗੇ ਆ, ਤਾਂ ਮੈਂ ਵੀ ਜਿੰਨਾ ਵੀ ਟਾਈਮ ਨਿਕਲਦਾ ਅਸੀਂ ਦੇਖਦੇ ਰਹਿੰਦੇ ਹਾਂ। ਹੋਰ ਵੀ ਕੁਝ ਅਸੀਂ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਮੈਨੇਜ ਕਰ ਰਹੇ ਹਾਂ ਇਸ ਸਾਰੇ ਪ੍ਰੋਗਰਾਮ ਨੂੰ, ਅਸੀਂ ਸਾਰੇ ਗਰੁੱਪਸ ਦੇ ਵਿੱਚ ਪਾਰਟਿਸਿਪੈਂਟਸ ਹੈ। ਬਾਕੀ ਅਸੀਂ ਇੱਕ ਡੈਡੀਕੇਟਿਡ ਇੱਕ ਬੰਦਾ ਹਰ ਇੱਕ ਗਰੁੱਪ ਦੇ ਲਈ ਦਿੱਤਾ ਹੋਇਆ ਜਿਹੜੇ ਤੁਹਾਨੂੰ ਕਾਲਸ ਕਰਦੇ ਨੇ ਤੇ ਜਿਹੜਾ ਤੁਹਾਡੇ ਚੈੱਕ ਕਰਦੇ ਨੇ। ਤਾਂ ਉਹ ਜਿਹੜੀ ਵੀ ਕੋਈ ਐਮਰਜੈਂਸੀ ਹੁੰਦੀ ਹੈ ਨਾ, ਉਹ ਸਾਡਾ ਇੱਕ ਅਲੱਗ ਤੋਂ ਗਰੁੱਪ ਬਣਿਆ ਹੋਇਆ 80 ਲੋਕਾਂ ਦਾ ਜਿਹੜੇ ਉਹ ਨੇ, ਤਾਂ ਅਸੀਂ ਉਹਦੇ ਵਿੱਚ ਡਿਸਕਸ ਕਰਦੇ ਹਾਂ। ਸਾਡਾ ਸਾਰਾ ਰਾਬਤਾ CMO ਲੈਵਲ ਦੇ ਉੱਤੇ, DC ਸਾਹਿਬ ਨੇ, CMO ਨੇ, ਹੋਰ ਮੈਡੀਕਲ ਕਾਲਜ ਫਰੀਦਕੋਟ ਨਾਲ, ਸਾਰਿਆਂ ਨਾਲ ਸਾਡਾ ਪੂਰਾ ਇੱਕ ਚੈਨਲ ਬਣਿਆ ਹੋਇਆ ਤਾਂ ਕਿ ਜੇ ਕਿਸੇ ਨੂੰ ਕੋਈ ਅਰਜੈਂਟਲੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਨੂੰ ਕਿਹੜੇ ਲੈਵਲ ਦੀ ਕੇਅਰ ਚਾਹੀਦੀ ਹੈ, ਕਿੱਥੇ ਉਹਨਾਂ ਨੂੰ ਐਡਮਿਟ ਕਰਵਾਉਣਾ ਹੈ, ਕਿਵੇਂ ਕਰਨਾ ਹੈ। ਮਤਲਬ ਪਿਛਲੇ ਅਸੀਂ 1 ਮਹੀਨੇ ਦੇ ਕਰੀਬ ਤੋਂ ਇਹ ਪ੍ਰੋਸੈਸ ਲਗਾਤਾਰ ਕਰ ਰਹੇ ਹਾਂ WhatsApp ਗਰੁੱਪਸ ਵਾਲੀ। ਉਸ ਤੋਂ ਪਹਿਲਾਂ ਪੇਸ਼ੈਂਟ ਇੰਨੇ ਨਹੀਂ ਸੀ ਤਾਂ ਇੰਨੀ ਮੈਨੇਜਮੈਂਟ ਏਡੇ ਵੱਡੇ ਲੈਵਲ ਤੇ ਨਹੀਂ ਲੋੜ ਸੀਗੀ, ਪਰ ਹੁਣ ਜਦੋਂ ਪੇਸ਼ੈਂਟ ਕਾਫੀ ਵਧੇ ਨੇ ਤਾਂ ਅਸੀਂ ਡਿਸਟ੍ਰਿਕਟ ਦੇ ਵਿੱਚ ਇਹ ਮੈਨੇਜਮੈਂਟ ਅਸੀਂ DC ਆਫਿਸ ਦੇ ਥਰੂ ਕਰ ਰਹੇ ਹਾਂ। ਤਾਂ ਮੈਂ ਵੀ ਐਜ਼ ਨੋਡਲ ਆਫਿਸਰ ਇਸ ਦੇ ਵਿੱਚ ਕੰਮ ਕਰ ਰਿਹਾ ਹੈਗਾ ਹੋਮ ਆਈਸੋਲੇਸ਼ਨ ਦਾ। ਅਸੀਂ ਇਹ ਜਿਹੜਾ ਹੈਗਾ ਤਾਂ ਇਹਦੇ ਵਿੱਚ ਬੜੀ ਸਾਨੂੰ ਲਾਈਕ ਕਾਫੀ ਲੋਕਾਂ ਨੂੰ ਪ੍ਰੋਬਲਮ ਸੀ, ਕੁਝ ਡਿਲੀਵਰੀ ਸੀਗੀ, ਕੁਝ ਲੋਕਾਂ ਲਾਈਕ ਲੇਡੀਜ਼ ਦੀ ਜਿਹੜੀ ਹੋਰ ਹਸਪੀਟਲ ਦੇ ਵਿੱਚ ਨਹੀਂ ਹੋ ਰਹੀ ਸੀ, ਅਸੀਂ ਉਹਨਾਂ ਨੂੰ ਲਾਈਕ ਪ੍ਰੋਪਰ ਕੇਅਰ ਸੈਂਟਰ ਤੇ ਪਹੁੰਚਾਇਆ ਜਿੱਥੇ ਉਹਨਾਂ ਦੀ ਈਜ਼ੀਲੀ ਡਿਲੀਵਰੀ ਹੋ ਸਕੀ, ਕਿਉਂਕਿ ਕਰੋਨਾ ਪੋਜ਼ਿਟਿਵ ਦੇ ਵਿੱਚ ਕਈ ਵਾਰ ਦਿੱਕਤ ਆਉਂਦੀ ਹੈ। ਅਦਰਵਾਈਜ਼ ਵੀ ਕਿਸੇ ਨੂੰ ਕੋਈ ਹੈਲਥ ਰਿਲੇਟਡ ਇਸ਼ੂਜ਼ ਨੇ ਉਹ ਅਸੀਂ ਇਸ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਦੇ ਇਸ਼ੂ ਸੋਲਵ ਹੋਣ। ਤੇ ਸਾਨੂੰ ਫੀਡਬੈਕ ਵੀ ਕਾਫੀ ਅੱਛੀ ਮਿਲੀ ਹੈ। ਕਾਫੀ ਲੋਕ ਜਿਹੜੇ ਹੁਣ ਲਾਈਕ ਮੋਰ ਦੈਨ 300-400 ਲੋਕ ਨੇ ਜਿਹੜੇ ਆਲਰੇਡੀ ਪੂਰੇ ਸਾਡੇ 17 ਦਿਨ ਇਸ ਪ੍ਰੋਸੈਸ ਦੇ ਵਿੱਚੋਂ ਨਿਕਲ ਚੁੱਕੇ ਨੇ WhatsApp ਗਰੁੱਪਸ ਦੇ ਵਿੱਚੋਂ, ਤਾਂ ਉਹ ਬੜਾ ਅੱਛੀ ਉਹਨਾਂ ਦੀ ਫੀਡਬੈਕ ਹੈ। ਤਾਂ ਤੁਸੀਂ ਵੀ ਸਾਰੇ ਜਿਹੜੇ ਜੁੜੇ ਹੋਏ ਹੋ ਤਾਂ ਆਈ ਥਿੰਕ ਬੜਾ ਈਜ਼ੀਲੀ ਤੁਹਾਡਾ ਟਾਈਮ ਜਿਹੜਾ 17 ਦਿਨ ਦਾ ਉਹ ਨਿਕਲ ਜਾਏਗਾ, ਬੜਾ ਅੱਛੇ ਤਰੀਕੇ ਨਾਲ ਨਿਕਲ ਜਾਏਗਾ। ਇਸ ਤੋਂ ਇਲਾਵਾ ਨਾ ਅਸੀਂ ਜ਼ੂਮ ਮੀਟਿੰਗਸ ਜ਼ਰੂਰ ਤੁਸੀਂ ਸੁਣੀਓ, ਜਿਹੜੀ ਹੁਣ ਵਾਲੀ ਵੀ ਆਪਾਂ ਰਿਕਾਰਡ ਕਰ ਰਹੇ ਹਾਂ। ਇਸ ਤੋਂ ਇਲਾਵਾ ਵੀ ਅਸੀਂ ਸਾਰੇ ਸਪੈਸ਼ਲਿਸਟ, ਮੈਡੀਕਲ ਸਪੈਸ਼ਲਿਸਟ ਦੇ ਨਾਲ, ਡਾਈਟੀਸ਼ੀਅਨ ਦੇ ਨਾਲ, ਸਾਈਕੈਟਰਿਸਟ ਦੇ ਨਾਲ, ਇਦਾਂ ਦੀਆਂ ਮੀਟਿੰਗ ਸਾਰੀਆਂ ਅਸੀਂ ਕੀਤੀਆਂ ਹੋਈਆਂ। ਉਹ ਤੁਸੀਂ ਤੁਹਾਡੇ ਕੋਲ ਫ੍ਰੀ ਟਾਈਮ ਹੈ ਹੁਣ ਤਾਂ ਤੁਸੀਂ ਉਹ ਸਾਰੀ ਸੁਣ ਲਓ। ਉਹਦੇ ਨਾਲ ਤੁਹਾਡੇ ਕਾਫੀ ਡਾਊਟਸ ਜਿਹੜੇ ਆਪਾਂ ਰੋਜ਼, ਕਿਉਂਕਿ ਰੂਟੀਨ ਦੇ ਵਿੱਚ ਉਹੀ ਡਾਊਟਸ ਨੇ ਜਿਹੜੇ ਤੁਹਾਡੇ ਅੱਜ ਡਾਊਟਸ ਨੇ, ਉਹ ਤੁਹਾਡੇ ਤੋਂ ਪਿਛਲੇ ਬੈਚ ਦੇ ਵਿੱਚ ਜਿਹੜੇ ਪੇਸ਼ੈਂਟ ਸੀ ਉਹਨਾਂ ਚੋਂ ਕਿਸੇ ਨਾ ਕਿਸੇ ਦੇ ਉਹ ਡਾਊਟ ਸੀਗੇ ਸੇਮ। ਤਾਂ ਜੇ ਤੁਸੀਂ ਉਹ ਸੁਣ ਲਓਗੇ, ਇੱਕ ਤਾਂ ਤੁਹਾਡੇ ਡਾਊਟਸ ਕਲੀਅਰ ਹੋ ਜਾਣਗੇ, ਸੈਕੰਡਲੀ ਤੁਹਾਨੂੰ ਇੱਕ ਹੌਸਲਾ ਵੀ ਮਿਲੂਗਾ ਕਿ ਜਿਹੜੀਆਂ ਚੀਜ਼ਾਂ ਦੇ ਥਰੂ ਤੁਸੀਂ ਹੁਣ ਗੁਜ਼ਰ ਰਹੇ ਹੋ, ਕੋਈ ਨਾ ਕੋਈ ਉਸ ਦੇ ਥਰੂ ਗੁਜ਼ਰ ਕੇ ਠੀਕ ਹੋ ਚੁੱਕਿਆ। ਜਿਵੇਂ ਫੋਰ ਐਗਜ਼ਾਮਪਲ ਟੇਸਟ ਦੀ ਸੈਂਸੇਸ਼ਨ ਜਾਣਾ ਬੜਾ ਯੂਨੀਕ ਜਾਂ ਇਸ ਦੇ ਵਿੱਚ ਚੀਜ਼ ਹੈ ਜਿਹੜੀ ਕਿ ਅਦਰਵਾਈਜ਼ ਕਿਸੇ ਬਿਮਾਰੀ ਦੇ ਵਿੱਚ ਆਪਾਂ ਨਹੀਂ ਫੇਸ ਕੀਤੀ ਹੁੰਦੀ। ਲੋਕ ਬੜਾ ਘਬਰਾ ਜਾਂਦੇ ਕਿ ਸਾਡਾ ਟੇਸਟ ਚਲਾ ਗਿਆ, ਸਾਨੂੰ ਸਮੈਲ ਨਹੀਂ ਆ ਰਹੀ, ਤਾਂ ਇਹਦੇ ਲਈ ਕੀ ਦਵਾਈ ਹੈਗੀ ਹੈ, ਜਦ ਕਿ ਅਸੀਂ ਕਹਿੰਦੇ ਹਾਂ ਕਿ ਇਹਦੇ ਲਈ ਕੋਈ ਦਵਾਈ ਨਹੀਂ, ਇੱਕ ਰੂਟੀਨ ਪ੍ਰੋਸੈਸ ਹੈਗੀ ਹੈ, ਤਾਂ ਇਹ ਤੁਹਾਡਾ ਵਾਪਿਸ ਆ ਜਾਏਗਾ ਤੇ ਸਾਰਿਆਂ ਦਾ ਵਾਪਿਸ ਆ ਰਿਹਾ ਹੈਗਾ।
ਬਟ ਇਹ ਕਈ ਵਾਰੀ ਬਹੁਤ ਜ਼ਿਆਦਾ ਐਂਗਜ਼ਾਇਟੀ ਕ੍ਰੀਏਟ ਕਰ ਦਿੰਦੀ ਹੈ ਇਹ ਚੀਜ਼। ਤਾਂ ਤੁਸੀਂ ਹੋਰ ਲੋਕਾਂ ਦੀ ਗੱਲਾਂ ਸੁਣੋਗੇ, ਡਾਊਟ ਸੁਣੋਗੇ, ਤਾਂ ਤੁਹਾਨੂੰ ਹੌਸਲਾ ਵੀ ਹੋਊਗਾ ਕਿ ਹਾਂ ਇਹ ਬੜੀ ਨੋਰਮਲ ਚੀਜ਼ ਹੈ, ਇਕੱਲੇ ਤੁਹਾਡੇ ਨਾਲ ਨਹੀਂ ਹੋ ਰਿਹਾ, ਇਹ ਸਾਰਿਆਂ ਦੇ ਨਾਲ ਹੋ ਰਿਹਾ ਹੈਗਾ। ਬਾਕੀ ਦੇਖੋ ਸਿੰਪਟਮਸ ਅਲੱਗ-ਅਲੱਗ ਤਰ੍ਹਾਂ ਦੇ ਆ ਰਹੇ ਆ, ਕਿਸੇ ਨੂੰ ਫੀਵਰ ਸ਼ੁਰੂ ਦੇ ਵਿੱਚ ਆ ਜਾਂਦਾ, ਕਿਸੇ ਨੂੰ 4 ਦਿਨ ਠਹਿਰ ਕੇ ਆ ਜਾਂਦਾ ਹੈਗਾ, ਕਿਸੇ ਨੂੰ ਗਲਾ ਖਰਾਬ ਸ਼ੁਰੂ ਦੇ ਵਿੱਚ ਆ ਰਿਹਾ ਹੈਗਾ, ਕਿਸੇ ਨੂੰ 3-4 ਦਿਨ ਠਹਿਰ ਕੇ ਆ ਰਿਹਾ ਹੈਗਾ, ਠੀਕ ਹੈ ਜੀ, ਵੀਕਨੈਸ ਹੈ ਉਦਾਂ ਹੀ। ਤਾਂ ਇਹ ਹਰ ਇੱਕ ਤਰ੍ਹਾਂ ਦੇ ਸਿੰਪਟਮ ਅਲੱਗ-ਅਲੱਗ ਟਾਈਪ ਦੇ ਨੇ, ਅਲੱਗ-ਅਲੱਗ ਟਾਈਮਸ ਦੇ ਉੱਤੇ ਆਉਂਦੇ ਨੇ। ਤਾਂ ਇਹ ਤੁਸੀਂ ਕੋਈ ਦਿੱਕਤ ਨਹੀਂ ਹੈ। ਓਵਰਆਲ ਤੁਸੀਂ 17 ਦਿਨਾਂ ਦੇ ਵਿੱਚ ਜਿਹੜਾ ਟਾਈਮ ਪੀਰੀਅਡ ਹੈ ਉਹ ਹੈਲਥ ਜਿਹੜੇ WHO ਹੈ ਉਹਨੇ ਸੋਚ ਸਮਝ ਕੇ ਇਸੇ ਲਈ ਬਣਾਇਆ ਹੋਇਆ ਕਿਉਂਕਿ 17 ਦਿਨ ਦੇ ਵਿੱਚ ਓਵਰਆਲ ਸਾਰੇ ਬੰਦੇ ਇਮਿਊਨਿਟੀ ਵੀ ਜਿਹੜੀ ਹੈ ਕਾਫੀ ਹੱਦ ਤੱਕ ਵਾਪਿਸ ਆ ਜਾਂਦੀ ਹੈ। ਕਈਆਂ ਨੂੰ ਕੋਈ ਸਿੰਪਟਮ ਬਹੁਤ ਘੱਟ ਹੁੰਦੇ ਬਟ ਉਹਨਾਂ ਨੂੰ ਵੀ 70 ਡੇਜ਼ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਸਿੰਪਟਮਸ ਘੱਟ ਆ ਰਹੇ ਨੇ ਤਾਂ ਇਹਦਾ ਮਤਲਬ ਹੈ ਉਹਨਾਂ ਦੀ ਬੋਡੀ ਲੜ ਰਹੀ ਹੈ, ਲਾਈਕ ਉਹਨਾਂ ਕੋਲ ਇਮਿਊਨਿਟੀ ਲੈਵਲ ਜ਼ਿਆਦਾ ਸੀ ਜਾਂ ਉਹਨਾਂ ਦੀ ਇਨਫੈਕਸ਼ਨ ਜਿਹੜੀ ਹੈ ਕੰਪੈਰੀਟਿਵਲੀ ਘੱਟ ਸੀ, ਤਾਂ ਇਸ ਕਰਕੇ ਉਹਨਾਂ ਦੀ ਬੋਡੀ ਲੜ ਰਹੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣਾ ਬਾਹਰ ਚਲੇ ਜਾਣ ਜਾਂ ਆਪਣਾ ਆਈਸੋਲੇਸ਼ਨ ਹੀ ਤੋੜ ਦੇਣ, ਕਿਉਂਕਿ ਤੁਹਾਡੀ ਬੋਡੀ ਆਲਰੇਡੀ ਕੰਪਰੋਮਾਈਜ਼ਡ ਹੈ। ਜੇ ਇੱਕ ਹੋਰ ਇਨਫੈਕਸ਼ਨ ਤੁਹਾਨੂੰ ਬੈਕਟੀਰੀਅਲ ਜਾਂ ਫੰਗਲ ਹੋਗੀ ਤਾਂ ਬੜਾ ਔਖਾ ਹੋ ਜਾਏਗਾ 2 ਇਨਫੈਕਸ਼ਨ ਨਾਲ ਲੜਨਾ। ਤੇ ਸੈਕੰਡਲੀ ਤੁਸੀਂ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਐਕਸਪੋਜ਼ ਕਰੋਗੇ ਉਸੇ ਇਨਫੈਕਸ਼ਨ ਨਾਲ ਜਿਹੜੀ ਤੁਸੀਂ ਇਨਫੈਕਸ਼ਨ ਤੁਹਾਡੇ ਕੋਲ ਹੈ। ਤੇ ਥਰਡ ਲੀਗਲ ਐਂਗਲ ਤਾਂ ਹੈ ਹੀ ਹੈ ਕਿਉਂਕਿ ਤੁਸੀਂ ਲੀਗਲੀ ਵੀ ਬਾਉਂਡ ਹੋ ਆਪਣੀਆਂ, ਕਿਉਂਕਿ ਇੱਕ ਐਪੀਡੈਮਿਕ ਹੈ, ਇਸ ਦੇ ਵਿੱਚ ਤੁਸੀਂ ਇਕੱਲੇ ਆਪਣੇ ਆਪ ਨੂੰ ਨਹੀਂ, ਇੱਕ ਸੁਸਾਇਟੀ ਦੇ ਪ੍ਰਤੀ ਵੀ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਕਿ ਲੀਗਲੀ ਵੀ ਤੁਸੀਂ ਬਾਉਂਡ ਹੋ ਉਹਨਾਂ ਇੰਸਟਰਕਸ਼ਨ ਨੂੰ ਫੋਲੋ ਕਰਨ ਦੀ। ਤਾਂ 17 ਡੇਜ਼ ਜਿਹੜੇ ਤੁਹਾਡੇ ਆਈਸੋਲੇਸ਼ਨ ਦੇ ਨੇ ਉਹ ਤੁਸੀਂ ਬਿਲਕੁਲ ਫੋਲੋ ਕਰਨੇ ਨੇ। ਇੱਕ ਜਿਹੜੀ ਰਿਪੀਟਿਡ ਕੁਐਰੀ ਆ ਰਹੀ ਹੈ ਰਿਪੀਟ ਟੈਸਟ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਕਾਫੀ ਲੋਕ ਰਿਪੀਟ ਟੈਸਟ ਦੇ ਵਿੱਚ ਪੋਜ਼ਿਟਿਵ ਹੀ ਆਉਂਦੇ ਆ, ਅਦਰਵਾਈਜ਼ ਉਹ ਠੀਕ ਹੋ ਜਾਂਦੇ ਆ। ਬਟ ਟੈਸਟ ਜਿਹੜੇ ਸਾਡੇ ਐਂਟੀਜਨ ਜਾਂ ਐਂਟੀਬੋਡੀਜ਼ ਦੇ ਰਿਲੇਟਿਡ ਨੇ ਉਹ ਕਿਉਂਕਿ ਤੁਹਾਡੇ ਕੋਲ ਇੱਕ ਵਾਰ ਬਣ ਚੁੱਕੇ ਹੁੰਦੇ ਨੇ ਤਾਂ ਉਹ ਪੋਜ਼ਿਟਿਵ ਆਉਂਦੇ ਰਹਿੰਦੇ ਨੇ। ਬਟ ਜੇ ਤੁਸੀਂ 17 ਦਿਨ ਦਾ ਟਾਈਮ ਪੀਰੀਅਡ ਆਪਣਾ ਠੀਕ ਠਾਕ ਪੂਰਾ ਕਰ ਲਿਆ, ਤੁਹਾਨੂੰ ਸਿੰਪਟਮਸ ਪਿਛਲੇ ਮੋਸਟਲੀ ਇਹ ਹੁੰਦਾ ਜੀ ਪਹਿਲੇ 10 ਦਿਨਾਂ ਦੇ ਵਿੱਚ ਸਿੰਪਟਮਸ ਆਉਂਦੇ ਨੇ, ਅਗਲਾ 1 ਹਫ਼ਤਾ ਰਿਕਵਰੀ ਫੇਜ਼ ਹੁੰਦਾ ਹੈ। ਇੱਕ ਅਗਲਾ ਮਤਲਬ ਜਿਹੜਾ 11 ਦਿਨ ਤੋਂ 17 ਦਿਨ ਦੇ ਵਿੱਚ ਬੋਡੀ ਤੁਹਾਡੀ ਰਿਕਵਰ ਕਰਕੇ ਵਾਪਸ ਨੋਰਮਲ ਲੈਵਲ ਦੇ ਉੱਤੇ ਆਉਂਦੀ ਹੈ। ਤਾਂ ਇਹੀ ਹੈ ਵੀ ਜਦੋਂ ਤੁਸੀਂ 17 ਦਿਨ ਪੂਰੇ ਕਰ ਲਏ ਤੇ ਪਿਛਲੇ 7 ਦਿਨਾਂ ਦੇ ਵਿੱਚ ਤੁਹਾਨੂੰ ਸਿੰਪਟਮ ਨਹੀਂ ਸੀਗੇ ਤਾਂ ਇਹਦਾ ਮਤਲਬ ਤੁਸੀਂ ਠੀਕ ਹੋ। ਗਵਰਨਮੈਂਟ ਵੀ ਤੁਹਾਨੂੰ ਨੈਗੇਟਿਵ, ਹੈਲਥ ਫੈਸਿਲਿਟੀਜ਼ ਵੀ ਤੁਹਾਨੂੰ ਨੈਗੇਟਿਵ ਮੰਨਦੀ। ਪਰ ਜੇ ਬਾਈ ਚਾਂਸ ਤੁਹਾਡੇ ਸਿੰਪਟਮ ਅੱਗੇ ਚਲੇ ਜਾਂਦੇ ਆ 10 ਦਿਨ ਦੀ ਬਜਾਏ ਮਤਲਬ 15 ਦਿਨਾਂ ਤੱਕ ਚਲੇ ਜਾਂਦੇ ਆ ਤਾਂ ਫਿਰ ਇਹ ਰਿਕਮੈਂਡਡ ਹੈ ਵੀ ਤੁਸੀਂ ਹਫਤਾ ਹੋਰ ਆਪਣਾ ਮਤਲਬ 22 ਦਿਨਾਂ ਤੱਕ 15 + 7 ਮਤਲਬ ਇੰਨੇ ਦਿਨ ਤੱਕ ਤੁਸੀਂ ਆਪਣਾ ਲੈ ਕੇ ਜਾਓ। ਪਰ 17 ਦਿਨ ਤਾਂ ਤੁਸੀਂ ਆਪਣੇ ਪੂਰੇ ਕਰਨੇ ਹੀ ਕਰਨੇ ਆ ਜਿਹੜੇ ਮਿਨੀਮਮ ਹੈਗੇ ਆ। ਜਿਸ ਦਿਨ ਤੁਹਾਡਾ ਟੈਸਟ ਹੋਇਆ ਉਸ ਦਿਨ ਤੋਂ ਲੈ ਕੇ 17 ਦਿਨ। ਬਾਕੀ ਇੱਕ ਹੋਰ ਜਿਹੜਾ ਨਿਕਲ ਕੇ ਕੁਐਸਚਨ ਆ ਰਿਹਾ, ਕੋਈ ਪੁੱਛਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਜਿਨ੍ਹਾਂ ਨੂੰ ਮੈਂ ਇੱਕ ਵਾਰ ਹੋਲਡ ਤੇ ਰੱਖਿਆ ਸੀ, ਉਹ ਹੈ ਰਿਲੇਟਡ ਟੂ ਕੁਝ ਟੈਸਟ ਨੇ ESR, CRP, CT ਸਕੈਨ ਦੇ ਵਿੱਚ ਸੀਵੀਅਰਿਟੀ ਸਕੋਰ, ਇਹ ਡੀ ਡਾਈਮਰ, ਇਹਨਾਂ ਦੇ ਟੈਸਟਸ ਨੇ ਜੀ ਜਿਹੜੇ ਪ੍ਰਾਈਵੇਟ ਲੈਬਸ ਕਰ ਰਹੀਆਂ ਨੇ, ਗਵਰਨਮੈਂਟ ਵੱਲੋਂ ਰਿਕਮੈਂਡਡ ਨਹੀਂ ਨੇ। ਗਵਰਨਮੈਂਟ ਐਜ਼ ਜਿਹੜੀ WHO ਦਾ ਪ੍ਰੋਟੋਕੋਲ ਹੈ, ਗਵਰਨਮੈਂਟ ਦਾ ਪ੍ਰੋਟੋਕੋਲ ਹੈ, ਉਹਦੇ ਵਿੱਚ ਉਹਨਾਂ ਟੈਸਟ ਦੀ ਕੋਈ ਅਹਿਮੀਅਤ ਨਹੀਂ ਹੈ। ਘਰ ਦੇ ਵਿੱਚ ਤੁਸੀਂ ਨਹੀਂ ਕਰਵਾਣੇ ਹੈਗੇ, ਉਹ ਸਿਰਫ ਹਾਇਰ ਐਂਡ ਟੈਸਟਸ ਨੇ। ਜੇ ਤੁਹਾਨੂੰ ਕੋਈ ਪ੍ਰੋਬਲਮ ਆਏਗੀ, ਬਾਈ ਚਾਂਸ ਤੁਹਾਨੂੰ ਹਸਪੀਟਲ ਦੇ ਵਿੱਚ ਦਾਖਲ ਹੋਣਾ ਪੈਂਦਾ ਹੈ ਤਾਂ ਡਾਕਟਰ ਜਿਹੜਾ ਐਡਵਾਈਜ਼ ਕਰਨਗੇ ਤਾਂ ਹੀ ਉਹ ਟੈਸਟਾਂ ਦੀ ਲੋੜ ਹੈਗੀ ਹੈ। ਅਦਰਵਾਈਜ਼ ਉਹ ਟੈਸਟ ਤੁਸੀਂ ਖੁਦ ਨਾ ਕਰਵਾਓ, ਨਾ ਤਾਂ ਉਹ ਇਕੱਲੇ ਟੈਸਟਾਂ ਦਾ ਕੋਈ ਮਤਲਬ ਹੈ, ਨਾ ਹੀ ਉਹ ਸਿਰਫ ਇੱਕ ਟੈਸਟ ਦਾ ਇੱਕ ਟਾਈਮ ਤੇ ਅਸੀਂ ਦੇਖ ਕੇ ਉਹਨਾਂ ਨੂੰ ਕੋਈ ਰਿਜ਼ਲਟ ਨਿਕਾਲ ਸਕਦੇ ਹਾਂ। ਉਹ ਡਾਕਟਰਸ ਅਸੀਂ ਇੱਕ ਮਤਲਬ ਲੈਵਲ ਦੇ ਵਿੱਚ ਦੇਖਦੇ ਹਾਂ, 2-3 ਟੈਸਟ ਨੂੰ ਕੰਬਾਈਨ ਕਰਕੇ ਦੇਖਦੇ ਹਾਂ, ਫਿਰ ਉਹ ਰਿਪੀਟ ਕਰਵਾਉਂਦੇ ਹਾਂ, ਫਿਰ ਉਹਨਾਂ ਦਾ ਰਿਜ਼ਲਟ ਦੇਖਦੇ ਹਾਂ। ਤਾਂ ਅਦਰਵਾਈਜ਼ ਤੁਹਾਨੂੰ ਜਿਹੜੇ ਵੀ ਤੁਸੀਂ ਸਿਰਫ ਇੱਕ ਜਿਹੜੀ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਆਕਸੀਜਨ ਤੇ ਟੈਂਪਰੇਚਰ, ਉਹ ਆਪਣੇ ਚੈੱਕ ਕਰਦੇ ਰਹੋ। ਆਕਸੀਜਨ ਲੈਵਲ ਜੇ ਤੁਹਾਡਾ ਘਟੇਗਾ, ਜੇ ਬਾਈ ਚਾਂਸ ਰਿਪੀਟਿਡਲੀ 94 ਤੋਂ ਘੱਟ ਆਉਂਦਾ ਹੈਗਾ, ਫਿਰ ਉਹ ਟੈਸਟਾਂ ਦੀ ਵੈਲਿਊ ਹੈਗੀ ਹੈ। ਫਿਰ ਤੁਸੀਂ ਹਸਪੀਟਲਾਈਜ਼ ਵੀ ਹੋਣਾ, ਉਹ ਟੈਸਟ ਵੀ ਕਰਵਾਉਣੇ ਜਿਵੇਂ ਡਾਕਟਰਸ ਰਿਕਮੈਂਡ ਕਰਨਗੇ। ਪਰ ਆਪਣੇ ਆਪ ਤੁਸੀਂ ਟੈਸਟਾਂ ਵੱਲ ਨਾ ਜਾਓ। ਉਹ ਕਰਵਾਉਣ ਲਈ ਇੱਕ ਤਾਂ ਤੁਸੀਂ ਆਪਣਾ ਖਰਚਾ ਕਰੋਗੇ, ਇੱਕ ਤੁਸੀਂ ਬਾਹਰ ਜਾਓਗੇ ਐਕਸਪੋਜ਼ ਕਰੋਗੇ, ਆਪਦੇ ਆਪ ਨੂੰ ਵੀ ਐਕਸਪੋਜ਼ ਕਰੋਗੇ, ਹੋਰ ਲੋਕਾਂ ਨੂੰ ਵੀ ਐਕਸਪੋਜ਼ ਕਰੋਗੇ। ਤਾਂ ਕਰਕੇ ਪੈਨਿਕ ਕ੍ਰੀਏਟ ਨਾ ਹੋਵੇ। ਉਹਨਾਂ ਟੈਸਟਾਂ ਦੀ ਫਿਰ ਰਿਪੋਰਟ ਕੁਛ ਆ ਜਾਂਦੀ ਹੈ, ਫਿਰ ਆਪਾਂ ਸਾਰਿਆਂ ਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਹਾਂ ਕਿ ਟੈਸਟਾਂ ਦੀ ਰਿਪੋਰਟ ਹੁਣ ਕੀ, ਇਹਦਾ ਕੀ ਮਤਲਬ ਹੈਗਾ। ਤਾਂ ਉਹਨਾਂ ਦਾ ਐਜ਼ ਇਟ ਇਜ਼ ਇਕੱਲੇ ਟੈਸਟ ਦੀ ਰਿਪੋਰਟ ਦਾ ਕੋਈ ਮਤਲਬ ਨਹੀਂ ਹੈ। ਈਵਨ ਇਹ ਟੈਸਟ ਜਿਹੜੇ CRP ਨੇ, ਡੀ ਡਾਈਮਰ ਨੇ, ਬੜੇ ਨੋਨ ਸਪੈਸੀਫਿਕ ਜੇ ਟੈਸਟ ਨੇ, ESR ਹੈਗਾ, ਇਹਨਾਂ ਦਾ ਆਪਦੇ ਆਪ ਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਜੀ। ਇਸ ਕਰਕੇ ਤੁਸੀਂ ਇਹ ਟੈਸਟ ਪਹਿਲਾਂ ਨਾ ਹੀ ਕਰਵਾਓ। ਜੇ ਤੁਸੀਂ ਕਰਵਾ ਵੀ ਲਏ ਤਾਂ ਵੀ ਤੁਸੀਂ ਨਿਸ਼ਚਿੰਤ ਰਹੋ, ਕੋਈ ਦਿੱਕਤ ਨਹੀਂ ਹੈ। ਤੁਸੀਂ
ਇਹਨਾਂ ਨੂੰ ਟੈਸਟਾਂ ਨੂੰ ਭੁੱਲ ਜਾਓ, ਕਿਤੇ ਨਾ ਕਿਤੇ ਟੈਸਟ ਹੀ ਮੈਨੂੰ ਲੱਗਦਾ ਐਂਗਜ਼ਾਇਟੀ ਕ੍ਰੀਏਟ ਕਰ ਰਹੇ ਨੇ ਕਾਫੀ ਲੋਕਾਂ ਦੇ ਵਿੱਚ। ਤਾਂ ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਟੈਸਟ ਨਾ ਕਰਾਓ, ਟੈਸਟਾਂ ਦਾ ਕੋਈ ਐਂਡ ਨਹੀਂ ਹੈਗਾ, ਬਹੁਤ ਤਰ੍ਹਾਂ ਦੇ ਟੈਸਟ ਲੈਬਸ ਦੇ ਵਿੱਚ ਬਾਹਰ ਅਵੇਲੇਬਲ ਨੇ, ਕਿੰਨੇ ਵੀ ਤੁਸੀਂ ਟੈਸਟ ਕਰਵਾਉਂਦੇ ਰਹੋ, ਇੰਨੇ ਜ਼ਿਆਦਾ ਟੈਸਟ ਅਵੇਲੇਬਲ ਨੇ ਜਿਹੜੇ ਤੁਸੀਂ ਕਰਵਾ ਹੀ ਨਹੀਂ ਸਕਦੇ। ਤਾਂ ਇਸ ਕਰਕੇ ਟੈਸਟਾਂ ਵਾਲੀ ਚੀਜ਼ ਚ ਨਾ ਪਾਓ, ਜਿਹੜੀਆਂ ਸਭ ਤੋਂ ਅਰਜੈਂਟ ਚੀਜ਼ਾਂ ਨੇ, ਜ਼ਰੂਰੀ ਚੀਜ਼ਾਂ ਨੇ, ਉਹ ਉਹੀ ਨੇ ਜਿਹੜੀਆਂ ਤੁਹਾਨੂੰ ਦੱਸੀਆਂ ਗਈਆਂ ਨੇ। ਦਵਾਈਆਂ ਵੀ ਸਭ ਤੋਂ ਜ਼ਰੂਰੀ ਜ਼ਿੰਕ ਹੈ ਤੇ ਵਿਟਾਮਿਨ ਸੀ ਹੈ, ਜਿਹੜੀ ਤੁਹਾਡੀ ਇਮਿਊਨਿਟੀ ਬੂਸਟ ਕਰੇਗੀ। ਵਿਟਾਮਿਨ ਸੀ ਦਾ ਕਿਸੇ ਨੇ ਪੁੱਛਿਆ ਕਿ ਕਿੰਨੀ ਲੈਣੀ ਹੈ, 1000 mg ਪਰ ਡੇ ਲੈਣੀ ਹੈ, 500 ਦੀ ਮੋਸਟਲੀ ਟੈਬਲੇਟ ਆਉਂਦੀ ਹੈ, 500 ਦੀ 2 ਟਾਈਮ ਲੈਣੀ ਹੈ ਦਿਨ ਦੇ ਵਿੱਚ, ਤਾਂ 1000 mg ਆ ਜਾਏਗੀ। ਕੁਝ ਲੋਕਾਂ ਦੇ ਪੇਪਰ ਦੀ ਕੁਐਰੀ ਇੱਕ ਆਈ ਹੈ, ਕਿਸੇ ਦਾ ਕੋਈ ਐਗਜ਼ਾਮ ਹੈਗਾ ਏ, ਤਾਂ ਐਗਜ਼ਾਮ ਦਾ ਦੇਖੋ ਜੀ ਹੁਣ ਗਵਰਨਮੈਂਟ ਦੀਆਂ ਗਾਈਡਲਾਈਨਸ ਇਹੀ ਨੇ ਵੀ ਜਿਹੜਾ ਵੀ ਕੋਈ ਪੇਪਰ ਦੇਣ ਜਾਊਗਾ ਉਹਦਾ ਟੈਸਟ ਨੈਗੇਟਿਵ ਹੋਣਾ ਚਾਹੀਦਾ, ਕੋਈ ਸਿੰਪਟਮ ਨਹੀਂ ਹੋਣਾ ਚਾਹੀਦਾ। ਹੁਣ ਕੁਝ ਟੈਸਟ ਹੋ ਰਹੇ ਨੇ, ਤੁਸੀਂ ਨੈਗੇਟਿਵ, ਜਿਹੜੇ ਬੰਦੇ ਪੋਜ਼ਿਟਿਵ ਨੇ ਉਹ 17 ਦਿਨਾਂ ਤੱਕ ਟੈਸਟ ਦੇਣ ਨਹੀਂ ਜਾ ਸਕਦੇ। ਇਹ ਬੜੀਆਂ ਕਲੀਅਰ ਗਾਈਡਲਾਈਨਸ ਨੇ, ਤੁਸੀਂ ਘਰ ਤੋਂ ਬਾਹਰ ਹੀ ਨਹੀਂ ਜਾ ਸਕਦੇ। ਟੈਸਟ ਅਗਲਾ ਕੁਐਸਚਨ ਤਾਂ ਕ੍ਰੀਏਟ ਹੀ ਨਹੀਂ ਹੁੰਦਾ ਵੀ ਟੈਸਟ ਦੇ ਸਕਦੇ ਹੋ ਜਾਂ ਨਹੀਂ ਦੇ ਸਕਦੇ, ਮਤਲਬ ਇਹ ਗਾਈਡਲਾਈਨ ਪੂਰੀਆਂ ਕਲੀਅਰ ਨੇ, ਤੁਸੀਂ ਘਰ ਤੋਂ ਬਾਹਰ ਹੀ ਨਹੀਂ ਜਾ ਸਕਦੇ। ਤਾਂ ਕੁਆਰੰਟਾਈਨ ਦਾ ਪੀਰੀਅਡ ਕਿਸੇ ਨੇ ਪੁੱਛਿਆ, ਉਹ ਉਦੋਂ ਤੋਂ ਸਟਾਰਟ ਹੁੰਦਾ ਜਦੋਂ ਤੋਂ ਤੁਸੀਂ ਟੈਸਟ ਕਰਵਾਇਆ, ਭਾਵੇਂ ਤੁਹਾਨੂੰ ਸਿੰਪਟਮਸ ਉਦੋਂ ਪਹਿਲਾਂ ਸੀ ਭਾਵੇਂ ਉਦੋਂ ਬਾਅਦ ਚ ਨੇ, ਪਰ ਜਿਹੜੀਆਂ ਗਾਈਡਲਾਈਨਸ ਨੇ ਟੈਸਟ ਵਾਲੇ ਜਦੋਂ ਤੁਸੀਂ ਸੈਂਪਲ ਦਿੱਤਾ ਉਦੋਂ ਤੋਂ ਹੀ ਸਟਾਰਟ ਹੋਣਗੇ। ਜਿਨ੍ਹਾਂ ਦੇ ਐਗਜ਼ਾਮਸ ਨੇ ਜੀ, ਤੁਸੀਂ ਆਪਣੇ ਆਪ ਨੂੰ ਇੱਕ ਮੇਲ, ਤੁਸੀਂ ਆਪਣੇ ਵੱਲੋਂ ਇੱਕ ਮੇਲ ਕਰ ਸਕਦੇ ਹੋ, ਜਿਹੜੀ ਤੁਹਾਡੀ ਟੈਸਟਿੰਗ ਅਥਾਰਟੀ ਹੈ ਉਹਨਾਂ ਨੂੰ ਦੱਸ ਸਕਦੇ ਹੋ ਵੀ ਸਾਨੂੰ ਕਰੋਨਾ ਪੋਜ਼ਿਟਿਵ ਹੈ, ਅਸੀਂ ਕੁਆਰੰਟਾਈਨ ਆ, ਆਈਸੋਲੇਟਿਡ ਆ, ਪੇਪਰ ਦੇਣ ਨਹੀਂ ਆ ਸਕਦੇ। ਮੇ ਬੀ ਮੈਨੂੰ ਲੱਗਦਾ ਮੋਸਟ ਪ੍ਰੋਬੇਬਲੀ ਜਿਹੜੇ ਬੰਦੇ ਰਹਿ ਜਾਣਗੇ ਉਹਨਾਂ ਲਈ ਕੋਈ ਸੈਪਰੇਟ ਉਹਨਾਂ ਨੂੰ ਚਾਂਸ ਦਿੱਤਾ ਜਾਊਗਾ, ਕਿਉਂਕਿ ਬਹੁਤ ਬੰਦੇ ਨੇ ਜਿਹੜੇ ਇਦਾਂ ਦੇ ਹੋਣਗੇ। ਅੱਜ ਕੱਲ ਜਿਹੜਾ ਵੀ ਕੋਈ ਵੀ ਟੈਸਟ ਹੁੰਦਾ ਤਾਂ ਆਪਾਂ ਨੂੰ ਪਤਾ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਤਕਰੀਬਨ ਲੱਖ ਲੋਕ ਅਪੀਅਰ ਹੁੰਦੇ ਆ ਜੇ ਕੋਈ ਕੰਪੀਟੀਟਿਵ ਐਗਜ਼ਾਮ ਹੈ, ਤਾਂ ਉਹਦੇ ਵਿੱਚ ਹਜ਼ਾਰਾਂ ਦੇ ਵਿੱਚ ਲੋਕ ਇਦਾਂ ਦੇ ਹੋਣਗੇ ਜਿਹੜੇ ਕੋਵਿਡ ਕਰਕੇ ਪੇਪਰ ਨਹੀਂ ਦੇ ਸਕਣਗੇ। ਤਾਂ ਤੁਸੀਂ ਉਹ ਲਾਈਕ ਜਿਹੜਾ ਹੈਗਾ ਤੁਸੀਂ ਟੈਸਟ ਦੇਣ ਨਹੀਂ ਜਾ ਸਕਦੇ, ਇਹ ਤਾਂ ਬਹੁਤ ਕਲੀਅਰ ਹੈਗਾ ਜਦੋਂ ਤੱਕ ਤੁਸੀਂ ਆਪਣਾ ਆਈਸੋਲੇਸ਼ਨ ਪੀਰੀਅਡ। ਇੱਕ ਗੱਲ ਹੋਰ ਪੁੱਛਣੀ ਇੱਕ ਮਿੰਟ ਜੀ, ਮੈਂ ਨਾ ਜਿਹੜੀਆਂ ਕੁਐਰੀਜ਼ ਚੈਟ ਤੇ ਕੁਝ ਆਈਆਂ ਵੀ ਮੈਂ ਉਹ ਪੂਰੀਆਂ ਕਰਦਾ। ਚੈਟ ਤੇ ਕੁਐਰੀਜ਼ ਕੁਝ ਨਾ, ਇੱਕ ਅਜ਼ਿਥਰੋਮਾਈਸਿਨ ਦੀ ਡੋਜ਼ ਦੇ ਬਾਰੇ ਪੁੱਛੋ। ਦੇਖੋ ਅਜ਼ਿਥਰੋਮਾਈਸਿਨ ਅਦਰਵਾਈਜ਼ ਤੁਸੀਂ ਨਹੀਂ ਲੈਣੀ, ਪਰ ਜੇ ਤੁਹਾਨੂੰ ਗਲਾ ਖਰਾਬ ਹੈ, ਖਾਂਸੀ ਆ ਰਹੀ ਹੈ, ਤਾਂ ਅਜ਼ਿਥਰੋਮਾਈਸਿਨ ਲੈਣੀ ਹੈ, 500 mg ਲੈਣੀ ਹੈ, ਪਰ ਇਹ ਓਨਲੀ ਵਨਸ ਲੈਣੀ ਹੈਗੀ ਹੈ, ਇੱਕ ਵਾਰੀ ਦਿਨ ਦੇ ਵਿੱਚ ਲੈਣੀ ਹੈਗੀ ਹੈ। ਇਹ ਤੁਸੀਂ ਜਿਹੜੀ ਹੈਗੀ 5 ਦਿਨ ਲੈ ਲਓ, 5 ਦਿਨ ਤੱਕ ਤੁਸੀਂ ਇਹ ਰੋਜ਼ ਦੀ ਇੱਕ ਟੈਬਲੇਟ ਲੈ ਲਓ। ਜੇ ਫਿਰ ਵੀ ਤੁਹਾਡਾ ਕੰਟੀਨਿਊ ਹੈ ਤਾਂ 2 ਦਿਨ ਹੋਰ ਐਕਸਟੈਂਡ ਕਰ ਸਕਦੇ ਹੋ, 7 ਦਿਨ ਤੱਕ ਵੀ ਲੈ ਸਕਦੇ ਹੋ। ਅੱਛਾ ਜੀ, ਬਾਕੀ ਚੈਟ ਦੇ ਵਿੱਚ ਜਿਹੜੇ ਨੇ ਵਿਟਾਮਿਨ ਸੀ ਦੀ ਟੈਬਲੇਟਸ ਮੈਂ ਦੱਸ ਦਿੱਤਾ ਕਿ 2 ਵਾਰ ਲੈਣੀ ਹੈ, 500 mg ਵਾਲੀ, ਠੀਕ ਹੈ ਜੀ। ਹਾਂਜੀ, ਹੁਣ ਜਿਨ੍ਹਾਂ ਦੀਆਂ ਕੁਐਰੀਜ਼ ਨੇ ਉਹ ਕਾਈਂਡਲੀ ਆਪਣੇ ਆਪ ਨੂੰ ਪੁੱਛ ਲਓ ਜੀ। ਹਾਂਜੀ, ਮੈਂ ਪ੍ਰੋਫੈਸਰ MS ਗਿੱਲ ਗੱਲ ਕਰ ਰਿਹਾ। ਜੀ ਜੀ ਜੀ। ਜਿਵੇਂ ਫਾਰ ਐਗਜ਼ਾਮਪਲ ਮੈਂ ਹੁਣ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਆਪਣੇ ਉੱਪਰ ਸੈਂਟਰ ਦੇ ਵਿੱਚ, ਤੇ ਥੱਲੇ ਆਪਣਾ ਰੈਜ਼ੀਡੈਂਸੀ ਹੈ, ਇਕੱਲੇ ਨੇ, ਤੇ ਜਿਵੇਂ ਮੈਂ ਖਾਣਾ ਫੜਨਾ ਹੈ ਤਾਂ ਖਾਣਾ ਕਿਵੇਂ, ਮਤਲਬ ਮੈਡਮ ਉੱਥੇ ਮਤਲਬ ਸਾਈਡ ਤੇ ਰੱਖਣ ਜਾਂ ਉਹ ਮੈਂ ਕਿਵੇਂ ਫੜਾਂ, ਮੈਂ ਉਹ ਕਿਵੇਂ ਮੈਨੂੰ ਉਹ ਲੈਣਾ ਚਾਹੀਦਾ? ਅੱਛਾ ਜੀ, ਉਹਦੇ ਵਿੱਚ ਇਦਾਂ ਹੈਗਾ ਗਿੱਲ ਸਾਹਿਬ ਕਿ ਤੁਸੀਂ ਨਾ ਇਹ ਕਰ ਸਕਦੇ ਹੋ, ਜਾਂ ਤਾਂ ਦੇਖੋ ਉਹਦੇ ਵਿੱਚ ਇਹ ਬੈਸਟ ਤਾਂ ਇਹ ਰਹਿੰਦਾ ਕਿ ਤੁਸੀਂ ਜਿਹੜਾ ਤੁਹਾਡਾ ਕੇਅਰ ਟੇਕਰ ਹੈ ਉਹ ਇੱਕ ਡਿਸਟੈਂਸ ਦੇ ਉੱਤੇ ਖਾਣਾ ਰੱਖ ਜੇ। ਮੋਸਟਲੀ ਲੋਕ ਇੱਕ ਘਰ ਦੇ ਬਾਹਰ ਆਪਣੇ ਕਮਰੇ ਦੇ ਬਾਹਰ ਇੱਕ ਟੇਬਲ ਰੱਖ ਲੈਂਦੇ ਹੈਗੇ, ਉਹ ਟੇਬਲ ਦੇ ਉੱਤੇ ਖਾਣਾ ਰੱਖ ਜਾਂਦਾ ਹੈ, ਅਗਲਾ ਨੋਕ ਕਰਕੇ ਦੂਸਰਾ ਬੰਦਾ ਚਲਾ ਜਾਂਦਾ ਹੈ ਕਿ ਤੁਸੀਂ ਖਾਣਾ ਲੈ ਲਓ, ਤਾਂ ਉਸ ਤੋਂ ਬਾਅਦ ਉਹ ਖਾਣਾ ਉਠਾ ਲੈਂਦੇ ਆ। ਬਰਤਨ ਆਪਣੇ ਤੁਸੀਂ ਆਪਣੇ ਆਪ ਸਾਫ਼ ਕਰੋ ਤੇ ਉਸ ਨੂੰ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਅੰਦਰ ਹੀ ਰੱਖਦੇ ਰਹੋ, ਜਲਦੀ ਉਹਨਾਂ ਨੂੰ ਐਕਸਚੇਂਜ ਨਾ ਕਰੋ। ਤੁਹਾਨੂੰ ਨਵੇਂ ਉਹ ਮਤਲਬ ਦੁਬਾਰਾ ਜਾਂ ਉਹਨਾਂ ਨੂੰ ਧੋ ਲਓ, ਉਹਨਾਂ ਨੂੰ ਬਾਹਰ ਰੱਖ ਦਿਓ, ਬਰਤਨ ਨੂੰ ਉਸ ਦੇ ਵਿੱਚ ਪਾ ਜਾਣ ਖਾਣਾ ਜਿਹੜਾ ਵੀ ਤੁਹਾਡਾ ਹੈਗਾ। ਇਦਾਂ ਦਾ ਤੁਸੀਂ ਕੁਝ ਕਰ ਲਓ। ਕੁਝ ਲੋਕ ਡਿਸਪੋਜ਼ੇਬਲਸ ਵੀ ਯੂਜ਼ ਕਰ ਰਹੇ ਆ, ਕਰ ਸਕਦੇ ਹੋ, ਬਟ ਫਿਰ ਉਹ ਡਿਸਪੋਜ਼ੇਬਲ ਨਾਲ ਵੇਸਟ ਵੀ ਕਾਫੀ ਇਕੱਠੀ ਹੋ ਜਾਂਦੀ ਹੈ, ਫਿਰ ਉਹਦਾ ਵੀ ਇੱਕ ਇਸ਼ੂ ਹੋ ਜਾਂਦਾ ਕਿ ਉਹ ਪਲੇਟਸ ਜਿਹੜੀਆਂ ਕਿੱਥੇ ਸੁੱਟਣੀਆਂ ਹੈਗੀਆਂ, ਕਿਵੇਂ ਕਰਨੀਆਂ ਹੈਗੀਆਂ। ਤਾਂ ਬਿਹਤਰ ਇਹ ਹੈ ਕਿ ਤੁਸੀਂ ਆਪਣੇ ਸਟੀਲ ਦੇ ਗਲਾਸਿਸ ਦੀ ਜਾਂ ਸਟੀਲ ਦੇ ਬਰਤਨ ਹੀ ਯੂਜ਼ ਕਰ ਲਓ, ਬਟ ਵਾਸ਼ ਉਹਨੂੰ ਖੁਦ ਕਰੋ, ਕੱਪੜੇ ਵੀ ਆਪਣੇ ਖੁਦ ਵਾਸ਼ ਕਰੋ। ਜਿਹੜੇ ਕੋਈ ਤੁਹਾਡੇ ਖਾਣਾ ਵਗੈਰਾ ਦੇ ਕੇ ਜਾਂਦੇ ਹੈ ਉਹਨਾਂ ਨੂੰ ਉਹ ਬਾਹਰ ਹੀ ਚਲੇ ਜਾਣ। ਜੇ ਉਹਨਾਂ ਨੂੰ ਬਾਈ ਚਾਂਸ ਤੁਹਾਡੇ ਕਮਰੇ 'ਚ ਆਉਣਾ ਵੀ ਪੈਂਦਾ ਤਾਂ ਜਿਸ ਟਾਈਮ ਉਹ ਆਉਂਦੇ ਨੇ ਤੁਸੀਂ ਵੀ ਮਾਸਕ ਪਹਿਨਿਆ ਹੋਇਆ ਹੋਵੇ, ਉਹਨਾਂ ਨੇ ਵੀ ਮਾਸਕ ਪਹਿਨਿਆ ਹੋਇਆ ਹੋਵੇ। ਤੁਸੀਂ ਮਿਨੀਮਮ ਉਹ ਤੁਹਾਡੀਆਂ ਚੀਜ਼ਾਂ ਨੂੰ ਟੱਚ ਨਾ ਕਰਨ, ਤੁਹਾਨੂੰ ਦੂਰੋਂ ਹੀ ਜੇ ਤੁਹਾਡੇ ਨਾਲ ਕੋਈ ਗੱਲਬਾਤ ਕਰਕੇ ਜਾਣੀ ਹੈ ਗੱਲਬਾਤ ਕਰਕੇ ਚਲੇ ਜਾਣ। ਅਦਰਵਾਈਜ਼ N95 ਮਾਸਕ ਪਹਿਨਣ ਦੀ ਲੋੜ ਨਹੀਂ ਹੈਗੀ, ਸਿੰਪਲ ਮਾਸਕ ਤੁਸੀਂ ਕੱਪੜੇ ਵਾਲੇ ਜਾਂ ਆਪਣੇ ਸਰਜੀਕਲ ਮਾਸਕ ਪਾ ਸਕਦੇ ਹੋ, ਪਰ ਦੋਨੋਂ ਮਤਲਬ ਤੁਹਾਡੇ ਕੇਅਰ ਟੇਕਰ ਦੇ ਵੀ ਤੁਹਾਡੇ ਵੀ ਮਾਸਕ ਪਾਇਆ ਹੋਇਆ ਹੋਵੇ। ਬਸ ਇੰਨਾ ਕੀ ਆਈ ਥਿੰਕ ਕਾਫੀ ਹੈਗਾ ਜੀ। ਹੋਰ ਦੱਸੋ ਜੀ, ਕੋਈ ਡਾਊਟਸ ਹੋਣ? ਹਾਂਜੀ ਹਰਜੀਤ ਖੰਨਾ ਜੀ। ਡਾਕਟਰ ਸਾਹਿਬ ਇੱਕ ਚੀਜ਼ ਮੈਨੂੰ ਦੱਸਣਾ ਵੀ ਆਫਟਰ 17 ਡੇਜ਼
ਬੰਦਾ ਨਾਰਮਲ ਮਤਲਬ ਆਵਾਜ਼ ਇਨਫੈਕਟਿਵ ਕੱਟ ਹੋ ਰਹੀ ਹੈ, ਜਾਂਦਾ ਆਵਾਜ਼ ਕੱਟ ਰਹੀ ਹੈ ਤੁਹਾਡੀ। ਦੱਸਾਂ ਆਫਟਰ 17 ਡੇਜ਼ ਬੰਦਾ ਨਾਰਮਲ ਇਨਫੈਕਟਿਵ ਹੋ ਜਾਂਦਾ ਕਿ ਨਹੀਂ ਹੁੰਦਾ? ਖੰਨਾ ਸਾਹਿਬ ਤੁਸੀਂ ਨਾ ਚੈਟ ਦੇ ਵਿੱਚ ਲਿਖ ਦਿਓ, ਆਵਾਜ਼ ਨਹੀਂ ਕਲੀਅਰ ਆ ਰਹੀ ਤੁਹਾਡੀ। ਠੀਕ ਹੈ ਸਰ। ਹਾਂਜੀ, ਹੋਰ ਦੱਸੋ ਜੀ। ਵਿਭੂ ਜੀ ਤੁਹਾਡਾ ਹੈਗਾ ਡਾਊਟ? ਵਿਭੂ ਕਈ ਜੀ ਸਰ। ਸਰ ਮੇਰਾ ਐਕਚੁਅਲੀ ਕੀ ਹੈ, ਮੇਰਾ 8 ਤਰੀਕ ਨੂੰ ਟੈਸਟ ਹੋਇਆ ਸੀ ਤੇ 8 ਤਰੀਕ ਨੂੰ ਮੇਰੀ ਰੈਟ ਦੀ ਰਿਪੋਰਟ ਆ ਗਈ ਸੀ ਤੇ ਉਸ ਦਿਨ ਮੈਨੂੰ ਫੀਵਰ ਵੀ ਸੀ। ਸੇਮ ਡੇ ਮੇਰਾ ਫੀਵਰ रिकवर हो गया। उसके बाद मेरा फीवर जो है डेली में जो अपना सुबह और शाम को चेक कर रहा हूँ वो 98 और 99 चल रहा है। 99.2 शाम को होता है, कांस्टेंट चल रहा है, और दिन में 98.6 या 97.8 ये रेगुलर चल रहा है। और सेम डे सर 8 तारीख को मेरी रैट की रिपोर्ट आ गई आफ्टर मेरे ख्याल से 9 दिन हो गया आफ्टर मैंने आई हैव नॉट गेट द रिपोर्ट ऑफ RT-PCR। तो ਅੱਛਾ ਜੀ ਵਿਭੂ ਜੀ ਇਦਾਂ ਹੈਗਾ ਕਿ ਦੇਖੋ RT-PCR ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਟੈਸਟ ਗਲਤੀ ਨਾਲ ਨੈਗੇਟਿਵ ਆਉਣ ਦੇ ਚਾਂਸਸ ਤਾਂ ਹੁੰਦੇ ਹੈਗੇ ਆ। ਲਾਈਕ ਅਸੀਂ ਮੈਡੀਕਲ ਟਰਮੀਨੋਲੋਜੀ ਚ ਦੋ ਟਰਮਸ ਨੇ, ਫਾਲਸ ਨੈਗੇਟਿਵ ਤੇ ਫਾਲਸ ਪੋਜ਼ਿਟਿਵ। ਫਾਲਸ ਨੈਗੇਟਿਵ ਦਾ ਮਤਲਬ ਇਹ ਹੈ ਕਿ ਗਲਤੀ ਨਾਲ ਬੰਦਾ ਪੋਜ਼ਿਟਿਵ ਸੀਗਾ ਪਰ ਨੈਗੇਟਿਵ ਟੈਸਟ ਦੇ ਵਿੱਚ ਡਿਕਲੇਅਰ ਹੋ ਗਿਆ। ਉਹ ਹੋ ਜਾਂਦਾ ਹੈਗਾ। ਉਹ ਈਵਨ ਸਾਡੇ ਇੱਕ ਇਹ ਕਹਿ ਲਓ ਕਿ ਈਵਨ TB ਜਿਹੜੀ ਬਹੁਤ ਪੁਰਾਣੀ ਬਿਮਾਰੀ ਹੈ, ਟਿਊਬਰਕਲੋਸਿਸ, ਆਪਾਂ ਸਾਰਿਆਂ ਨੇ ਸੁਣਿਆ ਕਿ ਇੰਨੇ ਸਾਲਾਂ ਤੋਂ ਇਹ ਆਪਾਂ ਤਾਂ ਹੁਣ ਬੜੀ ਨਵੀਂ ਬਿਮਾਰੀ ਨਾਲ ਜੂਝ ਰਹੇ ਹਾਂ, ਬਟ TB ਵਰਗੀ ਬਿਮਾਰੀ ਦੇ ਵਿੱਚ ਵੀ ਜੇ ਤੁਹਾਨੂੰ ਪਤਾ ਹੋਵੇ 3 ਤਰ੍ਹਾਂ ਦੇ ਸੈਂਪਲਸ ਲਏ ਜਾਂਦੇ ਆ। 3 ਅਲੱਗ-ਅਲੱਗ ਟਾਈਮ ਤੇ ਆਪਾਂ ਬਲਗਮ ਦੀ ਜਾਂਚ ਕਰਦੇ ਆ, ਉਹਨਾਂ ਵਿੱਚੋਂ ਜੇ ਇੱਕ ਵੀ ਪੋਜ਼ਿਟਿਵ ਆ ਜਾਂਦਾ ਆਪਾਂ ਉਹਨੂੰ ਪੋਜ਼ਿਟਿਵ ਮੰਨਦੇ ਹਾਂ। ਇਸੇ ਤਰੀਕੇ ਨਾਲ ਜਿਹੜਾ ਕੋਰੋਨਾ ਦਾ ਟੈਸਟ ਹੈ ਉਹ ਤਾਂ ਹਜੇ ਆਪਣਾ ਅੰਦਰੋਂ ਲੈਣਾ ਪੈਂਦਾ ਆਪਾਂ ਨੂੰ, ਗਲੇ ਦੇ ਵਿੱਚੋਂ ਨੱਕ ਦੇ ਰਾਹੀਂ ਜਾ ਕੇ ਜਾਂ ਮੂੰਹ ਦੇ ਰਾਹੀਂ ਜਾ ਕੇ ਜਿਹੜਾ ਸਵੈਬ ਲੈਣੇ ਹੈਗੇ ਆ। ਉਹਦੇ ਵਿੱਚ ਕਈ ਵਾਰੀ ਸਵੈਬ ਪ੍ਰੋਪਰ ਨਹੀਂ ਹੁੰਦਾ, ਕਈ ਵਾਰੀ ਟੈਸਟ ਨਹੀਂ ਪ੍ਰੋਪਰ ਹੋ ਪਾਉਂਦਾ, ਤਾਂ ਨੈਗੇਟਿਵ ਆਉਣ ਦੇ ਚਾਂਸਸ ਤਾਂ ਬਹੁਤ ਹੁੰਦੇ ਆ ਵੀ ਤੁਸੀਂ ਬੰਦਾ ਪੋਜ਼ਿਟਿਵ ਹੈ ਪਰ ਉਹਦਾ ਟੈਸਟ ਨੈਗੇਟਿਵ ਆ ਗਿਆ। ਬਟ ਇਦਾਂ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਵੀ ਬੰਦਾ ਨੈਗੇਟਿਵ ਸੀ ਪਰ ਟੈਸਟ ਪੋਜ਼ਿਟਿਵ ਆ ਗਿਆ। ਇਸ ਕਰਕੇ ਕਈ ਵਾਰੀ ਹਸਪੀਟਲ ਮਲਟੀਪਲ ਟੈਸਟ ਕਰਦੇ ਆ। ਫੋਰਨ ਦੇ ਵਿੱਚ ਤਾਂ ਟ੍ਰੈਂਡ ਹੀ ਹੈ ਕਿ ਉਹ 2 ਸੈਂਪਲਸ ਲੈ ਲੈਂਦੇ ਆ, ਦੋਨਾਂ ਦੇ ਵਿੱਚੋਂ ਇੱਕ ਵੀ ਪੋਜ਼ਿਟਿਵ ਹੋਵੇ ਤਾਂ ਉਹ ਪੋਜ਼ਿਟਿਵ ਹੀ ਮੰਨਿਆ ਜਾਂਦਾ। ਉਹ ਐਵੇਂ ਨਹੀਂ ਕਹਿੰਦੇ ਕਿ ਇੱਕ ਨੈਗੇਟਿਵ ਆ ਗਿਆ ਤੇ ਇਹਦਾ ਮਤਲਬ ਨੈਗੇਟਿਵ ਹੈ। ਇੱਕ ਵੀ ਜੇ ਪੋਜ਼ਿਟਿਵ ਆ ਗਿਆ ਤੁਹਾਡੇ 3 ਟੈਸਟਾਂ ਚੋਂ ਵੀ ਇੱਕ ਪੋਜ਼ਿਟਿਵ ਆ ਗਿਆ ਤਾਂ ਉਹ ਪੋਜ਼ਿਟਿਵ ਹੀ ਹੈ। ਗਵਰਨਮੈਂਟ ਦੀਆਂ ਗਾਈਡਲਾਈਨਸ ਬੜੀਆਂ ਕਲੀਅਰ ਨੇ, ਤਾਂ ਕਰਕੇ ਜੇ ਤੁਹਾਡਾ ਪਹਿਲਾ ਟੈਸਟ ਨੈਗੇਟਿਵ ਆਇਆ ਹੁੰਦਾ ਫਿਰ ਤਾਂ ਆਪਾਂ ਸੋਚਦੇ ਵੀ ਅਗਲੇ ਟੈਸਟ ਦੀ ਰਿਪੋਰਟ ਸ਼ਾਇਦ ਪੋਜ਼ਿਟਿਵ ਨਾ ਆ ਜੇ, ਪਰ ਕਿਉਂਕਿ ਤੁਹਾਡਾ ਆਲਰੇਡੀ ਪੋਜ਼ਿਟਿਵ ਆ ਗਿਆ ਤਾਂ ਦੂਜੇ ਟੈਸਟ ਇਰਰੈਲੇਵੈਂਟ ਹੋ ਜਾਂਦਾ। ਤੇ ਅਗਰ ਮੈਂ ਆਪਣਾ ਹੈਲਥ ਇਸ਼ੂ ਦੇਖਾਂ ਤੇ ਹੈਲਥ ਮੈਨੂੰ ਇਸ਼ੂ ਕੋਈ ਨਹੀਂ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਬੈਕ ਪੇਨ ਕੋਈ ਬॉडी नहीं है। बट एक चीज जो मैं फेस कर रहे हैं एक खांसी और नाले जिसमें मैं किसी ਨਾਲ ਗੱਲਬਾਤ ਕਰਨਾ ਜਾਂ ਫੋਨ 'ਚ ਗੱਲਬਾਤ ਕਰਨਾ, ਗੱਲਬਾਤ ਕਰਦੇ ਕਰਦੇ ਖਾਂਸੀ ਆਂਦੀ, ਥੋੜੀ ਆਵਾਜ਼ ਰੁਕਦੀ ਉਹ ਖਾਂਸੀ ਦੇ ਕਰਕੇ। ਬਸ ਇਹ ਪ੍ਰੋਬਲਮ ਮੈਨੂੰ ਥੋੜੀ ਜਿਹੀ ਫੇਸ ਹੋ ਰਹੀ ਹੈ ਬਾਰ-ਬਾਰ। ਦੇਖੋ ਇਹ ਤੁਹਾਡੇ ਕੋਲ ਤਾਂ ਬਹੁਤ ਸਿੰਪਟਮਸ ਨੇ, ਤੁਹਾਡੇ ਕੋਲ ਕਾਫੀ ਸਿੰਪਟਮ ਨੇ, ਤੁਹਾਨੂੰ ਬੁਖਾਰ ਵੀ ਆ ਚੁੱਕਿਆ, ਗਲੇ ਦੇ ਵਿੱਚ ਵੀ ਪ੍ਰੋਬਲਮ ਹੈ। ਤੁਸੀਂ ਕਹਿ ਰਹੇ ਹੋ ਕਿ ਨਹੀਂ ਸਿੰਪਟਮ ਹੈਗੇ, ਇਹ ਤਾਂ ਕਾਫੀ ਸਿੰਪਟਮਸ ਨੇ। ਕਾਫੀ ਲੋਕ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਬਿਲਕੁਲ ਵੀ, ਬਹੁਤ ਘੱਟ ਨੇ ਵੈਸੇ, ਪਰ ਜਿਨ੍ਹਾਂ ਨੂੰ ਕਾਫੀ ਲਾਈਕ ਬੁਖਾਰ ਵੀ ਨਹੀਂ ਆ ਰਿਹਾ ਹੈਗਾ ਬਟ ਉਹ ਵੀ ਪੋਜ਼ਿਟਿਵ ਨੇ। ਇਹਦਾ ਮਤਲਬ ਇਹ ਹੈ ਕਿ ਤੁਹਾਡੀ ਬੋਡੀ ਉਹਦੇ ਨਾਲ ਲੜ ਰਹੀ ਹੈ। ਤੁਸੀਂ ਇਹ ਨਾ ਸੋਚੋ ਕਿ ਤੁਸੀਂ ਨੈਗੇਟਿਵ ਹੋ। ਸ਼ਾਇਦ ਅਫਵਾਹਾਂ ਵੀ ਗੌਰਮੈਂਟ ਆਪਣੇ ਆਪਾਂ ਸੁਣਦੇ ਆ ਜਿਹੜੀਆਂ ਉਹ ਇਸ ਕਰਕੇ ਫੈਲਦੀਆਂ ਨੇ ਕਿ ਲੋਕਾਂ ਨੂੰ ਲੱਗਦਾ ਕਿ ਸਿੰਪਲ ਖਾਂਸੀ ਜ਼ੁਕਾਮ ਹੀ ਹੋਊਗਾ। ਕਈਆਂ ਨੂੰ ਲੱਗਦਾ ਸਾਨੂੰ ਐਲਰਜੀ ਹੁੰਦੀ ਹੈ ਇਸ ਟਾਈਮ ਦੇ ਉੱਤੇ, ਕਈਆਂ ਨੂੰ ਲੱਗਦਾ ਕਿ ਨਹੀਂ ਸਾਨੂੰ ਕਰੋਨਾ ਨਹੀਂ ਹੈ। ਆਪਾਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਬਟ ਇਹ ਤੁਹਾਨੂੰ ਇੱਕ ਟੈਸਟ ਦੇ ਵਿੱਚ ਪੋਜ਼ਿਟਿਵ ਆਇਆ ਹੈ, ਤੁਸੀਂ ਪੋਜ਼ਿਟਿਵ ਹੀ ਹੋ, ਤੇ ਇਸ ਚੀਜ਼ ਨੂੰ ਤੁਸੀਂ ਆਪਣੇ ਸਿੰਪਟਮਸ ਨਾਲ ਕੰਪੇਅਰ ਨਾ ਕਰੋ। ਤੁਹਾਨੂੰ ਘੱਟ ਆ ਰਹੇ ਨੇ ਤਾਂ ਇਹ ਬਹੁਤ ਵਧੀਆ ਗੱਲ ਹੈਗੀ ਹੈ ਕਿ ਤੁਹਾਨੂੰ ਘੱਟ ਸਿੰਪਟਮਸ ਆ ਰਹੇ ਨੇ, ਬਟ ਕਿਤੇ ਆਪਾਂ ਆਪਦੀ ਅਣਗਹਿਲੀ ਵਰਤ ਕੇ ਆਪਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਰ ਦਈਏ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ। ਆਪਾਂ ਨੂੰ ਤਾਂ ਸਿੰਪਟਮਸ ਘੱਟ ਆਏ ਬਟ ਉਹਨਾਂ ਨੂੰ ਹੋ ਸਕਦਾ ਬਹੁਤ ਜ਼ਿਆਦਾ ਆ ਜਾਣ, ਜਾਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਆ ਜਾਣ, ਜਾਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਬਹੁਤ ਜ਼ਿਆਦਾ ਆ ਜਾਣ। ਇਹ ਬਿਮਾਰੀ ਫੈਲ ਹੀ ਇਸੇ ਕਰਕੇ ਰਹੀ ਹੈ ਕਿਉਂਕਿ ਆਪਣੀ ਅਵੇਅਰਨੈਸ ਬਹੁਤ ਘੱਟ ਹੈ। ਆਮ ਲੋਕਾਂ ਨੂੰ ਲੱਗਦਾ ਕਿ ਕੁਝ ਵੀ ਨਹੀਂ ਹੈ ਕਿਉਂਕਿ ਖਾਂਸੀ ਜ਼ੁਕਾਮ ਹੀ ਹੈ, ਜਾਂ ਕਈਆਂ ਨੂੰ ਉਹ ਵੀ ਨਹੀਂ ਹੈ। ਉਹ ਇਹੀ ਸੋਚ ਕੇ ਅੱਗੇ ਦੀ ਅੱਗੇ ਫੈਲ ਰਿਹਾ। ਤੇ ਜਿਨ੍ਹਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਜਿੰਨਾ, ਤਾਂ ਉਹਨਾਂ ਦੀ ਈਵਨ ਆਪਾਂ ਦੇਖ ਰਹੇ ਹਾਂ ਕਿ ਅਨਫੋਰਚੂਨੇਟਲੀ ਡੈਥਸ ਵੀ ਹੋ ਜਾਂਦੀਆਂ ਨੇ ਜਿਹੜੀਆਂ ਕਿ ਅਦਰਵਾਈਜ਼ ਖਾਂਸੀ ਜ਼ੁਕਾਮ ਦੇ ਵਿੱਚ ਨਹੀਂ ਹੁੰਦੀਆਂ ਸੀ। ਇਸ ਕਰਕੇ ਬਿਮਾਰੀ ਹੈ ਐਕਚੁਅਲ ਦੇ ਵਿੱਚ। ਇਹਨਾਂ ਨੂੰ ਆਪਾਂ ਜੇ ਆਪਾਂ ਨੂੰ ਪੋਜ਼ਿਟਿਵ ਆਏ ਇਹਨੂੰ ਸੀਰੀਅਸਲੀ ਹੀ ਲੈਣਾ ਹੈਗਾ। ਜਦੋਂ ਅਮਰੀਕਾ ਵਰਗੇ ਦੇਸ਼ ਜਿਨ੍ਹਾਂ ਦੀ ਬਹੁਤ ਜ਼ਿਆਦਾ ਆਪਣੇ ਨਾਲੋਂ ਹੈਲਥ ਫੈਸਿਲਿਟੀਜ਼ ਨੇ, ਬਹੁਤ ਜ਼ਿਆਦਾ ਲੋਕ ਐਜੂਕੇਟਿਡ ਨੇ, ਡਾਕਟਰਸ ਬਹੁਤ ਜ਼ਿਆਦਾ ਨੇ ਕੰਪੇਅਰਡ ਟੂ ਆਪਣੇ ਕੋਲ ਤਾਂ ਲਾਈਕ ਇੰਨੇ ਹਜ਼ਾਰ ਦੀ ਪੋਪੂਲੇਸ਼ਨ ਦੇ ਵਿੱਚ ਡਾਕਟਰ ਨਹੀਂ ਹੈਗਾ। ਪਿੰਡਾਂ ਦੇ ਕਿੰਨੇ ਪਿੰਡਾਂ ਦੇ ਵਿੱਚ ਡਾਕਟਰ ਨਹੀਂ ਹੈਗਾ। ਅਮਰੀਕਾ ਵਰਗੇ ਦੇਸ਼ ਵੀ ਇਸ ਦੇ ਨਾਲ ਜੂਝ ਰਹੇ ਨੇ। ਇਸ ਕਰਕੇ ਲਾਈਕ ਇਹ ਪੋਜ਼ਿਟਿਵ ਹੀ ਹੈ, ਆਪਾਂ ਇਸ ਨੂੰ ਪ੍ਰੋਪਰ ਪ੍ਰੀਕਾਸ਼ਨਸ ਹੀ ਲਈਏ। ਹਾਂਜੀ, ਇਸ ਤੋਂ ਇਲਾਵਾ ਡਾਕਟਰ ਊਸ਼ਾ ਮਦਾਨ ਜੀ ਦਾ ਹੈਗਾ ਕਿ ਆਫਟਰ 17 ਡੇਜ਼ ਇਜ਼ ਇਟ ਕੰਪਲਸਰੀ ਟੂ ਗੋ ਫॉर। ਮੈਂ ਤਾਂ ਕੰਪਲਸਰੀ ਨਹੀਂ ਜੀ, ਇਹ ਜਾਣਾ ਹੀ ਨਹੀਂ ਹੈ।
17 ਦਿਨਾਂ ਦੇ ਬਾਅਦ ਤੁਸੀਂ ਆਟੋਮੈਟਿਕਲੀ ਨੈਗੇਟਿਵ ਹੋ। ਨਹੀਂ ਜੇ ਤੁਹਾਡੇ ਸਿੰਪਟਮਸ ਰਿਕਵਰ ਹੋ ਗਏ ਹੋ ਤਾਂ ਤੁਸੀਂ ਨਹੀਂ ਜਾਣਾ। ਇੱਕ ਏਸੀ ਬਾਰੇ, ਅੱਛਾ ਏਸੀ ਚਲਾ ਸਕਦੇ ਆ ਜਾਂ ਨਹੀਂ? ਏਸੀ ਜੀ ਤੁਸੀਂ ਇਦਾਂ ਹੈਗਾ ਕਿ ਵੈਂਟੀਲੇਸ਼ਨ ਪ੍ਰੋਪਰ ਮੇਨਟੇਨ ਰੱਖੋ। ਅਗਰ ਏਸੀ ਚਲਾਉਣਾ ਵੀ ਹੈ ਤਾਂ ਆਪਣੀ ਖਿੜਕੀਆਂ ਖੋਲ ਕੇ ਰੱਖੋ ਤਾਂ ਕਿ ਉਹ ਵੈਂਟੀਲੇਸ਼ਨ ਹੁੰਦੀ ਰਹੇ। ਅੰਦਰ ਕਲੋਜ਼ਡ ਸਪੇਸਿਸ ਦੇ ਵਿੱਚ ਏਸੀ ਨਾ ਚਲਾਓ, ਅਦਰਵਾਈਜ਼ ਏਸੀ ਚਲਾ ਸਕਦੇ ਹੋ ਬਟ ਬਹੁਤਾ ਘੱਟ ਟੈਂਪਰੇਚਰ ਨਾ ਕਰੋ। ਨਾਰਮਲ ਜਿਹਾ ਟੈਂਪਰੇਚਰ 25 24 23 ਇੱਥੋਂ ਤੱਕ ਤੁਸੀਂ ਰੱਖੋ, ਲਾਈਕ 17 18 ਇੰਨਾ ਘੱਟ ਟੈਂਪਰੇਚਰ ਤੇ ਨਾ ਜਾਓ। ਸੈਕੰਡਲੀ ਤੁਸੀਂ ਆਪਣੀਆਂ ਵੈਂਟੀਲੇਸ਼ਨ ਜ਼ਰੂਰ ਔਨ ਰੱਖੋ। ਹੈਲੋ ਡਾਕਟਰ ਸਾਹਿਬ, ਜਸਪ੍ਰੀਤ ਬੋਲ ਜੀ ਜਸਪ੍ਰੀਤ ਜੀ। ਡਾਕਟਰ ਸਾਹਿਬ ਮੈਨੂੰ 11 ਤਰੀਕ ਨੂੰ ਮੈਂ ਪੋਜ਼ਿਟਿਵ ਆਇਆ ਸੀਗਾ। ਸੇਮ ਡੇ ਮੈਂ ਆਪਦੇ ਪੇਰੈਂਟਸ ਦਾ ਟੈਸਟ ਕਰਵਾਤਾ ਸੀਗਾ, ਉਹਨਾਂ ਦੋਨਾਂ ਦੀ ਰਿਪੋਰਟ ਨੈਗੇਟਿਵ ਆ ਰਹੀ ਹੈ ਤੇ ਮੈਂ ਸੈਪਰੇਟ ਰਹਿ ਰਿਹਾ ਉੱਪਰ। ਤੇ ਪਾਪਾ ਨੂੰ ਥੋੜੀ ਜਿਹੀ ਖਾਂਸੀ ਹੋ ਰਹੀ ਹੈ। ਇਹਦੇ ਚ ਮਤਲਬ ਕਿ ਮੈਂ ਉਹਨਾਂ ਦੇ ਕੰਟੈਕਟ ਦੇ ਵਿੱਚ ਬਿਲਕੁਲ ਵੀ ਨਹੀਂ ਜਾਂਦਾ, ਉਹ ਬਾਹਰ ਚੀਜ਼ਾਂ ਰੱਖ ਜਾਂਦੇ ਆ, ਮੈਂ ਉੱਥੋਂ ਡਿਸਪੋਜ਼ੇਬਲ ਚ ਚੱਕ ਲਿਆਉਣਾ ਤੇ ਮੈਂ ਇੱਕ ਸਾਈਡ ਤੇ ਸੈਕ ਲਾਇਆ ਹੋਇਆ। ਜਸਪ੍ਰੀਤ ਜੀ, ਇੱਕ ਨਾ ਇਦਾਂ ਹੈਗਾ ਕਿ ਤੁਸੀਂ ਸੇਮ ਡੇ ਟੈਸਟ ਕਰਵਾ ਲਿਆ, ਅਦਰਵਾਈਜ਼ ਨਾ ਲਾਈਕ 2 ਤੋਂ ਲੈ ਕੇ 14 ਦਿਨ ਤੱਕ ਦਾ ਇਹਦਾ ਕੁਆਰੰਟਾਈਨ ਪੀਰੀਅਡ, ਇਨਕਿਊਬੇਸ਼ਨ ਪੀਰੀਅਡ ਹੈਗਾ। ਮੇਬੀ ਉਹਨਾਂ ਨੇ ਤੁਹਾਡੇ ਤੋਂ ਇਨਫੈਕਸ਼ਨ ਉਦੋਂ ਲੈ ਲਈ ਹੋਵੇ ਤੇ ਟੈਸਟ ਦੇ ਵਿੱਚ ਉਦੋਂ ਨਾ ਆਈ ਤਾਂ ਮੇਬੀ ਉਹਨਾਂ ਨੂੰ ਹਜੇ ਵੀ ਅਸੀਂ ਅਦਰਵਾਈਜ਼ 5ਵੇਂ ਦਿਨ ਰਿਕਮੈਂਡ ਕਰਦੇ ਹਾਂ। ਜਦੋਂ ਪਹਿਲਾ ਬੰਦਾ ਪੋਜ਼ਿਟਿਵ ਆਉਂਦਾ ਉਹਦੀ ਫੈਮਿਲੀ ਮੈਂਬਰ ਨੂੰ 5th ਡੇ ਇਸੇ ਕਰਕੇ ਰਿਕਮੈਂਡ ਕੀਤਾ ਜਾਂਦਾ ਕਿਉਂਕਿ ਨਾਲ ਦੀ ਨਾਲ ਆਉਣ ਦੇ ਚਾਂਸਸ ਬਹੁਤ ਘੱਟ ਹੁੰਦੇ। ਤਾਂ ਮੇਬੀ ਉਹ ਦੁਬਾਰਾ ਵੀ ਟੈਸਟ ਕਰਵਾ ਸਕਦੇ ਆ, ਉਹ ਹੋ ਸਕਦਾ ਕਿ ਉਹ ਪੋਜ਼ਿਟਿਵ ਹੋਣ ਤਾਂ ਇਸ ਕਰਕੇ ਉਹ ਦੁਬਾਰਾ ਕਰਵਾ ਲੈਣ ਟੈਸਟ ਤੇ ਪ੍ਰੀਕਾਸ਼ਨਸ ਆਪਦੇ ਉਵੇਂ ਹੀ ਰੱਖਣ ਕਿਉਂਕਿ ਉਹ ਕੰਟੈਕਟ ਤਾਂ ਹੈਗੀ ਆ। ਨਹੀਂ, ਉਹ ਸੈਪਰੇਟ ਰਹਿਣ ਲੱਗ ਗਿਆ ਫਾਦਰ ਮਦਰ ਨਾਲੋਂ, ਤੇ ਉਹ ਮਤਲਬ ਕਿ ਮਦਰ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ, ਕੋਈ ਮਤਲਬ ਕਿ ਉਹਨਾਂ ਨੂੰ ਸਾਹ ਨਹੀਂ ਚੜਦਾ ਕੁਝ ਨਹੀਂ। ਤੁਹਾਡੇ ਫਾਦਰ ਨਾਲ ਦੁਬਾਰਾ ਟੈਸਟ ਕਰਵਾ ਸਕਦੇ ਜੀ ਸਿੰਪਟਮਸ ਆ ਰਹੀ ਹੈ ਉਹਨਾਂ ਨੂੰ। ਹਾਂਜੀ ਠੀਕ ਹੈ ਜੀ, मैं कह रहा हूँ। हेलो सर, गुड इवनिंग जी। गुड इवनिंग जी। सर पंकज कुमार सराय बोल रहा हूँ जी। सर मैंने कल टेस्ट कराया था, मेरा पॉजिटिव आया है। मैंने कल थोड़ा सा हॉस्पिटल से लेट आया, 3:30-4 बजे आके थोड़ा सा मैंने सर नहा लिया ठंडी पानी में साबुन लगा के, और फीवर मेरा थोड़ा सा बढ़ गया सर। हेलो जी जी जी। फीवर बढ़ गया, मैंने 650 2 बार खा लिया है, अभी मेरा टेम्परेचर 100 है सर। ਅੱਛਾ ਜੀ, ਇਦਾਂ ਹੈਗਾ ਦੇਖੋ ਨਹਾਉਣ ਦਾ ਬਹੁਤਾ ਜ਼ਿਆਦਾ ਵੈਸੇ ਮੈਡੀਕਲੀ ਤਾਂ ਕੁਝ ਇਦਾਂ ਨਹੀਂ ਹੈ ਕਿ ਨਹੀਂ ਨਹਾਉਣਾ ਹੈਗਾ, ਬਟ ਆਪਣੇ ਹਾਂ ਬਿਲਕੁਲ ਥੋੜਾ ਆਪਾਂ ਕਹਿੰਦੇ ਆ ਕਿ ਮੋਸਟਲੀ ਆਪਣੇ ਟ੍ਰੈਡੀਸ਼ਨਲੀ ਜਾਂ ਚੱਲਦਾ ਹੈਗਾ ਕਿ ਲੋਕ ਕਹਿੰਦੇ ਕਿ ਬੁਖਾਰ ਦੇ ਵਿੱਚ ਨਹੀਂ ਨਹਾਉਣਾ ਹੈਗਾ। ਬਟ ਤੁਸੀਂ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਫੀਲ ਹੋ ਰਿਹਾ ਤਾਂ ਉਦਾਂ ਤੁਸੀਂ ਕਰ ਸਕਦੇ ਹੋ ਥੋੜਾ ਆਪਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਮੂੰਹ ਹੱਥ ਧੋਣਾ ਜਾਂ ਉਵੇਂ ਡਰਾਈ ਕਲੀਨ ਕਰ ਸਕਦੇ ਹੋ। ਬਟ ਆਈ ਥਿੰਕ ਨਹਾਉਣ ਨਾਲ ਡਾਇਰੈਕਟਲੀ ਬੁਖਾਰ ਬਹੁਤ ਜ਼ਿਆਦਾ ਵੱਧ ਗਿਆ ਇਦਾਂ ਨਹੀਂ ਹੋਣਾ, ਤੁਹਾਨੂੰ ਵੈਸੇ ਹੀ ਇਨਫੈਕਸ਼ਨ ਹੋਏਗੀ। ਡੋਲੋ ਜਿਹੜੀ ਆ ਪੈਰਾਸੀਟਾਮੋਲ 650 3 ਟਾਈਮ ਲਓ ਤੁਸੀਂ, ਬੁਖਾਰ ਚੜਨ ਦੀ ਵੇਟ ਨਾ ਕਰੋ। ਜੇ ਤੁਹਾਨੂੰ ਬੁਖਾਰ ਆ ਰਿਹਾ ਤਾਂ 3 ਟਾਈਮ ਡੋਲੋ ਜਿਹੜੀ ਹੈਗੀ ਹੈ, ਜਾਂ ਡੋਲੋ ਟ੍ਰੇਡ ਨੇਮ ਹੈ, ਅਦਰਵਾਈਜ਼ ਪੈਰਾਸੀਟਾਮੋਲ ਸਾਲਟ ਨੇਮ ਹੈ, ਪੈਰਾਸੀਟਾਮੋਲ 3 ਟਾਈਮ ਲੈਂਦੇ ਰਹੋ। सर ये जिंक सल्फेट कितना दिन में 2 बार लेना है? हाँ जी, ਇਹਦੀ ਡੋਜ਼ ਹੈ 50 mg ਟਵਾਈਸ ਡੇਲੀ, ਮਤਲਬ 100 mg ਹੋ ਜਾਏਗਾ। हाँ ये 20 mg है जिंक सल्फेट में। ਕਈਆਂ ਨੂੰ ਐਸਿਡਿਟੀ ਦੀ ਪ੍ਰੋਬਲਮ ਆ ਰਹੀ ਹੈ, ਜਿੰਕ ਨਾਲ ਆ ਵੀ ਜਾਂਦੀ ਹੈ ਜਾਂ ਅਦਰਵਾਈਜ਼ ਵੀ ਆ ਜਾਂਦੀ ਹੈ। ਉਹ ਆਪਣਾ ਸਵੇਰ ਖਾਲੀ ਪੇਟ ਐਸਿਡਿਟੀ ਵਾਲੀ ਕੋਈ ਵੀ ਗੋਲੀ ਪੈਂਟੋਪ ਜਿਵੇਂ ਪੈਂਟੋਪ੍ਰੈਜ਼ੋਲ ਹੁੰਦੀ ਹੈ ਉਹ ਲੈ ਸਕਦੇ ਆ, ਜਾਂ ਰੈਂਟੀਡੀਨ ਲੈ ਸਕਦੇ ਆ। ਜੇ ਤੁਸੀਂ ਲੈ ਰਹੇ ਹੋ, ਜੇ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਉਹ ਲੈ ਸਕਦੇ ਹੋ। सर विटामिन सी 500 mg दिन में 2 बार दिए हैं, 2 बार लेना है? हाँ जी बिल्कुल। और सर ਅੱਛਾ, ਮੈਨੂੰ ਇਹ ਹੈ ਕਿ ਜਿਹੜੀਆਂ ਇਹ ਕੁਐਰੀਜ਼ ਨੇ ਆਈ ਥਿੰਕ ਬੜੀਆਂ ਜਨਰਲ ਜਿਹੀਆਂ ਕੁਐਰੀਜ਼ ਨੇ, ਸਾਰੇ ਡਾਕਟਰ ਨੇ ਵੀ ਤੁਹਾਨੂੰ ਰਿਕਮੈਂਡ ਕੀਤਾ ਹੋਇਆ। ਆਪਾਂ ਪਿਛਲੀਆਂ ਮੀਟਿੰਗਸ ਦੇ ਵਿੱਚ ਵੀ ਕਾਫੀ ਡਿਸਕਸ ਕਰ ਚੁੱਕੇ ਹਾਂ। ਜੇ ਕਿਸੇ ਦੀ ਕੋਈ ਯੂਨੀਕ ਕੋਈ ਸਪੈਸ਼ਲ ਹੈਗੀ ਹੈ ਤਾਂ ਉਹ ਆਪਾਂ ਲੈ ਲੈਨੇ, ਅਦਰਵਾਈਜ਼ ਆਪਾਂ ਉਹ ਇਹਨੂੰ ਆਪਾਂ ਕਲੋਜ਼ ਕਰਾਂਗੇ ਮੀਟਿੰਗ ਨੂੰ। ਅੱਛਾ, ਜ਼ਿੰਕ ਜਿਹੜੀ ਹੈਗੀ ਹੈ, ਹਰਜੀਵ ਖੰਨਾ ਜੀ ਤੁਹਾਡਾ ਕੁਐਸਚਨ ਸੀਗਾ 17 ਡੇਜ਼ ਕੰਟੀਨਿਊ ਕਰਨੀ ਹੈ ਕਿ ਨਹੀਂ ਕਰਨੀ। ਇਹ ਦੇਖੋ, ਇਹ ਤਾਂ ਸਪਲੀਮੈਂਟ ਨੇ, ਇਹਨਾਂ ਨੂੰ ਤੁਸੀਂ 17 ਦਿਨ ਲੈ ਲਓ, ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ। ਈਵਨ ਹੈਲਦੀ ਲੋਕ ਵੀ ਲੈ ਸਕਦੇ ਆ ਇਹਨਾਂ ਨੂੰ। ਕੋਈ ਇਹ ਤੁਸੀਂ ਲੈ ਹੀ ਲਓ 17 ਦਿਨ ਕਿਉਂਕਿ ਤੁਸੀਂ ਪੋਜ਼ਿਟਿਵ ਹੋ, ਇਹ ਇਮਿਊਨਿਟੀ ਬੂਸਟ ਕਰਨਗੇ ਤੁਹਾਡੀ। ਸਰ ਇੱਕ ਬਾਥਰੂਮ ਰਿਲੇਟਡ ਦੱਸੋ ਯੂਜ਼ ਕਰਨਾ ਕਿਵੇਂ, ਫੈਮਿਲੀ ਵੀ ਉਹੀ ਯੂਜ਼ ਕਰਦੀ ਹੈ, ਫਿਰ ਇਹਦੇ ਪ੍ਰਤੀ ਵੀ ਪ੍ਰੀਕਾਸ਼ਨ ਦੱਸੋ ਸਾਨੂੰ ਕਿਵੇਂ ਯੂਜ਼ ਕਰਨਾ, ਬਕਟ ਅਲੱਗ ਰੱਖਣੀ ਆ, ਸੌਪ ਅਲੱਗ ਰੱਖਣਾ, ਟੂਥਬ੍ਰਸ਼ ਅਲੱਗ ਰੱਖਣਾ, ਪੇਸਟ ਕਿਵੇਂ ਰੱਖਣਾ, ਸਾਰਾ ਕੁਝ ਇਹ ਵੀ ਦੱਸ ਦਿਓ ਸਰ ਪਲੀਜ਼। ਇਹਦੇ ਚ ਨਾ ਜੀ ਤੁਹਾਡਾ ਆਈ ਥਿੰਕ ਡੋਂਟ ਨੋ ਕਿ ਤੁਹਾਡਾ ਕਿਵੇਂ ਉਹ ਹੋ ਗਿਆ ਹੋਮ ਆਈਸੋਲੇਸ਼ਨ ਦੀ ਫਸਟ ਰਿਕੁਆਇਰਮੈਂਟ ਹੈ ਕਿ ਤੁਹਾਡੇ ਕੋਲੇ ਬਾਥਰੂਮ ਸੈਪਰੇਟ ਹੋਣਾ ਚਾਹੀਦਾ, ਰੂਮ ਸੈਪਰੇਟ ਹੋਣਾ ਚਾਹੀਦਾ। ਕਿਉਂਕਿ ਜੇ ਤੁਸੀਂ ਬਾਥਰੂਮ ਸੇਮ ਯੂਜ਼ ਕਰੋਗੇ, ਬਹੁਤ ਹਾਈ ਚਾਂਸਿਸ ਨੇ ਕਿ ਜਿਹੜਾ ਉਹ ਬਾਥਰੂਮ ਯੂਜ਼ ਕਰੂਗਾ ਉਹਨਾਂ ਨੂੰ ਵੀ ਇਨਫੈਕਸ਼ਨ ਹੋ ਜਾਏਗੀ। ਕਿਉਂਕਿ ਬਾਥਰੂਮ ਦੇ ਵਿੱਚ ਇੰਨੀਆਂ ਜ਼ਿਆਦਾ ਚੀਜ਼ਾਂ ਨੇ, ਟੂਟੀਜ਼ ਨੇ, ਜਿਹੜੀਆਂ ਟੈਪਸ ਨੇ, ਮਤਲਬ ਬਕੇਟਸ ਨੇ, ਮਗਸ ਨੇ, ਉਹਨਾਂ ਦੇ ਵਿੱਚ ਇੰਨੀ ਜਗ੍ਹਾ ਦੇ ਉੱਤੇ ਬਹੁਤ ਮੁਸ਼ਕਿਲ ਹੈ ਪ੍ਰੀਕਾਸ਼ਨਸ ਰੱਖਣਾ। ਇਸ ਕਰਕੇ ਸਟ੍ਰਿਕਟਲੀ ਇਹ ਰਿਕਮੈਂਡਡ ਹੈ ਕਿ ਬਾਥਰੂਮ ਸੈਪਰੇਟ ਹੋਣਾ ਚਾਹੀਦਾ ਪੋਜ਼ਿਟਿਵ ਪੇਸ਼ੈਂਟ ਦਾ। ਇਸ ਕਰਕੇ ਤੁਸੀਂ
ਸੈਪਰੇਟ ਰੂਮ ਯੂਜ਼ ਕਰਨਾ ਹੈ। ਹੁਣ ਜੇ ਆਪਾਂ ਇਹ ਕੁਐਸਚਨ ਦਾ ਆਨਸਰ ਕਰਨ ਲੱਗ ਜਾਈਏ ਕਿ ਅਸੀਂ ਸੇਮ ਰੂਮ ਦੇ ਵਿੱਚ ਰਹਿ ਰਹੇ ਹਾਂ ਤਾਂ ਕਿਵੇਂ ਅਸੀਂ ਬਚਾਉਣਾ ਦੂਜੇ ਬੰਦੇ ਨੂੰ, ਤਾਂ ਉਹ ਪੋਸੀਬਲ ਹੀ ਨਹੀਂ ਹੈ ਪ੍ਰੈਕਟੀਕਲੀ। ਇਸੇ ਤਰ੍ਹਾਂ ਬਾਥਰੂਮ ਦੇ ਵਿੱਚ ਪੋਸੀਬਲ ਹੀ ਨਹੀਂ ਹੈ ਕਿ ਜੇ ਸੇਮ ਡੇ ਤੁਸੀਂ ਵੀ ਬਾਥਰੂਮ ਯੂਜ਼ ਕਰ ਰਹੇ ਹੋ ਤੇ ਸੇਮ ਡੇ ਕੋਈ ਹੋਰ ਯੂਜ਼ ਕਰ ਰਿਹਾ ਤਾਂ ਉਹਨੂੰ ਇਨਫੈਕਸ਼ਨ ਹੋਏਗੀ ਹੀ ਹੋਏਗੀ। ਇਸ ਕਰਕੇ ਬਾਥਰੂਮ ਤੇ ਰੂਮ ਜਿਹੜਾ ਹੈਗਾ ਤੁਸੀਂ ਸੈਪਰੇਟ ਹੀ ਰੱਖਣਾ ਹੈਗਾ। ਇਹਦੇ ਵਿੱਚ ਕੋਈ ਇਦਾਂ ਦੀ ਪ੍ਰੀਕਾਸ਼ਨਸ ਨਹੀਂ ਹੈਗੀਆਂ ਕਿ ਤੁਸੀਂ ਸੇਮ ਬਾਥਰੂਮ ਵੀ ਯੂਜ਼ ਕਰਦੇ ਰਹੋ ਤੇ ਆਪਾਂ ਦੂਜੇ ਬੰਦੇ ਨੂੰ ਇਨਫੈਕਸ਼ਨ ਤੋਂ ਵੀ ਬਚਾ ਲਈਏ। ਠੀਕ ਹੈ ਸਰ, ਓਕੇ, ਥੈਂਕ ਯੂ ਸਰ। ਕਿਸੇ ਦਾ ਕੋਈ ਹੋਰ ਕੁਐਰੀ ਹੈ ਤਾਂ ਇੱਕ ਅੱਧੀ ਆਪਾਂ ਲੈ ਸਕਦੇ ਹਾਂ, ਜੇ ਕਿਸੇ ਦੀ ਕੋਈ ਅਰਜੈਂਟ ਕੁਝ ਕੁਐਰੀ ਹੈ। ਚਲੋ ਹੈਲੋ ਇੱਕ ਹਰਜੀਵ ਖੰਨਾ ਜੀ ਵੱਲੋਂ ਹੈ ਕਿ 17 ਦਿਨਾਂ ਬਾਅਦ ਨੋਨ ਇਨਫੈਕਸ਼ੀਅਸ ਹੋ ਜਾਂਦਾ ਹੈ, ਮਿਕਸ ਹੋ ਸਕਦਾ ਹੈ ਦੂਜੇ ਮੈਂਬਰਾਂ ਨਾਲ ਜੋ ਨੈਗੇਟਿਵ ਨੇ। ਹਾਂਜੀ, ਮਤਲਬ ਥਿਓਰੈਟੀਕਲੀ ਤੁਸੀਂ ਹੋ ਸਕਦੇ ਹੋ, ਬਟ ਸਟਿਲ ਅਗੇਨ ਇਹ ਹੈ ਕਿ ਫਿਰ ਵੀ ਪ੍ਰੀਕਾਸ਼ਨਸ ਰੱਖੋ ਕੁਝ ਦੇਰ ਤੱਕ ਹੋਰ, ਕਿਉਂਕਿ ਪਹਿਲਾਂ ਅਸੀਂ ਇਹ ਟਾਈਮ ਪੀਰੀਅਡ 28 ਡੇਜ਼ ਦਾ ਵੀ ਰੱਖਿਆ ਹੈ। ਨਵੀਂ ਬਿਮਾਰੀ ਹੈ, ਅਸੀਂ ਵੀ ਰੋਜ਼ ਨਵੀਆਂ ਗਾਈਡਲਾਈਨਸ ਆ ਰਹੀਆਂ ਨੇ WHO ਵੱਲੋਂ ਵੀ। ਪਹਿਲਾਂ 28 ਡੇਜ਼ ਦਾ ਵੀ ਅਸੀਂ ਆਈਸੋਲੇਸ਼ਨ ਰੱਖਣੀ ਸ਼ੁਰੂ ਕੀਤੀ ਸੀਗੀ, ਹੁਣ 17 ਡੇਜ਼ ਹੈ। ਪਰ ਤੁਸੀਂ ਜਿਹੜੇ ਆਪਣਾ ਕੰਮਕਾਰ ਸ਼ੁਰੂ ਕਰ ਸਕਦੇ ਹੋ ਪਰ ਫੁੱਲ ਪ੍ਰੀਕਾਸ਼ਨ ਦੇ ਨਾਲ, ਹਰ ਟਾਈਮ ਮਾਸਕ ਪਾ ਕੇ ਰੱਖੋ। ਕੁਝ ਦੇਰ ਤੱਕ ਜੇ ਤੁਸੀਂ ਰੱਖ ਸਕਦੇ ਹੋ, ਹੋਰ ਪ੍ਰੀਕਾਸ਼ਨ ਹਫ਼ਤਾ ਤੱਕ ਮੈਂ ਤਾਂ ਕਹੂੰਗਾ ਕਿ ਹੋਰ ਰੱਖ ਲਓ ਜੇ ਤੁਸੀਂ ਰੱਖ ਸਕਦੇ ਹੋ। ਅਦਰਵਾਈਜ਼ 17 ਦਿਨਾਂ ਬਾਅਦ ਗਵਰਨਮੈਂਟ ਦੇ ਅਕੋਰਡਿੰਗਲੀ ਤੁਸੀਂ ਨੈਗੇਟਿਵ ਹੋ, ਮਿਕਸ ਅਪ ਹੋ ਸਕਦੇ ਹੋ। ਹਾਂਜੀ, ਊਸ਼ਾ ਮਦਾਨ ਜੀ ਦਾ ਹੈਗਾ ਕਿ ਸਨ ਕੋਵਿਡ ਪੋਜ਼ਿਟਿਵ ਵਾਸ ਔਨ 10th, we were negative on 12th. ਮੈਨੂੰ ਲੱਗਦਾ ਊਸ਼ਾ ਜੀ, ਜਿਹੜੇ ਡਾਕਟਰ ਊਸ਼ਾ ਮਦਾਨ ਜੀ ਦਾ ਇਹ ਹੈ ਵੀ ਰਿਪੀਟ ਕਰਵਾਈਏ ਕਿ ਨਾ ਕਰਵਾਈਏ, ਸਿੰਪਟਮਸ ਨਹੀਂ ਨੇ। ਦੇਖੋ ਅਗੇਨ ਦੁਬਾਰਾ ਉਹੀ ਕੁਐਸਚਨ ਆ ਰਿਹਾ ਕਿ ਰਿਪੀਟ ਨਹੀਂ ਹੋਣਾ ਹੈਗਾ। ਜੇ ਤੁਸੀਂ ਪੋਜ਼ਿਟਿਵ ਹੋ ਤਾਂ 17 ਦਿਨ ਦਾ ਕੁਆਰੰਟਾਈਨ ਆਈਸੋਲੇਸ਼ਨ ਪੀਰੀਅਡ ਉਵੇਂ ਹੀ ਚੱਲੇਗਾ। ਰਿਪੀਟ ਦਾ ਕੋਈ ਮਤਲਬ ਨਹੀਂ ਹੈ, ਗਵਰਨਮੈਂਟ ਵੀ ਨਹੀਂ ਕਹਿ ਰਹੀ ਰਿਪੀਟ ਕਰਵਾਓ। ਈਵਨ ਆਫਟਰ 17 ਡੇਜ਼ ਵੀ ਤੁਹਾਨੂੰ ਕਰਵਾਉਣ ਦੀ ਲੋੜ ਨਹੀਂ ਹੈਗੀ। ਅੱਛਾ, ਟਰਮਰਿਕ ਮਿਲਕ ਗੁੱਡ ਹੈਗਾ, ਹਾਊ ਮੈਨੀ ਟਾਈਮਸ? ਦੇਖੋ ਟਰਮਰਿਕ ਜਿਹੜੀ ਹੈ ਹਲਦੀ ਵੈਸੇ ਅੱਛੀ ਆਯੁਰਵੈਦਿਕ ਚੀਜ਼ ਹੈਗੀ ਹੈ। ਬੀਇੰਗ ਏ ਐਲੋਪੈਥਿਕ ਡਾਕਟਰ ਮੈਂ ਬਹੁਤਾ ਜ਼ਿਆਦਾ ਇਹਦੇ ਵਿੱਚ ਰਿਕਮੈਂਡ ਨਹੀਂ ਕਰ ਸਕਦਾ ਡੋਜ਼ ਇਸ ਦੀ ਕੀ ਹੋਏਗੀ, ਬਟ ਆਯੁਰਵੈਦਿਕ ਚੀਜ਼ਾਂ 'ਚ ਮੈਂ ਤੁਹਾਨੂੰ ਇੱਕੋ ਪ੍ਰੀਕਾਸ਼ਨ ਦੱਸੂਗਾ ਕਿ ਉਹਨੂੰ ਓਵਰਡੂ ਨਾ ਕਰੋ। ਬਹੁਤ ਜ਼ਿਆਦਾ ਚੀਜ਼ਾਂ, ਬਹੁਤ ਜ਼ਿਆਦਾ ਕੁਝ ਲੋਕ ਬਹੁਤ ਹੀ ਜ਼ਿਆਦਾ ਲੈ ਰਹੇ ਨੇ, ਬਹੁਤ ਜ਼ਿਆਦਾ ਗਰਮ ਚੀਜ਼ਾਂ ਲੈ ਰਹੇ ਨੇ, ਕੋਈ ਕਾੜਾ ਵੀ ਪੀ ਰਹੇ ਨੇ, ਨਾਲ ਅਦਰਕ ਵੀ ਖਾ ਰਹੇ ਨੇ, ਨਾਲ ਤੁਲਸੀ ਵੀ ਖਾ ਰਹੇ ਨੇ, ਹਲਦੀ ਵੀ ਖਾ ਰਹੇ ਨੇ। ਮਤਲਬ ਜਦੋਂ ਬਹੁਤ ਜ਼ਿਆਦਾ ਤੁਸੀਂ ਗਰਮ ਚੀਜ਼ਾਂ ਲੈ ਲੈਂਦੇ ਹੋ, ਇਦਾਂ ਦੀਆਂ ਲਾਈਕ ਚੀਜ਼ਾਂ ਲੈ ਲੈਂਦੇ ਹੋ, ਤਾਂ ਉਹ ਵੀ ਕਦੇ ਨਾ ਕਦੇ ਤੁਹਾਨੂੰ ਖਰਾਬ ਕਰ ਸਕਦੀਆਂ। ਇੱਕ ਦੋ ਚੀਜ਼ਾਂ ਯੂਜ਼ ਕਰ ਲਓ। ਹਲਦੀ ਦਾ ਦੁੱਧ ਪੀਣਾ ਇੱਕ ਵਾਰ ਪੀ ਲਓ ਦਿਨ ਦੇ ਵਿੱਚ, ਬਹੁਤਾ ਜ਼ਿਆਦਾ ਹੈ, ਤੁਸੀਂ 2 ਕੱਪਸ ਲੈ ਸਕਦੇ ਹੋ। ਮਤਲਬ ਬਹੁਤ ਜ਼ਿਆਦਾ ਓਵਰਡੂ ਨਾ ਕਰੋ ਉਸਨੂੰ, ਕਿਤੇ ਨਾ ਕਿਤੇ ਐਕਸੈਸ ਦੇ ਵਿੱਚ ਵੀ ਤੁਹਾਨੂੰ ਨੁਕਸਾਨ ਨਾ ਕਰੇ ਉਹ ਚੀਜ਼। ਜੂਸ ਦਾ ਕੁਐਸਚਨ ਪੁੱਛਿਆ ਗਿਆ, ਜੂਸ ਤੁਸੀਂ ਲੈ ਸਕਦੇ ਹੋ, ਜੂਸ ਤੁਸੀਂ 2 ਵਾਰ ਵੀ ਲੈ ਸਕਦੇ ਹੋ, ਬਟ ਠੰਡਾ ਨਾ ਲਓ, ਠੰਡਾ ਨਾ ਲਓ, ਨਾਰਮਲ ਟੈਂਪਰੇਚਰ ਦੇ ਉੱਤੇ ਲਓ ਜਿਹੜਾ ਫਲੂਇਡ ਹੈ। ਹਾਂਜੀ ਡਾਕਟਰ ਸਾਹਿਬ, ਡਾਕਟਰ ਊਸ਼ਾ ਮਦਾਨ। Doctor sir, मेरा question, मेरा बेटा is COVID positive on 10th and on 12th we did our test, it was negative. We don't have any symptoms. Should we repeat the test? ਵੈਸੇ ਤਾਂ 5th ਡੇ ਹੈ ਮੈਮ, ਬਟ ਤੁਸੀਂ ਇੱਕ ਵਾਰ ਕਰਵਾ ਲਿਆ ਤਾਂ ਕੋਈ ਗੱਲ ਨਹੀਂ। ਜੇ ਤੁਹਾਨੂੰ ਸਿੰਪਟਮਸ ਆਣਗੇ ਤਾਂ ਹੀ ਕਰਵਾਉਣਾ, ਅਦਰਵਾਈਜ਼ ਤੁਸੀਂ not compulsory. ਨਹੀਂ, ਕੰਪਲਸਰੀ ਨਹੀਂ। Thank you sir, thank you. ਤਾਂ ਠੀਕ ਹੈ ਜੀ, ਧੰਨਵਾਦ ਬਹੁਤ ਸਾਰਿਆਂ ਦਾ। ਜਿਹੜਾ ਹੈਗਾ ਇੱਕ ਹੋਰ ਕੁਐਸਚਨ ਆਇਆ, ਸਰ ਆਈ ਵਾਸ ਪੋਜ਼ਿਟਿਵ ਔਨ 7 this month and the official told me to get the test after 5 days. My parents don't have any symptoms right now, so please suggest me. ਦੇਖੋ ਜੀ, ਸਿੰਪਟਮਸ ਨਹੀਂ ਵੀ ਨੇ ਤਾਂ ਵੀ ਟੈਸਟ ਕਰਵਾਉਣਾ ਚਾਹੀਦਾ ਹੈ ਉਹਨਾਂ ਨੂੰ। ਕਈ ਵਾਰ ਏਸਿਮਟੋਮੈਟਿਕ ਵੀ ਹੁੰਦੇ ਨੇ, ਕਈ ਵਾਰ ਬਾਅਦ ਦੇ ਵਿੱਚ ਵੀ ਟੈਸਟ ਤੋਂ ਬਾਅਦ ਪੋਜ਼ਿਟਿਵ ਆ ਜਾਂਦੇ ਨੇ। ਕੁਝ ਲੋਕਾਂ ਦੀ ਮਿਸਕਨਸੈਪਸ਼ਨ ਇਹ ਹੈ ਵੀ ਅਸੀਂ ਸਿੱਧਾ ਹੀ ਦਵਾਈਆਂ ਦੇਣੀਆਂ ਸ਼ੁਰੂ ਕਰ ਦਈਏ, ਟੈਸਟ ਨਾ ਹੀ ਕਰਵਾਈਏ ਆਪਦੇ ਕੰਟੈਕਟਸ ਦਾ, ਬਟ ਇਦਾਂ ਬਿਲਕੁਲ ਵੀ ਨਾ ਕਰੋ। ਇੱਕ ਤਾਂ ਤੁਸੀਂ ਉਨੇ ਹਾਰਡਲੀ ਆਪਦੀਆਂ ਚੀਜ਼ਾਂ ਫੋਲੋ ਨਹੀਂ ਕਰ ਪਾਓਗੇ, ਤੇ ਅਨਫੋਰਚੂਨੇਟਲੀ ਜੇ ਤੁਹਾਨੂੰ ਕੋਈ ਡਾਕਟਰੀ ਹੈਲਪ ਦੀ ਲੋੜ ਪੈਂਦੀ ਹੈ ਤਾਂ ਜਦੋਂ ਤੱਕ ਤੁਹਾਡਾ ਟੈਸਟ ਨਹੀਂ ਹੋਊਗਾ ਅਸੀਂ ਤੁਹਾਨੂੰ ਨਹੀਂ ਪ੍ਰੋਵਾਈਡ ਕਰ ਸਕਦੇ। ਤਾਂ ਕੋਵਿਡ ਪੋਜ਼ਿਟਿਵ ਲਈ ਅਲੱਗ ਤਰ੍ਹਾਂ ਦੇ ਹਸਪੀਟਲ ਨੇ, ਅਲੱਗ ਤਰ੍ਹਾਂ ਦੀ ਹੈਲਥ ਫੈਸਿਲਿਟੀ ਹੈ। ਹਰ ਕੋਈ ਹਸਪੀਟਲ ਜਦੋਂ ਸਿੰਪਟਮਸ ਆ ਜਾਂਦੇ ਨੇ ਸਭ ਤੋਂ ਪਹਿਲਾਂ ਉਹ ਟੈਸਟ ਲਈ ਕਹਿੰਦੇ ਨੇ, ਫਿਰ ਜੇ ਟਾਈਮਲੀ ਤੁਹਾਡਾ ਟੈਸਟ ਨਾ ਹੋਇਆ ਹੋਵੇ ਫਿਰ ਉਹ ਦਿੱਕਤ ਆ ਜਾਂਦੀ ਹੈ। ਇਸ ਲਈ ਜਿਹੜੇ ਤੁਹਾਡੇ ਕੰਟੈਕਟਸ ਨੇ ਉਹਨਾਂ ਨੂੰ ਡਿਸਕਲੋਜ਼ ਕਰੋ, ਉਹਨਾਂ ਦੇ ਟੈਸਟ ਕਰਵਾ ਲਓ। ਟੈਸਟ ਦੇ ਵਿੱਚ ਕੁਝ ਵੀ ਨਹੀਂ ਹੈ, ਅਗਰ ਉਹਨਾਂ ਦਾ ਨੈਗੇਟਿਵ ਆ ਜਾਊਗਾ ਤਾਂ ਵੀ ਉਹਨਾਂ ਨੂੰ ਪਤਾ ਲੱਗ ਜਾਊਗਾ, ਅਗਰ ਪੋਜ਼ਿਟਿਵ ਆ ਜਾਊਗਾ ਤਾਂ ਉਹ 17 ਦਿਨ ਆਪਦੇ ਉਵੇਂ ਫੋਲੋ ਕਰ ਲੈਣਗੇ। ਤੇ ਜੇ ਅਨਫੋਰਚੂਨੇਟਲੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਤਾਂ ਵੀ ਉਹਨੂੰ ਟ੍ਰੀਟ ਕਰ ਲਾਂਗੇ, ਪਰ ਟੈਸਟ ਜ਼ਰੂਰ ਕਰਵਾਓ ਜੀ ਉਹਨਾਂ ਦੇ।
ਅੱਛਾ, ਡਾਕਟਰ ਕੋਲੇ ਜਾਣ ਦੀ ਤੁਹਾਨੂੰ 17 ਦਿਨਾਂ ਬਾਅਦ ਨਹੀਂ ਲੋੜ ਹੈਗੀ? ਇਹ ਕੁਐਸਚਨ ਹੈ 17 ਦਿਨਾਂ ਬਾਅਦ ਲੋੜ ਹੈ ਕਿ ਨਹੀਂ? ਲੋੜ ਨਹੀਂ ਹੈਗੀ ਜੀ ਤੁਹਾਨੂੰ। ਤੁਸੀਂ ਆਟੋਮੈਟਿਕਲੀ ਜੇ ਤੁਹਾਨੂੰ ਸਿੰਪਟਮ ਫ੍ਰੀ ਹੋ ਪਿਛਲੇ 7 ਦਿਨਾਂ ਤੋਂ ਤਾਂ ਤੁਸੀਂ ਨੈਗੇਟਿਵ ਡਿਕਲੇਅਰ ਹੋ ਜਾਓਗੇ ਉਸ ਦੇ ਵਿੱਚ। ਹਾਂਜੀ ਸਰ ਡਾਈਟ ਕੀ ਖਾਣਾ? ਡਾਈਟ ਦੇ ਵਿੱਚ ਜੀ ਅਸੀਂ ਬੜਾ ਵੱਡਾ ਇੱਕ ਸੈਸ਼ਨ ਹੈਗਾ ਡਾਈਟ ਦੇ ਰਿਲੇਟਡ 1.5 ਘੰਟੇ ਦਾ, ਜਿਵੇਂ ਅੱਜ ਦਾ ਸੈਸ਼ਨ ਸੀਗਾ, ਤੁਸੀਂ ਉਹ ਸੁਣੋ। ਬਹੁਤ ਜ਼ਿਆਦਾ ਨਵੀਆਂ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਡਾਈਟੀਸ਼ੀਅਨ ਮੈਡਮ ਨੇ, ਸੀਨੀਅਰ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈ। ਕਾਈਂਡਲੀ ਉਹ ਸਾਰੇ ਲੈਕਚਰ ਸੁਣੋ। ਜੇ ਕਿਸੇ ਕੋਲ ਨਹੀਂ ਹੈ ਉਹ ਗਰੁੱਪ ਦੇ ਵਿੱਚ ਪਾ ਦਿਓ ਰਿਕੁਐਸਟ ਵੀ ਸਾਨੂੰ ਲੈਕਚਰ ਅਸੀਂ ਜ਼ੂਮ ਵਾਲੇ ਸੁਣਨੇ ਹੈਗੇ, ਤਾਂ ਉਹ ਤੁਹਾਨੂੰ ਦੇ ਦੇਣਗੇ ਲੈਕਚਰ। ਠੀਕ ਹੈ ਸਰ। ਥੈਂਕ ਯੂ ਜੀ ਸਾਰਿਆਂ ਦਾ, ਪਾਰਟਿਸਿਪੈਂਟਸ ਦਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ। ਅਸੀਂ ਇਹਦੀ ਰਿਕਾਰਡਿੰਗ ਮੈਂ ਸ਼ੇਅਰ ਗਰੁੱਪਸ ਦੇ ਵਿੱਚ ਤੁਹਾਡੇ ਨਾਲ ਹੋ ਜਾਏਗੀ। ਪਲੱਸ ਅਸੀਂ ਇੱਕ ਐਕਚੁਅਲ ਦੇ ਵਿੱਚ ਇੱਕ ਪਲੇਲਿਸਟ ਬਣਾਈ ਹੋਈ ਹੈ, ਉਹ ਪਲੇਲਿਸਟ ਦਾ ਲਿੰਕ ਜਾਂਦਾ, ਉਹਦੇ ਵਿੱਚ ਜਿਹੜੀਆਂ ਵੀ ਮੀਟਿੰਗਸ ਹੁੰਦੀਆਂ ਉਹ ਅਸੀਂ ਵਿੱਚ ਪਾ ਦਿੰਦੇ ਹਾਂ। ਤਕਰੀਬਨ 14 ਵੀਡੀਓਜ਼ ਹੈ, ਉਸ ਦੇ ਵਿੱਚ ਕੁਝ ਲੋਕਾਂ ਦੀਆਂ ਫੀਡਬੈਕਸ ਨੇ, ਕੁਝ ਸਾਡੀਆਂ ਮੀਟਿੰਗਸ ਨੇ, ਉਹ ਤੁਸੀਂ ਸਾਰੀਆਂ ਸੁਣ ਸਕਦੇ ਹੋ। ਹੁਣ ਅੱਜ ਜਿਹੜੀ ਆਪਣੀ 15ਵੀਂ ਮੀਟਿੰਗ 15ਵੀਂ ਵੀਡੀਓ ਉਸ ਦੇ ਵਿੱਚ ਪੈ ਜਾਏਗੀ। ਸੇਮ ਲਿੰਕ ਜਿਹੜਾ ਤੁਹਾਡੇ ਗਰੁੱਪਸ ਦੇ ਵਿੱਚ ਗੂਗਲ ਮੀਟ ਵਾਲਾ ਲਿੰਕ ਹੈਗਾ, ਉਸੇ ਦੇ ਵਿੱਚ ਇਹ ਵਾਲੀ ਵੀ ਆ ਜਾਏਗੀ ਕੁਝ ਘੰਟਿਆਂ ਬਾਅਦ। ਬਾਕੀ ਜੇ ਕਿਸੇ ਕੋਲ ਲਿੰਕ ਨਹੀਂ ਹੈਗਾ ਸਾਡਾ ਜ਼ੂਮ ਜਿਹੜੀ ਹੈਗੀ ਹੈ ਪਲੇਲਿਸਟ ਦਾ, ਤਾਂ ਉਹ ਗਰੁੱਪਸ ਦੇ ਵਿੱਚ ਮੰਗਵਾ ਸਕਦੇ। ਤਾਂ ਥੈਂਕ ਯੂ ਜੀ ਸਾਰਿਆਂ ਦਾ, ਕ੍ਰਿਸ਼ਨ ਜੀ, ਪਵਨ ਜੀ, ਸਿੰਗਲਾ ਜੀ, ਵਿਭੂ, ਸੁਮਿਤ ਖੋਸਲਾ ਜੀ, ਰੰਜਨਾ ਗੁਪਤਾ ਜੀ, ਕੇਸ਼ਵ ਜੀ, ਪ੍ਰਦੀਪ ਕੁਮਾਰ ਜੀ, ਕ੍ਰਿਸ਼ਨ ਜੀ, ਇੰਦਰਪ੍ਰੀਤ ਜੀ, ਮਹੇਸ਼ ਪਾਲ, ਅਸ਼ੋਕ ਜੀ, ਰੰਜਨਾ ਜੀ, ਹਾਂਜੀ, ਮੀਨਾਕਸ਼ੀ ਜੀ, ਪ੍ਰਦੀਪ ਜੀ, ਤਾਂ ਬਾਕੀ ਜਿਨ੍ਹਾਂ ਦਾ ਨਾਮ ਨਹੀਂ ਵੀ ਮਿਲਿਆ, ਜਗਜੀਤ ਜੀ, ਤਾਂ ਸਾਰਿਆਂ ਦਾ, ਡਾਕਟਰ ਊਸ਼ਾ ਮਦਾਨ, ਜਸ਼ਨਪ੍ਰੀਤ ਜੀ, ਜਿਹੜੇ ਵੀ ਸਾਡੇ ਨਾਲ ਜੁੜੇ, ਤਾਂ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਠਿੰਡਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਕਾਮਨਾ ਕਰਦੇ ਹਾਂ ਤੁਸੀਂ ਬਹੁਤ ਜਲਦੀ ਸਾਰੇ ਠੀਕ ਹੋ ਜਾਓਗੇ। ਥੈਂਕ ਯੂ ਜੀ।